ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਤੇ ਪ੍ਰੋਗਰਾਮ ਵਿਜ਼ਨ ਲਾਈਵ ਲੈ ਕੇ ਹਾਜ਼ਰ ਹਾਂ ਮੈਂ ਮਨਿੰਦਰ ਤੂਰ। ਸੋ ਜਦੋਂ ਇੱਕ ਬੰਦਾ ਪਹਿਲਾਂ ਤਾਂ ਜਦੋਂ ਇੰਡੀਆ ਹੁੰਨੇ ਆ ਸਾਡੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਵਧੀਆ ਭਵਿੱਖ ਲਈ ਅਸੀਂ ਦੂਜੀ ਕੰਟਰੀ ਜਾਈਏ। ਅੱਜ ਕੱਲ੍ਹ ਜਿਹੜੀ ਇੰਡੀਅਨਸ ਦੀ ਆਪਣੀ ਖਾਸ ਕਰ ਪੰਜਾਬੀਆਂ ਦੀ ਗੱਲ ਕਰੀਏ, ਮਨਪਸੰਦੀਦਾ ਜਿਹੜੀ ਕੰਟਰੀ ਹੈ ਉਹ ਹੈ ਕੈਨੇਡਾ। ਇੱਕ ਵਾਰ ਜਦੋਂ ਫਿਰ ਬੰਦਾ ਇੱਥੇ ਆ ਜਾਂਦਾ ਤਾਂ ਉਹ ਇਹ ਸੋਚਣ ਲੱਗ ਜਾਂਦਾ ਹੈ ਕਿ ਪਿੱਛੇ ਜਿਹੜਾ ਸਾਡਾ ਪਰਿਵਾਰ ਹੈ, ਸਾਡੇ ਰਿਸ਼ਤੇਦਾਰ ਹੈ, ਉਹਨਾਂ ਨੂੰ ਕਿਸ ਤਰ੍ਹਾਂ ਇੱਥੇ ਬੁਲਾਇਆ ਜਾਵੇ, ਜਾਂ ਫਿਰ ਸਿਰਫ ਇੱਕ ਵਾਰ ਵਿਦੇਸ਼ ਦੀ ਧਰਤੀ ਤੇ ਪਹੁੰਚ ਕੇ ਜਿਹੜਾ ਸਫ਼ਰ ਹੈ ਉੱਥੇ ਖਤਮ ਨਹੀਂ ਹੋ ਜਾਂਦਾ, ਫਿਰ ਅੱਗੇ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਬੰਦਾ ਪੀਆਰ ਤੱਕ ਪਹੁੰਚਦਾ ਹੈ। ਸੋ ਇਸੇ ਕੁਐਸਚਨਸ ਬਹੁਤ ਸਾਰੇ ਹੁੰਦੇ ਆ ਜਦੋਂ ਅਸੀਂ ਇੱਕ ਕਦਮ ਪੁੱਟਦੇ ਹਾਂ ਕਿ ਹਾਂਜੀ ਅਸੀਂ ਦੂਜੀ ਕੰਟਰੀ ਪੜ੍ਹਨ ਜਾਣਾ ਹੈ ਜਾਂ ਸੈਟਲ ਹੋਣਾ। ਬਹੁਤ ਸਾਰੇ ਕੁਐਸਚਨਸ ਹੁੰਦੇ ਆ ਦਿਮਾਗ 'ਚ। ਸੋ ਉਹਨਾਂ ਹੀ ਕੁਐਸਚਨਸ ਦੇ ਹੱਲ ਲਈ, ਕੁਐਸਚਨਸ ਦੇ ਤੁਹਾਡੇ ਸਾਰੇ ਕੁਐਸਚਨਸ ਦੇ ਆਨਸਰ ਲਈ ਅਸੀਂ ਸਟੂਡੀਓ 'ਚ ਬੁਲਾਏ ਹਾਂ ਅੱਜ ਵਰਲਡ ਗੇਟਵੇ ਇਮੀਗ੍ਰੇਸ਼ਨ ਤੋਂ ਜ਼ੋਰਾ ਸਿੰਘ ਕੈਂਚ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ। ਥੈਂਕ ਯੂ ਮਨਿੰਦਰ ਜੀ, ਤੇ ਤੁਹਾਡੇ ਸਾਰੇ ਸਰੋਤੇ ਜਿਹੜੇ ਮੈਨੂੰ ਸੁਣ ਰਹੇ ਨੇ ਉਹਨਾਂ ਨੂੰ ਸਤਿ ਸ਼੍ਰੀ ਅਕਾਲ, ਆਦਾਬ, ਨਮਸਤੇ। ਸੋ ਪਹਿਲਾਂ ਤਾਂ ਮੈਂ ਵਰਲਡ ਗੇਟਵੇ ਇਮੀਗ੍ਰੇਸ਼ਨ ਬਾਰੇ ਥੋੜਾ ਜਿਹਾ ਦੱਸਣਾ ਚਾਹੂੰਗੀ ਕਿ 10 ਸਾਲ ਦਾ ਐਕਸਪੀਰੀਅੰਸ ਹੈ, ਜਿਹੜਾ ਤਜਰਬਾ ਹੈ, ਜਿਹੜੇ ਕੇਸਿਸ ਹੋਰ ਕਿਤੇ ਸ਼ਾਇਦ ਜਿਨ੍ਹਾਂ ਦਾ ਸੋਲੂਸ਼ਨ ਨਹੀਂ ਮਿਲਿਆ ਹੋਵੇਗਾ ਤਾਂ ਇੱਥੇ ਆ ਕੇ ਇਹਨਾਂ ਕੋਲੇ ਸੋਲੂਸ਼ਨ ਮਿਲਦਾ ਹੈ। 10 ਸਾਲ ਦਾ ਐਕਸਪੀਰੀਅੰਸ ਹੈ। ਸੋ ਮਾਫ ਕਰਨਾ, ਸੋ 10 ਸਾਲ ਦਾ ਐਕਸਪੀਰੀਅੰਸ ਹੈ ਇਹਨਾਂ ਕੋਲੇ। ਤੇ ਜੇ ਗੱਲ ਕਰੀਏ ਤਾਂ ਦੋ ਲੋਕੇਸ਼ਨਸ ਇਹਨਾਂ ਦੀਆਂ, ਵਿਨੀਪੈਗ ਤੇ ਟੋਰਾਂਟੋ 'ਚ। ਟੋਰਾਂਟੋ ਦਾ ਮੈਂ ਥੋੜਾ ਜਿਹਾ ਦੱਸਣਾ ਚਾਹੂੰਗੀ ਕਿ ਟੋਰਾਂਟੋ 'ਚ ਇਹਨਾਂ ਦੀ ਜਿਹੜੀ ਲੋਕੇਸ਼ਨ ਹੈ ਉਹ ਹੈਗੀ ਹੈ ਜੀ 2960 ਡਰੂ ਰੋਡ, ਮਿਸੀਸਾਗਾ। ਮਾਲਟਨ ਜਿਹੜੇ ਗੁਰਦੁਆਰਾ ਸਾਹਿਬ ਹੈ ਉਹਨਾਂ ਕੋਲੇ ਜਿਹੜੀ ਇਹਨਾਂ ਦੀ ਆਫਿਸ ਉੱਥੇ ਆ। ਤੇ ਛੇਤੀ ਇਹ ਪਲਾਨ ਕਰ ਰਹੇ ਆ ਕਿ ਵੈਨਕੂਵਰ ਦੇ ਵਿੱਚ ਤੇ ਲੁਧਿਆਣਾ, ਇੰਡੀਆ 'ਚ ਲੁਧਿਆਣਾ ਸ਼ਹਿਰ 'ਚ ਵੀ ਇਹਨਾਂ ਦੇ ਆਫਿਸ ਬਣਾਏ ਜਾਣ। ਸੋ ਮੈਂ ਥੋੜਾ ਜਿਹਾ ਹੋਰ ਦੱਸਣਾ ਚਾਹੂੰਗੀ ਕਿ 2 ਵਾਰ ਇਹਨਾਂ ਨੂੰ ਟੌਪ ਚੋਇਸ ਅਵਾਰਡ ਮਿਲਿਆ ਹੈ, ਕੰਜ਼ਿਊਮਰ ਚੋਇਸ ਅਵਾਰਡ ਮਿਲਿਆ ਹੈ। ਸੋ ਜਿਹੜੇ ਕੇਸ ਹੋਰ ਕਿਤੇ ਮੈਂ ਕਹਿੰਦੀ ਹਾਂ ਇੰਪੋਸੀਬਲ ਕੇਸ ਲੱਗ ਰਹੇ ਸੀ ਉਹ ਇਹਨਾਂ ਕੋਲੇ ਆ ਕੇ ਪੋਸੀਬਲ ਹੋ ਗਏ ਹਨ ਜੀ। ਥੈਂਕ ਯੂ ਮਨਿੰਦਰ ਜੀ, ਥੈਂਕ ਯੂ ਸੋ ਮਚ। ਤੇ ਜਿਹੜੇ ਸਰੋਤੇ ਤੁਹਾਡੇ ਮਨਿੰਦਰ ਜੀ ਪ੍ਰੋਗਰਾਮ ਨੇ ਮੈਨੂੰ ਸੁਣ ਰਹੇ ਨੇ, ਥੈਂਕ ਯੂ ਕਿ ਤੁਸੀਂ ਸਾਨੂੰ ਟੂਨ ਇਨ ਕੀਤਾਗਾ। ਤੇ ਕੈਨੇਡੀਅਨ ਇਮੀਗ੍ਰੇਸ਼ਨ ਦੇ ਵਿੱਚ ਅਸੀਂ, ਜਿੱਦਾਂ ਮਨਿੰਦਰ ਜੀ ਨੇ ਤੁਹਾਨੂੰ ਦੱਸਿਆ ਕਿ ਅਸੀਂ 10 ਸਾਲ ਤੋਂ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਦੇ ਰਹੇ ਹਾਂ। ਤੇ ਸਾਡੇ ਕੋਲ ਪ੍ਰੋਫੈਸ਼ਨਲ ਟੀਮ ਹੈਗੀ ਜੀ ਇਮੀਗ੍ਰੇਸ਼ਨ ਦੀ। ਸਾਡੇ ਕੋਲ ਵੀ ਆਰ 3 ICCRC ਮੈਂਬਰਸ ਇਨਕਲੂਡਿੰਗ ਮਾਈਸੈਲਫ। ਤੇ ਅਸੀਂ ਇਮੀਗ੍ਰੇਸ਼ਨ ਦੀਆਂ ਸਾਰੀਆਂ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਦਿੰਦੇ ਹਾਂ, ਚਾਹੇ ਉਹ ਇਕਨੋਮਿਕ ਕਲਾਸ ਤੋਂ ਲੈ ਕੇ ਆਲ ਦਾ ਵੇ ਰਿਫਿਊਜੀ ਤੱਕ ਦੀ ਐਪਲੀਕੇਸ਼ਨ ਹੋਵੇ ਜਾਂ ਫੈਮਿਲੀ ਇਮੀਗ੍ਰੇਸ਼ਨ ਦੀ ਸਰਵਿਸਿਜ਼ ਹੋਣ ਜੀ। ਸੋ ਇਸ ਪ੍ਰੋਗਰਾਮ 'ਚ ਅੱਜ ਜਿਹੜਾ ਪਹਿਲਾਂ ਅਸੀਂ ਗੱਲਬਾਤ ਕਰਾਂਗੇ ਕਿ ਜਿਹੜੇ ਬੱਚੇ ਇੰਡੀਆ ਬੈਠੇ ਹੈ, ਸਟੂਡੈਂਟਸ ਇੱਥੇ ਆਉਣਾ ਚਾਹੁੰਦੇ ਹੈ ਜਾਂ ਫਿਰ ਵਰਕ ਪਰਮਿਟ ਤੇ ਇੱਥੇ ਆਉਣਾ ਚਾਹੁੰਦੇ ਹੈ, ਤੇ ਤੀਜੀ ਆਪਸ਼ਨ ਹੁੰਦੀ ਹੈ ਜੀ ਕਿ ਡਾਇਰੈਕਟ ਪੀਆਰ ਇੱਥੇ ਆਉਣਾ ਚਾਹੁੰਦੇ ਆ, ਅਸੀਂ ਉਹਨਾਂ ਲਈ ਕੀ ਆਪਸ਼ਨਸ ਅਵੇਲੇਬਲ ਹੈ। ਤੇ ਉਸ ਤੋਂ ਬਾਅਦ ਗੱਲ ਕਰਾਂਗੇ ਕਿ ਜਿਹੜੇ ਆਲਰੇਡੀ ਕੈਨੇਡਾ 'ਚ ਬੈਠੇ ਹੈ ਜਾਂ ਫਿਰ ਜਿਨ੍ਹਾਂ ਦਾ ਅੱਗੇ ਉਹਨਾਂ ਨੇ ਸਟੂਡੈਂਟ ਹੈ, ਹਲੇ ਵਰਕ ਪਰਮਿਟ ਲੈਣਾ ਹੈ ਜਾਂ ਫਿਰ ਪੀਆਰ ਲੈਣੀ ਹੈ, ਤਾਂ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਸੋ ਪਹਿਲਾਂ ਮੈਂ ਗੱਲ ਤੁਹਾਡੇ ਨਾਲ ਕਰਨਾ ਚਾਹੂੰਗੀ ਕਿ ਕੁਝ ਬੱਚੇ ਹੁੰਦੇ ਆ ਜਿਹੜੇ 12th ਤੋਂ ਬਾਅਦ ਹੀ ਸੋਚ ਲੈਂਦੇ ਆ ਕਿ ਹਾਂਜੀ ਸਾਡਾ ਮਕਸਦ ਹੈ ਅਸੀਂ ਕੈਨੇਡਾ ਜਾਂ ਕਿਸੇ ਹੋਰ ਕੰਟਰੀ ਜਾ ਕੇ ਪੜ੍ਹਾਈ ਕਰਨੀ ਹੈ। ਤੇ ਦੂਜੀ ਹੁੰਦੀ ਹੈ ਕਿ ਜਿਹੜੇ ਆਲਰੇਡੀ ਮਾਸਟਰਸ ਵਗੈਰਾ ਕਰ ਚੁੱਕੇ ਹੁੰਦੇ ਆ। ਮੈਂ ਥੋੜਾ ਜਿਹਾ ਤੁਹਾਡੇ ਤੋਂ ਜਾਣਨਾ ਚਾਹੂੰਗੀ ਕਿ ਦੋਨਾਂ ਦੀਆਂ ਰਿਕੁਆਇਰਮੈਂਟਸ 'ਚ ਕੀ ਫਰਕ ਹੁੰਦੀਆਂ ਹੈ, ਵੀਜ਼ਾ ਸਕਸੈਸ ਰੇਟ ਕੀ ਫਰਕ ਹੁੰਦਾ? ਦੇਖੋ ਮਨਿੰਦਰ ਜੀ, ਜਿਹੜਾ ਸਟੂਡੈਂਟ ਵੀਜ਼ੇ ਦੀਆਂ ਐਪਲੀਕੇਸ਼ਨਸ ਨੇ ਆਮ ਤੌਰ ਤੇ ਹੁਣ ਪੰਜਾਬ ਦੇ ਵਿੱਚ ਬੇਸਿਕਲੀ ਇੱਕ ਟ੍ਰੈਂਡ ਹੀ ਬਣ ਚੁੱਕਿਆ ਕਿ ਵੀ ਤੁਸੀਂ +2 ਕਰਨੀ ਹੈ ਤੇ +2 ਤੋਂ ਬਾਅਦ ਬੱਚੇ ਨੇ ਕੈਨੇਡਾ ਆਉਣਾ। ਤੇ ਜਦੋਂ ਬੱਚਾ +2 ਤੋਂ ਬਾਅਦ ਮਨਿੰਦਰ ਜੀ ਆਉਂਦਾ ਤੇ ਸਭ ਤੋਂ ਪਹਿਲਾਂ ਉਹਨਾਂ ਦਾ ਬੱਚੇ ਦਾ ਇਹ ਹੁੰਦਾ ਕਿ ਵੀ ਮੈਂ ਕਿਹੜਾ ਪ੍ਰੋਗਰਾਮ ਲਵਾਂ ਤੇ ਉਹਦੀ ਲੈਂਥ ਕਿੰਨੇ ਚਿਰ ਦੀ ਹੋਵੇ ਪ੍ਰੋਗਰਾਮ ਦੀ, ਤਾਂ ਕਿ ਮੈਨੂੰ ਅੱਗੇ ਜਾ ਕੇ ਵਰਕ ਪਰਮਿਟ ਦੀ ਜਾਂ ਪਰਮਾਨੈਂਟ ਰੈਜ਼ੀਡੈਂਸੀ ਦੇ ਵਿੱਚ ਈਜ਼ੀਲੀ ਮੇਰੀ ਮਦਦ ਹੋ ਸਕੇ। ਤੇ ਦੂਸਰੇ ਕੇਸਾਂ ਦੇ ਵਿੱਚ ਜਿੱਦਾਂ ਤੁਸੀਂ ਕਿਸੇ ਦੀ MSc ਦੀ ਗੱਲ ਕੀਤੀ ਹੈ ਜਾਂ ਕਿਸੇ ਨੇ ਮਾਸਟਰਸ ਕੀਤੀ ਹੋਈ ਹੈ, ਤੇ ਜੇ ਕਿਸੇ ਕੋਲ ਨੰਬਰ ਆਫ ਈਅਰਸ ਐਕਸਪੀਰੀਅੰਸ ਵੀ ਹੈਗਾ ਰਿਲੇਟਡ ਟੂ ਕੋਈ ਵਾਟਐਵਰ ਉਹਨਾਂ ਨੇ ਸਟੱਡੀਜ਼ ਕੀਤੀਆਂ ਨੇ, ਤਾਂ ਉਹਨਾਂ ਨੂੰ ਮੈਂ ਕਹਿ ਰਿਹਾ ਕਿ ਵੀ ਪਹਿਲਾਂ ਸਟੂਡੈਂਟ ਨੇ ਪਾਥ ਲੈਣ ਤੋਂ ਪਹਿਲਾਂ ਤੁਸੀਂ ਸਾਡੇ ਆਫਿਸ ਨਾਲ ਕੰਟੈਕਟ ਕਰ ਲਓ। ਅਸੀਂ ਤੁਹਾਡੀ ਅਸੈਸਮੈਂਟ ਕਰਕੇ ਅਸੀਂ ਤੁਹਾਨੂੰ ਦੱਸ ਦਾਂਗੇ ਕਿ ਤੁਸੀਂ ਸਟੂਡੈਂਟ ਤੋਂ ਬਿਨਾਂ ਕਿਸੇ ਹੋਰ, ਚਾਹੇ ਉਹ ਐਕਸਪ੍ਰੈਸ ਐਂਟਰੀ ਆ ਜਾਂ ਕਿਸੇ ਹੋਰ ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮ ਆ ਜਾਂ ਜਿਹੜੇ ਨਵੇਂ ਪਾਥਵੇ ਪ੍ਰੋਗਰਾਮਸ ਆਏ ਨੇ, ਕਿ ਤੁਸੀਂ ਉਹਨਾਂ 'ਚ ਫਾਲ ਕਰਕੇ ਕਿ ਡਾਇਰੈਕਟ ਹੀ ਪੀਆਰ ਲੈ ਸਕਦੇ ਹੋ। ਜੇ ਤੁਹਾਡਾ ਪਰਮਾਨੈਂਟ ਰੈਜ਼ੀਡੈਂਸੀ ਡਾਇਰੈਕਟ ਇੰਡੀਆ ਤੋਂ ਹੋ ਸਕਦੀ ਹੈ, ਆਈ ਗੈਸ ਦੈਟ ਇਜ਼ ਦ ਬੈਸਟ ਆਪਸ਼ਨ ਮੂਵਿੰਗ ਫਾਰਵਰਡ। ਨਹੀਂ ਤਾਂ ਫਿਰ ਸਟੂਡੈਂਟ ਵਾਲਾ ਐਪਲੀਕੇਸ਼ਨ ਕਰ ਸਕਦੇ ਹਾਂ ਜੀ। ਤੇ ਸਟੂਡੈਂਟ ਦੇ ਵਿੱਚ ਜਿਹੜੀ ਮਿਨੀਮਮ IELTS ਦੀ ਰਿਕੁਆਇਰਮੈਂਟ ਹੁੰਦੀ ਹੈ ਜੀ ਉਹ 6 ਬੈਂਡ ਹੁੰਦੀ ਆ। ਕਈ ਕਾਲਜਸ ਨੇ 5.5 ਵੀ ਲੈ ਲੈਂਦੇ ਨੇ, ਮਤਲਬ ਓਵਰਆਲ 6, ਪਰ 5.5 ਵੀ ਕਿਸੇ ਚੋਂ ਅਸੈਪਟ ਕਰ ਲੈਂਦੇ ਨੇ।
ਪਰ ਜ਼ਿਆਦਾ ਅਸੀਂ ਰਿਕਮੈਂਡ ਕਰਦੇ ਹਾਂ ਕਿ 6 ਬੈਂਡ ਈਚ ਹੋਣੇ ਚਾਹੀਦੇ ਨੇ ਔਰ ਕਈ ਯੂਨੀਵਰਸਿਟੀਆਂ ਕਾਲਜ ਰਿਕਮੈਂਡ ਕਰਦੇ ਨੇ ਕਿ 6.5 ਬੈਂਡ ਈਚ ਹੋਣ ਐਕੈਡੈਮਿਕ ਦੇ ਵਿੱਚੋਂ ਤੇ ਫਿਰ ਉਹ ਅਪਲਾਈ ਕਰ ਸਕਦੇ ਨੇ ਤੇ ਸਟੂਡੈਂਟਸ ਦੇ ਲਈ ਐਜ਼ ਯੂ ਸੈਡ ਕਿ ਸਟੂਡੈਂਟ ਦੇ ਲਈ ਇਹ ਮੱਕਾ ਗਾ ਕਿਉਂਕਿ ਕੈਨੇਡਾ ਇਜ਼ ਦਾ ਓਨਲੀ ਕੰਟਰੀ that is giving the pathway to the students moving forward ਕਿ ਉਹ permanent residency ਲੈ ਸਕਣ unlike ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਜਿੱਥੇ ਉਹ ਅਟਰੈਕਟ ਜ਼ਰੂਰ ਕਰਦੇ ਨੇ ਬੱਚਿਆਂ ਨੂੰ ਪੜ੍ਹਨ ਵਾਸਤੇ ਬਟ ਐਂਡ ਆਫ ਦਾ ਡੇ ਉਹਨਾਂ ਦਾ ਗੋਲ ਇਹ ਹੈ ਕਿ ਵਾਂਸ ਤੁਹਾਡੀ ਸਟੱਡੀ ਖਤਮ ਹੋ ਗਈ ਯੂ ਨੀਡ ਟੂ ਲੀਵ ਦਾ ਕੰਟਰੀ ਔਰ ਉਹਨਾਂ ਨੇ ਜਿਹੜੇ ਸਟੈਂਡਰਡਸ ਰੱਖੇ ਹੋਏ ਨੇ ਇਮੀਗ੍ਰੇਸ਼ਨ ਦੇ CLB 9 ਤੱਕ ਰੱਖੀ ਹੋਈ ਹੈ 777 8 ਤੱਕ ਰੱਖਿਆ ਹੋਇਆ which is extremely tough for international students ਪਰ on the other hand side ਜਿਹੜੇ ਲੋਕਲ ਕੈਨੇਡਾ ਦੇ ਵਿੱਚ ਬੱਚੇ ਆ ਜਾਂਦੇ ਨੇ ਉਹ ਕਈ ਕੇਸਾਂ ਦੇ ਵਿੱਚ ਇਹ ਵੀ ਹੈ ਵੀ 5 ਬੈਂਡ ਦੇ ਨਾਲ ਜਾਂ 6 ਬੈਂਡ ਦੇ ਨਾਲ ਵੀ ਆਪਦੀ ਉਹ PR ਲੈ ਸਕਦੇ ਨੇ ਤੇ ਮੇਰਾ ਦੂਜਾ ਕੁਐਸਚਨ ਹੋਏਗਾ ਪ੍ਰਾਈਵੇਟ ਕਾਲਜ ਇੱਕ ਇਹ ਵੀ ਬਹੁਤ ਸਾਰੀ ਜਿਹੜੀ ਇੱਕ ਬਹੁਤ ਵੱਡੀ ਕਨਫਿਊਜ਼ਨ ਹੈ ਪੰਜਾਬ ਦੇ ਸਪੈਸ਼ਲੀ ਬੱਚਿਆਂ ਦੀ ਗੱਲ ਕਰ ਲਈਏ ਤਾਂ ਏਜੰਟ ਹੈ ਜਿਹੜੇ ਉਹਨਾਂ ਨੂੰ ਪ੍ਰੋਪਰਲੀ ਇਸ ਚੀਜ਼ 'ਚ ਫਰਕ ਨਹੀਂ ਰੱਖਦੇ ਕਿ ਜੇ ਤੁਸੀਂ ਪ੍ਰਾਈਵੇਟ ਕਾਲਜ 'ਚ ਸਟੱਡੀ ਲਈ ਜਾ ਰਹੇ ਹੋ ਤਾਂ ਹੋ ਸਕਦਾ ਹੈ ਉਹ ਕਾਲਜ ਅੱਗੇ ਤੁਹਾਨੂੰ ਓਪਨ ਵਰਕ ਪਰਮਿਟ ਉੱਥੋਂ ਨਾ ਮਿਲੇ ਮੈਂ ਥੋੜਾ ਜਿਹਾ ਚਾਹੂੰਗੀ ਕਿ ਤੁਸੀਂ ਉਸ ਚੀਜ਼ ਤੇ ਜ਼ਰੂਰ ਚੜਨਾ ਪਾਓ ਜੀ ਮਨਿੰਦਰ ਜੀ ਬਹੁਤ ਸੋਹਣਾ ਤੁਸੀਂ ਸਵਾਲ ਪੁੱਛਿਆ ਇਹਦੇ ਵਿੱਚ ਕਈ ਬੱਚੇ ਆਪਣਾ ਭਵਿੱਖ ਖਰਾਬ ਕਰ ਲੈਂਦੇ ਨੇ ਜਿਹੜੇ ਦੇਖੋ ਪ੍ਰਾਈਵੇਟ ਕਾਲਜਸ ਨੇ ਜਾਂ ਪ੍ਰਾਈਵੇਟ ਸਕੂਲਸ ਨੇ ਥਰੂ ਆਊਟ ਕੈਨੇਡਾ ਦੇ ਵਿੱਚ ਸਾਰੇ ਕਾਲਜਾਂ ਕੋਲੇ ਜੇ ਤੁਸੀਂ ਉਹਨਾਂ ਨੇ ਇੰਟਰਨੈਸ਼ਨਲ ਬੱਚਾ ਲੈਣਾ ਹੈਗਾ ਤਾਂ ਉਸ ਇੰਸਟੀਚਿਊਟ ਕੋਲੇ DLI ਨੰਬਰ ਹੁੰਦਾ ਜਿਹਨੂੰ ਕਹਿੰਦੇ ਨੇ ਆਪਾਂ ਡੈਜ਼ਿਗਨੇਟਡ ਲਰਨਿੰਗ ਇੰਸਟੀਟਿਊਸ਼ਨ ਨੰਬਰ ਹੁੰਦਾ ਪਰ ਸਾਰੇ ਕਾਲਜਸ ਈਵਨ ਦੋ DLI ਹੁੰਦੇ ਨੇ ਪਰ ਇਟ ਡਜ਼ ਨਾਟ ਮੀਨ ਕਿ ਸਾਰੇ ਕਾਲਜਸ ਕੁਆਲੀਫਾਈ ਕਰਦੇ ਨੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਵਾਸਤੇ ਜਿੱਦਾਂ ਆਪਾਂ ਪ੍ਰਾਈਵੇਟ ਕਾਲਜਸ ਦੀ ਗੱਲ ਕਰੀ ਆ ਜੀ ਉਹਦੇ ਵਿੱਚ ਜੇ ਤੁਸੀਂ ਮੌਂਟਰੀਅਲ ਨੂੰ ਜਾਂ ਕਬੈਕ ਨੂੰ ਛੱਡ ਦਈਏ ਤਾਂ ਬਾਕੀ ਥਰੂ ਆਊਟ ਕੈਨੇਡਾ ਤੁਸੀਂ ਕਿਸੇ ਵੀ ਪ੍ਰਾਈਵੇਟ ਸਕੂਲ ਦੇ ਵਿੱਚ ਪੜ੍ਹਦੇ ਹੋ ਤਾਂ ਤੁਸੀਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਅਪਲਾਈ ਨਹੀਂ ਕਰ ਸਕਦੇ ਕਬੈਕ ਇੱਕ ਓਨਲੀ ਇੱਕ ਪ੍ਰੋਵਿੰਸ ਆ ਓਨਲੀ ਇੱਕ ਐਕਸੈਪਸ਼ਨ ਹੈਗੀ ਆ ਜਿੱਥੇ ਤੁਸੀਂ CAQ ਲੈ ਕੇ ਤੁਸੀਂ ਸਟੱਡੀ ਪਰਮਿਟ ਅਪਲਾਈ ਕਰਦੇ ਹੋ ਤੇ ਉਸ ਤੋਂ ਬਾਅਦ ਤੁਹਾਡੇ ਕੁਝ ਆਵਰਸ ਦੀ ਰਿਕੁਆਇਰਮੈਂਟ ਹੈਗੇ ਉਸ ਤੋਂ ਬਾਅਦ ਤੁਸੀਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ ਸਪੈਸ਼ਲੀ ਮੈਨੀਟੋਬਾ ਦੀ ਜੇ ਮੈਂ ਗੱਲ ਕਰਾਂ ਮੈਨੀਟੋਬਾ ਦੇ ਵਿੱਚ ਆਮ ਤੌਰ ਤੇ ਬੱਚਿਆਂ ਨੂੰ ਮਿਸਗਾਈਡ ਕੀਤਾ ਜਾਂਦਾ ਕਿ ਵੀ ਤੁਸੀਂ ਯੂਨੀਵਰਸਿਟੀ ਆਫ ਮੈਨੀਟੋਬਾ 'ਚ ਪੜ੍ਹਨ ਆ ਰਹੇ ਹੋ ਪਰ ਬੇਸਿਕਲੀ ਉਹ ਬੱਚੇ ICM ਚਾਹੁੰਦੇ ਹੁੰਦੇ ਨੇ ਤੇ ICM ਜਿਹੜਾ ਉਹ ਇੱਕ ਪ੍ਰਾਈਵੇਟ ਕਾਲਜ ਹੈਗਾ ਜਿਹਦੇ ਵਿੱਚ ਤੁਸੀਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਲੈ ਸਕਦੇ ਇਦਾਂ ਦੀਆਂ ਕਈ ਰੂਲਸ ਹੈਗੇ ਨੇ ਜਿਹੜੇ ਕਈ ਪ੍ਰਾਈਵੇਟ ਕਾਲਜਸ BC ਦੇ ਵਿੱਚ ਨੇ ਅੰਟਾਰੀਓ ਦੇ ਵਿੱਚ ਨੇ ਐਵਰਗ੍ਰੀਨ ਕਾਲਜ ਵਿੱਚ ਮੇਰੇ ਦਿਮਾਗ ਦੇ ਵਿੱਚ ਆ ਰਿਹਾ ਕਈ ਇਦਾਂ ਦੇ ਕਾਲਜਸ ਨੇ ਜਿਨ੍ਹਾਂ ਬਾਰੇ ਉੱਥੇ ਇੰਡੀਆ ਦੇ ਵਿੱਚ ਭੁਲੇਖਾ ਪਾਇਆ ਜਾ ਰਿਹਾ ਕਿ ਵੀ ਤੁਸੀਂ ਵਰਕ ਪਰਮਿਟ ਲੈ ਸਕੋਗੇ ਬਟ ਜਦ ਕਿ ਉਹ ਸੱਚਾਈ ਨਹੀਂ ਹੈਗੀ ਜੀ ਬਿਲਕੁਲ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਮੋਸਟਲੀ ਜਿਹੜੇ ਆਪਣੇ ਬੱਚਿਆਂ ਦਾ ਉਹ ਸੁਪਨਾ ਹੁੰਦਾ ਕਿ ਹਾਂਜੀ ਅਸੀਂ ਪੜ੍ਹਾਈ ਪੂਰੀ ਕਰਕੇ ਫਿਰ ਵਰਕ ਪਰਮਿਟ ਲਈਏ ਤੇ PR ਹੋਈਏ ਜਦੋਂ ਪੜ੍ਹਾਈ ਤੋਂ ਬਾਅਦ ਉਹਨਾਂ ਨੂੰ ਵਰਕ ਪਰਮਿਟ ਨਹੀਂ ਮਿਲਦਾ ਤਾਂ ਬਹੁਤ ਸਾਰਾ ਪੈਸਾ ਵੀ ਖਰਾਬ ਹੁੰਦਾ ਤੇ ਬੱਚਿਆਂ ਦਾ ਸਮਾਂ ਵੀ ਖਰਾਬ ਹੁੰਦਾ ਸੋ ਇੱਕ ਹੋਰ ਜਿਹੜੀ ਕੋਵਿਡ ਦੇ ਟਾਈਮ ਦੀ ਆਪਾਂ ਗੱਲ ਕਰਾਂਗੇ ਇਮੀਗ੍ਰੇਸ਼ਨ ਦਾ ਕੋਵਿਡ ਦੇ ਟਾਈਮ 'ਚ ਇਮੀਗ੍ਰੇਸ਼ਨ ਕਿੱਦਾਂ ਜਦੋਂ ਬਹੁਤ ਸਾਰੇ ਬੱਚੇ ਜਾਂ ਆਪਾਂ ਵਰਕ ਪਰਮਿਟ PR ਕੇਸਿਸ ਦੀ ਗੱਲ ਕਰ ਲਈਏ ਉਹ ਕਨਫਿਊਜ਼ਨ 'ਚ ਹੈ ਕਿ ਹਾਂਜੀ ਕਿਤੇ ਕੋਵਿਡ ਕਰਕੇ ਸਾਡੀਆਂ ਫਾਈਲਸ ਰਿਜੈਕਟ ਨਾ ਹੋ ਜਾਣ ਕਿ ਅਸੀਂ ਹੁਣ ਫਾਈਲਸ ਲਗਾਈਏ ਕਿ ਨਹੀਂ ਤੁਹਾਨੂੰ ਕੀ ਲੱਗਦਾ ਕਿ ਇਹ ਸਹੀ ਸਮਾਂ ਹੈਗਾ ਫਾਈਲਸ ਲਗਾਉਣ ਲਈ ਦੇਖੋ ਜੀ ਮਨਿੰਦਰ ਜੀ ਕੋਵਿਡ ਨੇ ਕਰੋਨਾ ਵਾਇਰਸ ਨੇ ਜਿੱਥੇ ਸਾਰੀ ਦੁਨੀਆ ਨੂੰ ਡਿਸਟਰਬ ਕੀਤਾ ਤਾਂ ਇਮੀਗ੍ਰੇਸ਼ਨ ਵੀ ਕੋਈ ਐਕਸੈਪਸ਼ਨ ਨਹੀਂ ਹੈਗੀ ਇਮੀਗ੍ਰੇਸ਼ਨ ਨੂੰ ਵੀ ਡਿਸਟਰਬ ਕੀਤਾ ਇਮੀਗ੍ਰੇਸ਼ਨ ਦੇ ਸਾਰੇ ਪ੍ਰੋਗਰਾਮ ਵੀ ਡਿਸਟਰਬ ਹੋਏ ਨੇ ਉਹਦੇ ਨਾਲ ਟਾਈਮਲਾਈਨਸ ਵੀ ਡਿਸਟਰਬਸ ਹੋਈਆਂ ਨੇ ਉਹਦੇ ਨਾਲ ਕੀ ਹੋਇਆ ਕਿ ਇਮੀਗ੍ਰੇਸ਼ਨ ਨੇ ਨਵੀਂ ਟੈਕਨੋਲੋਜੀ ਲੈ ਕੇ ਆਂਦੀ ਆ ਜਿਵੇਂ ਫੋਰ ਐਗਜ਼ਾਮਪਲ ਆਪਾਂ ਸਿਟੀਜ਼ਨਸ਼ਿਪ ਦੀ ਗੱਲ ਕਰ ਲਈਏ ਪਹਿਲਾਂ ਸਿਟੀਜ਼ਨਸ਼ਿਪ ਦਾ ਜਿਹੜਾ ਐਗਜ਼ਾਮ ਹੁੰਦਾ ਸੀ ਉਹ ਤੁਸੀਂ ਇਨ ਪਰਸਨ ਹੀ ਦਿੰਦੇ ਸੀ ਹੁਣ ਤੁਸੀਂ ਉੱਥੇ ਆਨਲਾਈਨ ਵੀ ਦਿੱਤਾ ਜਾ ਸਕਦਾ ਤੇ ਜਿਹੜੀ ਸਿਟੀਜ਼ਨਸ਼ਿਪ ਦੀ ਓਥ ਹੁੰਦੀ ਸੀ ਪ੍ਰੋਪਰ ਗੈਦਰਿੰਗ ਦੇ ਵਿੱਚ ਹੁੰਦੀ ਸੀ ਹੁਣ ਉਹ ਸਾਰਾ ਇੱਕ ਆਨਲਾਈਨ ਸਿਸਟਮ ਕਰ ਦਿੱਤਾ ਗਿਆਗਾ ਸੋ ਕਰੋਨਾ ਵਾਇਰਸ ਨੇ ਓਵਰਆਲ ਇਮੀਗ੍ਰੇਸ਼ਨ ਨੂੰ ਇੱਕ ਨਵੇਂ ਪੈਟਰਨ ਦੇ ਵਿੱਚ ਕਰ ਦਿੱਤਾ ਗਿਆ ਨਵਾਂ ਪੈਟਰਨ ਦਿੱਤਾ ਹੈਗਾ ਜਿਹਦੇ ਵਿੱਚ ਇਹ ਹੈ ਕਿ ਵੀ ਜੇ ਤੁਸੀਂ ਕਿਸੇ ਤਰ੍ਹਾਂ ਦੀ ਪੇਪਰ ਬੇਸਡ ਐਪਲੀਕੇਸ਼ਨ ਲਗਾ ਰਹੇ ਹੋ ਸਪੈਸ਼ਲੀ ਜੇ ਤੁਹਾਡੀ ਕਿਸੇ ਤਰ੍ਹਾਂ ਦੀ ਨੋਮੀਨੇਸ਼ਨ ਹੋਈ ਆ ਤੇ ਉਸ ਤੋਂ ਬਾਅਦ ਤੁਸੀਂ ਪਰਮਨੈਂਟ ਰੈਜ਼ੀਡੈਂਸੀ ਦੀ ਐਪਲੀਕੇਸ਼ਨ ਲਗਾ ਰਹੇ ਹੋ ਤਾਂ ਉਹ ਉਦਾਂ ਦੀ ਐਪਲੀਕੇਸ਼ਨ ਦੇ ਵਿੱਚ ਇੱਕ ਕਾਫੀ ਵੱਡਾ ਬੈਕਲੌਗ ਦਿਖ ਰਿਹਾ ਹੈਗਾ ਕਈ ਫਾਈਲ ਨੰਬਰਸ ਜਿਵੇਂ 8-8 9 ਮਹੀਨੇ ਡਿਲੇ ਨਾਲ ਆ ਰਹੇ ਨੇ ਜਿਹੜੇ ਯੂਜ਼ਡ ਟੂ ਬੀ 45 ਡੇਜ਼ ਦੇ ਵਿੱਚ ਆਉਂਦੇ ਸੀ ਬਟ ਔਨ ਦੀ ਅਦਰ ਹੈਂਡ ਸਾਈਡ ਬਟ ਔਨ ਦੀ ਅਦਰ ਹੈਂਡ ਸਾਈਡ ਮਨਿੰਦਰ ਜੀ ਜਿੱਥੇ ਕੋਵਿਡ ਨੇ ਕਈ ਚੀਜ਼ਾਂ ਨੂੰ ਡਿਲੇ ਕੀਤਾਗਾ ਉੱਥੇ ਕੋਵਿਡ ਨੇ ਕਈ ਐਸੈਂਸ਼ੀਅਲ ਜਿਹੜੇ ਵਰਕ ਪਰਮਿਟ ਸੀ ਜਾਂ ਐਸੈਂਸ਼ੀਅਲ ਵਰਕਰ ਸੀ ਉਹਨਾਂ ਦੇ ਵਰਕ ਪਰਮਿਟ ਦੀਆਂ ਐਪਲੀਕੇਸ਼ਨਸ ਜਿਹੜੀਆਂ ਸਪੈਸ਼ਲੀ ਇਨਲੈਂਡ ਸੀ ਉਹ 2-2 ਵੀਕ ਦੇ ਵਿੱਚ ਵੀ ਪ੍ਰੋਸੈਸ ਹੋਈਆਂ ਨੇ ਸੋ ਕਿਤੇ ਨਾ ਕਿਤੇ ਇਮੀਗ੍ਰੇਸ਼ਨ ਨੇ ਕਰੋਨਾ ਵਾਇਰਸ ਕਰਕੇ ਜਿਹੜੀਆਂ ਐਸੈਂਸ਼ੀਅਲ ਚੀਜ਼ਾਂ ਸੀ ਉਹਨਾਂ ਨੂੰ ਪ੍ਰਾਇੋਰਟੀ ਦੇ ਕੇ ਕਿਤੇ ਨਾ ਕਿਤੇ ਵਰਕ ਪਰਮਿਟ ਦੀ ਜਾਂ ਹੋਰ ਜਿਹੜੀਆਂ ਐਪਲੀਕੇਸ਼ਨ ਸੀ ਉਹਨਾਂ ਨੂੰ ਕਿਤੇ ਨਾ ਕਿਤੇ ਪ੍ਰਾਇੋਰਟੀ ਮਿਲੀ ਹੈ ਪਰ ਕਈ ਜਿਹੜੀਆਂ ਪੇਪਰ ਬੇਸਡ ਐਪਲੀਕੇਸ਼ਨ ਨੇ ਐਜ਼ ਆਈ ਸੈਡ ਉਹਦੇ ਵਿੱਚ ਕਿਤੇ ਨਾ ਕਿਤੇ ਇੱਕ ਬੈਕਲੌਗ ਆਇਆ ਹੈ ਤੇ ਇਦਾਂ ਦੀ ਦਿੱਕਤ ਆ ਰਹੀ ਹੈ ਜੀ ਕਾਲ ਲੈ ਲਈਏ ਪ੍ਰੋਗਰਾਮ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ ਹੈਲੋ ਜੀ ਮੈਂ ਪੁੱਛਣਾ ਇਹ ਜਿਹੜੇ ਕੁਛ ਨਹੀਂ
ਜੀ ਸੋ ਗੱਲ ਕਰੀਏ ਹੁਣ ਇਹ ਗੱਲ ਹੋ ਗਈ ਕਿ ਕੋਵਿਡ ਕਰਕੇ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਸੋ ਇੱਕ ਮੈਂ ਹੋਰ ਚੀਜ਼ ਪੜ੍ਹ ਰਹੀ ਸੀ ਕਿ ਬਿਆਨ ਆ ਰਹੇ ਆ ਹਨਾ ਆਪਾਂ ਸੁਣਦੇ ਆ ਰਹੇ ਹਾਂ ਕਿ 2021 ਚ ਬਹੁਤ ਸਾਰੇ ਇਮੀਗ੍ਰੈਂਟਸ ਦੀ ਕੈਨੇਡਾ ਨੂੰ ਲੋੜ ਹੈ ਕੀ ਲੱਗਦਾ ਹੈ? ਦੇਖੋ ਮਨਿੰਦਰ ਜੀ ਇਹ ਗੱਲ ਬਿਲਕੁਲ ਸੱਚੀ ਆ ਕਿਉਂਕਿ ਕੈਨੇਡਾ ਜਿਹੜੀ ਕੰਟਰੀ ਆ ਇਹ ਇਮੀਗ੍ਰੈਂਟ ਦੇ ਬੇਸ ਤੇ ਬਣੀ ਹੈ ਤੇ ਕੈਨੇਡਾ ਮੈਂ ਆਲਵੇਜ਼ ਕਹਿੰਦਾ ਹੁੰਦਾ ਕਿ ਜਿਹੜੇ ਇਮੀਗ੍ਰੈਂਟ ਨੇ ਉਹ ਇਕਨੋਮੀ ਦਾ ਇੰਜਨ ਨੇ ਇੱਥੇ ਦੀ ਕੈਨੇਡਾ ਦੇ ਤੇ ਕੈਨੇਡਾ ਅਪ ਦਾ ਫਿਊਚਰ ਪ੍ਰੈਡਿਕਟ ਨਹੀਂ ਕਰ ਸਕਦੀ ਵਿਦਆਊਟ ਇਮੀਗ੍ਰੇਸ਼ਨ ਅਬਾਊਟ ਰੀਸੈਂਟਲੀ ਮੈਂ ਪੜ੍ਹ ਰਿਹਾ ਸੀ 80% ਜਿਹੜੀ ਪਾਪੂਲੇਸ਼ਨ ਗਰੋਥ ਹੋਈ ਆ ਉਹਦੇ ਵਿੱਚ ਕਿਤੇ ਨਾ ਜਿਹੜਾ ਇਮੀਗ੍ਰੈਂਟਸ ਮੇਨ ਰੀਜ਼ਨ ਹੈ ਇਮੀਗ੍ਰੇਸ਼ਨ ਉਹਦਾ ਰੀਜ਼ਨ ਹੈਗੀ ਆ ਸੋ 2021 ਤੋਂ ਲੈ ਕੇ ਅੱਗੇ 3 ਸਾਲ ਦੇ ਵਿੱਚ ਮਿਨਿਸਟਰ ਨੇ ਰੀਸੈਂਟਲੀ ਡਿਕਲੇਅਰ ਕੀਤਾ ਕਿ 4 ਲੱਖ ਇਮੀਗ੍ਰੈਂਟ ਐਵਰੀ ਈਅਰ ਆਊਗਾ ਸੋ 1.2 ਮਿਲੀਅਨ ਲੋਕ ਆਉਣਗੇ ਤੇ ਕਿਤੇ ਨਾ ਕਿਤੇ ਜਿਹੜਾ 2020 ਰਿਹਾਗਾ ਸਲੋ ਡਾਊਨ ਰਿਹਾਗਾ ਪ੍ਰੋਪਰ ਜਿਹੜੇ ਪਰਮਨੈਂਟ ਰੈਜ਼ੀਡੈਂਟ ਨਹੀਂ ਆ ਸਕੇ ਜਾਂ ਜਿਨ੍ਹਾਂ ਦੀ ਐਪਲੀਕੇਸ਼ਨ ਆਲਰੇਡੀ ਇਨ ਪ੍ਰੋਸੈਸ ਸੀ ਉਹ ਪ੍ਰੋਸੈਸ ਨਹੀਂ ਹੋ ਸਕੀਆਂ ਉਹ ਕਿਤੇ ਨਾ ਕਿਤੇ ਬੈਕਲੌਗ 2021 ਦੇ ਵਿੱਚ ਖਤਮ ਹੋ ਜਾਊਗਾ ਤੇ ਇਮੀਗ੍ਰੇਸ਼ਨ ਨੇ ਉਹਦੇ ਲਈ ਸਾਡੀ ਕੇਪੀਕ ਆਰਗੇਨਾਈਜੇਸ਼ਨ ਨੇ ਦੱਸਿਆ ਕਿ ਵੀ ਉਹਦੇ ਲਈ ਨਵਾਂ ਜਿਹੜੇ ਸਟਾਫ ਨੇ ਉਹ ਹਾਇਰ ਕੀਤੇ ਗਏ ਨੇ ਤਾਂ ਕਿ ਜਿਹੜਾ ਬੈਕਲੌਗ ਆ ਉਹ ਖਤਮ ਕੀਤਾ ਜਾਵੇ ਔਰ ਪ੍ਰੋਸੈਸਿੰਗ ਟਾਈਮ ਆ ਜਿਹੜਾ ਘੱਟ ਕੀਤਾ ਜਾਵੇ ਸੋ 2021 ਜਿਹੜਾ ਇਮੀਗ੍ਰੇਸ਼ਨ ਦੇ ਲਈ ਇੱਕ ਬਹੁਤ ਵਧੀਆ ਸਾਲ ਹੋਊਗਾ ਜਿਹੜੇ ਵੀ ਕੋਈ ਐਪਲੀਕੇਸ਼ਨ ਲਾਉਣ ਬਾਰੇ ਸੋਚ ਰਹੇ ਨੇ ਚਾਹੇ ਉਹ ਇਕਨੋਮਿਕ ਕਲਾਸ ਦੀ ਐਪਲੀਕੇਸ਼ਨ ਦੀ ਗੱਲ ਕਰ ਰਹੇ ਨੇ ਜਾਂ ਫੈਮਿਲੀ ਦੀ ਐਪਲੀਕੇਸ਼ਨ ਜਾਂ ਕਿਸੇ ਤਰ੍ਹਾਂ ਦੀ ਹੋਰ ਐਪਲੀਕੇਸ਼ਨ ਬਾਰੇ ਜਾਂ ਇਨਵੈਸਟ ਕਰਨ ਬਾਰੇ ਸੋਚ ਰਹੇ ਨੇ ਪਲੀਜ਼ ਉਹ ਸਾਡੇ ਆਫਿਸ ਨੂੰ ਕੰਟੈਕਟ ਕਰ ਲਿਓ 2021 ਦੇ ਵਿੱਚ देयर इज वेरी गुड ਚਾਂਸਸ ਕਿ ਵੀ ਜੇ ਤੁਸੀਂ ਕੁਆਲੀਫਾਈ ਕਰ ਰਹੇ ਹੋ देयर इज वेरी गुड ਚਾਂਸਸ ਕਿ ਵੀ ਆਪਾਂ ਤੁਹਾਡੀ ਐਪਲੀਕੇਸ਼ਨ ਪੁੱਟ ਫਾਰਵਰਡ ਕਰ ਸਕਦੇ ਹਾਂ ਐਂਡ देयर इज अ ਚਾਂਸ ਕਿ ਵੀ ਪ੍ਰੋਵਾਈਡਡ ਕਿ ਆਲ ਐਲੀਮੈਂਟਸ देयर ਤੁਹਾਡੀ ਐਪਲੀਕੇਸ਼ਨ ਸਕਸੈਸਫੁਲੀ ਹੋ ਸਕਦੀ ਹੈ ਜੀ ਕਾਲ ਲਈ ਪ੍ਰੋਗਰਾਮ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ ਸਤਿ ਸ਼੍ਰੀ ਅਕਾਲ ਜੀ ਜੀ ਹਾਂਜੀ ਆਪਣਾ ਇਹ ਕਨਫਰਮ ਕਰਨਾ ਸੀ ਮੈਂ ਜਿਵੇਂ ਆਪਣੇ ਮਦਰ ਦਾ ਟੂਰਿਸਟ ਵੀਜ਼ਾ ਅਪਲਾਈ ਕਰਨਾ ਕਰ ਸਕਦੇ ਆਪਾਂ ਹੁਣੀ ਜੀ ਸਰ ਮੈਂ ਪ੍ਰੋਗਰਾਮ 'ਚ ਇਹਨਾਂ ਦਾ ਵਰਲਡ ਗੇਟਵੇ ਇਮੀਗ੍ਰੇਸ਼ਨ ਦਾ ਨੰਬਰ ਐਂਡ ਐਡਰੈਸ ਮੈਂ ਐਂਡ 'ਚ ਮੈਂਸ਼ਨ ਕਰੂੰਗੀ ਤੁਸੀਂ ਡਾਇਰੈਕਟਲੀ ਇਹਨਾਂ ਨੂੰ ਕਾਲ ਕਰਕੇ ਇਹਨਾਂ ਦੇ ਆਫਿਸ 'ਚ ਕਾਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਥੈਂਕ ਯੂ ਸੋ ਮਚ ਪਹਿਲਾਂ ਨਹੀਂ ਗੱਲ ਕਰ ਸਕਦੇ ਇਹਨਾਂ ਨੂੰ ਸਰ ਹੁਣ ਤੁਸੀਂ ਮੈਂ ਜੀ ਮੈਨੂੰ ਨਾਮ ਨਹੀਂ ਪਤਾ ਇਹਨਾਂ ਦਾ ਬਟ ਐਨੀਵੇਜ਼ ਤੁਹਾਡੇ ਸਵਾਲ ਦਾ ਜਵਾਬ ਇਹ ਹੈ ਜੀ ਕਿ ਵੀ ਤੁਸੀਂ ਇਮੀਡੀਏਟ ਫੈਮਿਲੀ ਨੂੰ ਤੁਸੀਂ ਵਿਜ਼ਿਟਰ ਵੀਜ਼ਾ ਤੇ ਅਪਲਾਈ ਕਰ ਸਕਦੇ ਹੋ ਬਟ ਜ਼ਿਆਦਾ ਜਾਣਕਾਰੀ ਲਈ ਜਿੱਦਾਂ ਮੈਡਮ ਨੇ ਕਿਹਾ ਸਾਡੇ ਆਫਿਸ ਨੂੰ 204 295 44 49 ਤੇ ਕੰਟੈਕਟ ਕਰ ਲਿਓ ਤੇ ਮੈਂ ਪ੍ਰੋਗਰਾਮ ਤੋਂ ਬਾਅਦ ਵੀ ਤੁਹਾਨੂੰ ਕਾਲ ਕਰ ਲੂੰਗਾ ਥੈਂਕ ਯੂ ਸੋ ਜੇ ਹੁਣ ਗੱਲ ਕਰੀਏ ਕਿ ਡਾਇਰੈਕਟ ਪੀਆਰ ਦੀ ਅੱਜ ਕੱਲ ਕਿਉਂਕਿ ਇਹ ਬਹੁਤ ਮੈਂ ਦੇਖ ਰਹੀ ਹਾਂ ਪਹਿਲਾਂ ਇੰਨਾ ਮੈਨੂੰ ਨਹੀਂ ਪਤਾ ਕਿ ਹੁੰਦਾ ਸੀ ਕਿ ਡਾਇਰੈਕਟ ਪੀਆਰ ਦੇ ਕੇਸਿਸ ਜ਼ਿਆਦਾ ਹੁੰਦੇ ਸੀ ਕਿ ਨਹੀਂ ਪਰ ਅੱਜ ਕੱਲ ਬਹੁਤ ਦੇਖਣ ਚ ਆ ਰਹੇ ਹੈ ਕਿੱਦਾਂ ਦੇਖਦੇ ਹੋ ਕਿ ਜਿਹੜੀਆਂ ਰਿਕੁਆਇਰਮੈਂਟਸ ਹੈ ਪੀਆਰ ਦੀਆਂ ਉਹ ਥੋੜਾ ਜਿਹਾ ਈਜ਼ੀ ਹੋ ਗਿਆ ਜਾਂ ਫਿਰ ਲੋਕ ਅਵੇਅਰ ਹੋ ਗਏ ਆ ਕਿ ਹਾਂਜੀ ਅਸੀਂ ਉੱਥੇ ਜਾ ਕੇ ਸਟੱਡੀ ਕਰਨੀ ਹੈ ਅਸੀਂ ਆਲਰੇਡੀ ਇੱਥੇ ਪੜ੍ਹ ਚੁੱਕੇ ਹਾਂ ਇੰਨਾ ਮਾਸਟਰਸ ਹੋ ਗਿਆ ਸਾਡੇ ਕੋਲ ਇਨਫ ਐਕਸਪੀਰੀਅੰਸ ਹੈ ਕਿ ਕਿਉਂ ਨਾ ਡਾਇਰੈਕਟ ਪੀਆਰ ਲੈ ਕੇ ਜਾਇਆ ਜਾਵੇ ਜੀ ਬਿਲਕੁਲ ਮਨਿੰਦਰ ਜੀ ਕਿਤੇ ਨਾ ਕਿਤੇ ਕੈਨੇਡੀਅਨ ਇਮੀਗ੍ਰੇਸ਼ਨ ਨੇ ਜਿਹੜਾ ਉਹ ਪ੍ਰੋਗਰਾਮ ਹੈਗਾ ਐਕਸਪ੍ਰੈਸ ਐਂਟਰੀ ਦਾ ਜਿਹਦੇ ਵਿੱਚ ਫੈਡਰਲ ਸਕਿੱਲ ਵਰਕਰ ਆਉਂਦੀ ਆ ਕੈਨੇਡੀਅਨ ਐਕਸਪੀਰੀਅੰਸ ਕਲਾਸ ਆਉਂਦੀ ਆ ਤੇ ਫੈਡਰਲ ਸਕਿੱਲ ਟ੍ਰੇਡ ਵਰਕਰ ਆਉਂਦੀ ਆ ਉਸ ਪ੍ਰੋਗਰਾਮ ਦੀ ਕਾਫੀ ਪ੍ਰਮੋਸ਼ਨ ਹੋਈ ਆ ਕਾਫੀ ਪ੍ਰਮੋਟ ਹੋਇਆ ਹੈ ਉਹਦੇ ਵਿੱਚ ਹੁਣ ਗੱਲ ਕਲੀਅਰ ਹੈਗੀ ਹੈ ਕਿ ਜੇ ਤੁਹਾਡਾ ਸੀਆਰਐਸ ਸਕੋਰ 450 ਜਾਂ ਉਸ ਤੋਂ ਕ੍ਰਾਸ ਕਰ ਰਿਹਾ ਤਾਂ देयर इज वेरी गुड ਚਾਂਸਸ ਔਰ ਕਈ ਕਲਾਇੰਟਸ ਇਦਾਂ ਦੇ ਵੀ ਹੈਗੇ ਨੇ ਜਿਨ੍ਹਾਂ ਦੇ ਸਕੋਰ ਈਵਨ ਦੋ 420 ਜਾਂ 411 ਤੇ ਖੜੇ ਨੇ ਉਹਨਾਂ ਨੂੰ ਕੋਈ ਐਮਪਲਾਇਰ ਉੱਥੋਂ ਜੌਬ ਆਫਰ ਦੇ ਦੇਵੇ ਤਾਂ ਉਹ ਡਿਪੈਂਡ ਕਰਦਾ ਕਿਸ ਕੈਟਾਗਰੀ ਦੀ ਜੌਬ ਹੈਗੀ ਹੈ ਕਈ ਕੇਸਿਸ ਦੇ ਵਿੱਚ ਉਹਦੇ 50 ਪੁਆਇੰਟਸ ਮਿਲਦੇ ਨੇ ਔਰ ਕਈ ਕੇਸਿਸ ਦੇ ਵਿੱਚ 200 ਪੁਆਇੰਟਸ ਮਿਲਦਾ ਹੈਗਾ ਸੋ ਉਦਾਂ ਦੀਆਂ ਜੌਬ ਆਫਰਸ ਦੇ ਨਾਲ ਵੀ ਉਹਨਾਂ ਦੇ ਪੁਆਇੰਟਸ ਬਣ ਜਾਂਦੇ ਨੇ ਤੇ ਦੂਸਰੇ ਕੇਸਾਂ ਦੇ ਵਿੱਚ ਇਹ ਹੈ ਕਿ ਕਈ ਕੇਸਾਂ ਦੇ ਵਿੱਚ ਈਵਨ ਦੋ ਉਹਨਾਂ ਦਾ ਜਿਹੜਾ ਸਕੋਰ ਆ 400 ਦੇ ਨੇੜੇ ਹੁੰਦਾ ਬਟ ਉਹਨਾਂ ਕੋਲ ਜੌਬ ਆਫਰ ਨਹੀਂ ਹੁੰਦੀ ਬਟ ਔਨ ਦੀ ਅਦਰ ਹੈਂਡ ਸਾਈਡ ਜਿਵੇਂ ਕੋਈ ਸਸਕੈਚਮਨ ਪੀਐਨਪੀ ਆ ਜਾਂ ਪ੍ਰਿੰਸ ਐਡਵਰਡ ਆਈਲੈਂਡ ਪੀਐਨਪੀ ਦੀ ਗੱਲ ਕਰ ਲਈਏ ਉਹ ਪੀਐਨਪੀ ਨੂੰ ਜਦੋਂ ਕੰਟੈਕਟ ਕਰਦੇ ਨੇ ਤੇ ਉਹਨਾਂ ਉੱਥੋਂ ਦੇ ਜਿਹੜੇ ਪੋਟੈਂਸ਼ੀਅਲ ਇੰਪਲਾਇਰਸ ਨੇ ਉਹਨਾਂ ਨੂੰ ਕੰਟੈਕਟ ਕਰਦੇ ਨੇ ਤੇ ਉੱਥੋਂ ਦਾ ਜਿਹੜਾ ਆਪਦਾ ਡੈਸਟੀਨੇਸ਼ਨ ਆ ਉਹ ਚੇਂਜ ਕਰਦੇ ਨੇ ਕਿ ਮੇਰਾ ਡੈਸਟੀਨੇਸ਼ਨ ਪ੍ਰਿੰਸ ਐਡਵਰਡ ਆਈਲੈਂਡ ਆ ਤੇ ਉੱਥੋਂ ਚਾਂਸਸ ਹੁੰਦੇ ਨੇ ਕਿ ਵੀ ਤੁਹਾਨੂੰ ਪੀਐਨਪੀ ਆ ਜਾਵੇ ਜਦੋਂ ਉਹ ਪੀਐਨਪੀ ਆ ਜਾਂਦੀ ਹੈ ਤੇ ਲੈਟਸ ਸੇ ਤੁਹਾਡੇ 390 ਪੁਆਇੰਟਸ ਹੈਗੇ ਨੇ 390 ਦੇ ਵਿੱਚ ਤੁਸੀਂ 600 ਪੁਆਇੰਟਸ ਐਡ ਕਰ ਲੈਂਦੇ ਹੋ ਲੈਟਸ ਸੇ ਪ੍ਰਿੰਸ ਐਡਵਰਡ ਆਈਲੈਂਡ ਨੇ ਤੁਹਾਨੂੰ ਨੋਮੀਨੇਸ਼ਨ ਦੇ ਦਿੱਤੀ ਸੋ 600 ਦੇ ਵਿੱਚ ਜਦੋਂ 600 ਪੁਆਇੰਟਸ ਐਡ ਹੋ ਜਾਂਦਾ 390 ਦੇ ਵਿੱਚ 990 ਪੁਆਇੰਟਸ ਬਣ ਗਏ 990 ਦੇ ਬੇਸ ਤੇ 990 ਪੁਆਇੰਟ ਦੇ ਬੇਸ ਤੇ ਇਨਵੀਟੇਸ਼ਨ ਟੂ ਅਪਲਾਈ ਆ ਜਾਂਦਾ ਜਿਹਨੂੰ ਆਪਾਂ ਆਈਟੀਏ ਕਹਿੰਦੇ ਹਾਂ ਆਈਟੀਏ ਤੋਂ ਬਾਅਦ ਐਸ ਲੌਂਗ ਐਸ ਤੁਹਾਡੇ ਜਿਹੜੇ ਡਾਕੂਮੈਂਟਸ ਨੇ ਇਨਲਾਈਨ ਹੋਣ ਤੁਹਾਡੀ ਕੋਈ ਮੈਡੀਕਲ ਇੰਡਿਮਿਸਿਬਿਲਿਟੀ ਨਾ ਹੋਵੇ ਕ੍ਰਿਮੀਨਲ ਇੰਡਿਮਿਸਿਬਿਲਿਟੀ ਨਾ ਹੋਵੇ ਤੇ ਡਾਕੂਮੈਂਟ ਸਾਰੇ ਤੁਹਾਡੇ ਜੈਨੂਨ ਹੋਣ ਤਾਂ ਜਿਹੜੀ ਇਮੀਗ੍ਰੇਸ਼ਨ ਉਹ 6 to 8 ਮੰਥ ਦੇ ਵਿੱਚ ਉਹ ਪੀਆਰ ਦਾ ਜਿਹੜਾ ਪ੍ਰੋਸੈਸ ਹੋ ਜਾਂਦਾ
ਜਾਂਦੀ ਹੈ। ਸੋ ਇਹ ਕਿਤੇ ਨਾ ਕਿਤੇ ਇੱਕ ਜਿਹੜਾ ਇਲੈਕਟ੍ਰੋਨਿਕਲੀ ਸਿਸਟਮ ਬਣਾਇਆ ਹੋਇਆ, ਕਾਫੀ ਲੋਕ ਅਵੇਅਰ ਨੇ, ਸਾਡੇ ਕੋਲੇ ਕਲਾਇੰਟਸ ਨੇ ਪਾਕਿਸਤਾਨ ਤੋਂ, ਇੰਡੀਆ ਤੋਂ, ਬੰਗਲਾਦੇਸ਼ ਤੋਂ, ਜਾਂ ਜਰਮਨੀ ਤੋਂ, ਜਾਂ ਸਾਨੂੰ ਕਈ ਦੁਬਈ ਤੋਂ ਕੰਟੈਕਟ ਕਰਦੇ ਨੇ। ਸੋ ਪੀਪਲ ਆਰ ਫੁੱਲੀ ਅਵੇਅਰ ਅਬਾਊਟ ਦਿਸ ਨਿਊ ਪ੍ਰੋਗਰਾਮ ਜਿਹੜਾ ਐਕਸਪ੍ਰੈਸ ਐਂਟਰੀ ਦਾ। ਜੀ ਜੇ ਗੱਲ ਕਰੀਏ ਕਿ ਥੋੜੇ ਸਾਲ ਪਹਿਲਾਂ ਹੁੰਦਾ ਸੀ, ਕਿਸੇ ਨੂੰ ਵੀ ਪੁੱਛਦੇ ਸੀ ਜੀ ਤੁਸੀਂ ਕੈਨੇਡਾ ਕਿੱਦਾਂ ਆਏ, ਅਗਲਾ ਕਹਿੰਦਾ ਸੀ ਮੈਨੂੰ ਤਾਂ ਜੀ ਨੈਨੀ ਪ੍ਰੋਗਰਾਮ ਸਪਾਂਸਰ ਕੀਤਾ ਗਿਆ। ਤੇ ਮੈਂ ਜ਼ਰੂਰ ਜਾਣਨਾ ਚਾਹੂੰਗੀ ਉਸ ਪ੍ਰੋਗਰਾਮ ਸੇ ਹੁਣ ਕੀ ਅਪਡੇਟਸ ਹਨ। ਬਰਿੰਦਰ ਜੀ, ਨੈਨੀ ਪ੍ਰੋਗਰਾਮ ਬਾਰੇ ਬਹੁਤ ਵੱਡੀਆਂ ਪ੍ਰੋਬਲਮਸ ਆ ਰਹੀਆਂ ਸੀ। ਨੈਨੀ ਪ੍ਰੋਗਰਾਮ ਦੀਆਂ ਇੰਨੀਆਂ ਕੰਪਲੇਂਟਸ ਸੀਆਂ ਕਿ ਵੀ ਕਿਉਂਕਿ ਲਿਵ ਇਨ ਕੇਅਰ ਗਿਵਰ ਵਾਲਾ ਰਿਲੇਸ਼ਨ ਸੀ। ਲਿਵ ਇਨ ਕੇਅਰ ਗਿਵਰ ਦੇ ਵਿੱਚ ਇਹ ਹੈ ਵੀ ਕੁੜੀ ਜੇ ਕੋਈ ਇੰਡੀਆ ਤੋਂ ਆ ਜਾਂਦੀ ਸੀ ਜਾਂ ਸਾਈਪਰਸ ਤੋਂ ਆ ਜਾਂਦੀ ਸੀ, ਇੱਥੇ ਕਿਤੇ ਨਾ ਕਿਤੇ ਉਹਦੀ ਐਕਸਪਲੋਟੇਸ਼ਨ ਹੁੰਦੀ ਸੀ। ਠੀਕ ਹੈ ਜੀ। ਉਹ ਪ੍ਰੋਗਰਾਮ ਦੇ ਵਿੱਚ ਇੰਨੀਆਂ ਕੰਪਲੇਂਟਸ ਹੋਣ ਦੇ ਬਾਅਦ ਤੋਂ ਸੁਣਨ ਤੋਂ ਬਾਅਦ ਇਮੀਗ੍ਰੇਸ਼ਨ ਨੇ ਇੱਕ ਸਟੈਪ ਚੱਕਿਆ ਜਿਹਦੇ ਵਿੱਚ ਉਹਨਾਂ ਨੇ ਕਲੀਅਰਲੀ ਮੈਂਸ਼ਨ ਕੀਤਾ ਕਿ ਵੀ ਜਿਹੜਾ ਤੁਹਾਡਾ ਜਿਹੜਾ ਨੈਨੀ ਦਾ ਵਰਕ ਪਰਮਿਟ ਆ ਉਹ ਤੁਹਾਡਾ ਅੰਪਲਾਇਰ ਰਿਸਟ੍ਰਿਕਟਡ ਨਹੀਂ ਹੋਗਾ। ਤੁਹਾਨੂੰ ਉਸ ਅੰਪਲਾਇਰ ਕੋਲੇ ਹੈਵ ਟੂ ਕੰਮ ਕਰਨ ਦੀ ਲੋੜ ਨਹੀਂ ਹੈਗੀ, ਪਰ ਤੁਹਾਡੀ ਜਿਹੜੀ ਪੋਜੀਸ਼ਨ ਆ, ਤੁਹਾਡਾ ਟਾਈਟਲ ਤੁਹਾਡਾ ਲਿਵ ਇਨ ਕੇਅਰ ਗਿਵਰ ਦਾ ਹੀ ਰਹਿਣਾ। ਠੀਕ ਹੈ। ਲੈਟਸ ਸੇ ਤੁਸੀਂ ਸੰਧੂ ਫੈਮਿਲੀ ਨਾਲ ਆਏ, ਰਾਈਟ, ਬਿਕਾਜ਼ ਆਫ ਵਾਟਐਵਰ ਰੀਜ਼ਨ ਤੁਸੀਂ ਉਹਨਾਂ ਨਾਲ ਨਹੀਂ ਕੰਮ ਕਰਨਾ ਚਾਹੁੰਦੇ, ਹੁਣ ਤੁਹਾਨੂੰ ਬਰਾੜ ਫੈਮਿਲੀ ਨੇ ਆਫਰ ਕੀਤੀ ਆ, ਐਜ਼ ਲੌਂਗ ਐਜ਼ ਬਰਾੜ ਫੈਮਿਲੀ ਉਹਨਾਂ ਨੂੰ ਅਫੋਰਡ ਕਰ ਸਕਦੀ ਹੈ ਪੇ ਕਰਨ ਦੀ, ਉਹ ਆਰਾਮ ਨਾਲ ਉਹਨਾਂ ਨੂੰ ਸਵਿਚ ਕਰ ਸਕਦੇ ਨੇ। ਤੇ ਜਿਹੜੀ ਇਹ ਬਰਾੜ ਫੈਮਿਲੀ ਆ, ਇਹਨਾਂ ਨੂੰ LMIA ਕਰਾਉਣ ਦੀ ਜ਼ਰੂਰਤ ਨਹੀਂ। ਠੀਕ ਹੈ ਜੀ। ਇਹਨੂੰ LMIA ਐਗਜ਼ੈਂਪਟ ਕਰ ਦਿੱਤਾ ਗਿਆ ਗਾ ਪ੍ਰੋਗਰਾਮ ਨੂੰ। ਸੋ ਇਹਦੇ ਵਿੱਚ ਦੋ ਕੈਟਾਗਰੀਆਂ ਜਿਹੜੀਆਂ ਰੀਸੈਂਟਲੀ ਆਈਆਂ ਨੇ ਉਹ ਇਹ ਨੇ ਜੀ, ਇੱਕ ਤਾਂ ਹੋਮ ਸਪੋਰਟ ਵਰਕਰ ਹੈਗਾ ਗਾ, ਇੱਕ ਚਾਈਲਡ ਕੇਅਰ ਪ੍ਰੋਵਾਈਡਰ ਹੈਗਾ ਗਾ। ਤੇ ਦੋਨਾਂ ਦੀਆਂ ਜਿਹੜਾ ਟੋਟਲ ਐਪਲੀਕੇਸ਼ਨ ਨੇ ਜੀ 5500 ਐਪਲੀਕੇਸ਼ਨ ਲੈ ਰਹੀ ਹੈ ਇਮੀਗ੍ਰੇਸ਼ਨ, 2750 ਐਪਲੀਕੇਸ਼ਨ ਈਚ ਪ੍ਰੋਗਰਾਮ ਦੀ। ਸੋ 2750 ਹੋਮ ਸਪੋਰਟ ਵਰਕਰ ਦੀ ਐਂਡ 2750 ਚਾਈਲਡ ਕੇਅਰ ਪ੍ਰੋਵਾਈਡਰ ਦੀ। ਤੇ ਅਸੀਂ ਸਾਡੇ ਆਫਿਸ ਨੇ ਬਹੁਤ ਐਪਲੀਕੇਸ਼ਨਸ ਲਗਾਈਆਂ ਨੇ ਤੇ ਉਹਦੇ ਵਿੱਚ ਸਾਨੂੰ ਕਾਫੀਆਂ ਦੇ ਫਾਈਲਸ ਨੰਬਰ ਆਏ ਨੇ, ਬਾਇਓਮੈਟ੍ਰਿਕਸ ਆ ਰਹੇ ਨੇ ਤੇ ਐਪਲੀਕੇਸ਼ਨਸ ਪ੍ਰੋਸੈਸ ਹੋ ਰਹੀਆਂ ਨੇ। ਤੇ ਹੁਣ ਰੀਸੈਂਟਲੀ ਨਿਊਜ਼ ਆ ਰਹੀ ਸੀ ਕਿ ਜਿਹੜਾ ਚਾਈਲਡ ਕੇਅਰ ਪ੍ਰੋਵਾਈਡਰ ਪ੍ਰੋਗਰਾਮ ਆ ਉਹਦੇ ਵਿੱਚ 2750 ਕੰਪਲੀਟ ਐਪਲੀਕੇਸ਼ਨਸ ਉਹਨਾਂ ਨੂੰ ਮਿਲ ਚੁੱਕੀਆਂ ਨੇ। ਸੋ ਇਨਟੇਕ 2020 ਦੀ ਚਾਈਲਡ ਕੇਅਰ ਪ੍ਰੋਵਾਈਡਰ ਦੀ ਪੂਰੀ ਹੋ ਚੁੱਕੀ ਆ। ਬਟ ਔਨ ਦੀ ਅਦਰ ਹੈਂਡ ਸਾਈਡ ਹੋਮ ਸਪੋਰਟ ਵਰਕਰ ਦੀ ਜਿਹੜੀ ਐਪਲੀਕੇਸ਼ਨ ਸਟਿਲ ਹਜੇ 2750 ਉਹਨਾਂ ਕੋਲ ਇਮੀਗ੍ਰੇਸ਼ਨ ਕੋਲ ਕੰਪਲੀਟ ਨਹੀਂ ਪਹੁੰਚੀ। ਤੇ ਤੁਹਾਡੇ ਮੈਂ ਸਰੋਤਿਆਂ ਨੂੰ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਕਿ ਵੀ ਇਹ ਜਿਹੜਾ 5500 ਐਪਲੀਕੇਸ਼ਨ ਆ ਉਹ ਕੰਪਲੀਟ ਈਅਰ ਦੀ ਹੈਗੀ ਆ, ਪੂਰੇ ਸਾਲ ਦੀ ਹੈਗੀ ਆ। ਸੋ ਜੇ 2020 ਦਾ ਹੁਣ ਇਹ ਕੋਟਾ ਪੂਰਾ ਵੀ ਹੋ ਗਿਆ ਹੈ, 2021 ਤੋਂ ਜਨਵਰੀ 1 ਤੋਂ 5500 ਐਪਲੀਕੇਸ਼ਨ ਫਿਰ ਸ਼ੁਰੂ ਹੋ ਜਾਣੀ ਹੈ। ਸੋ ਜੇ ਕੋਈ ਵੀ ਚਾਈਲਡ ਕੇਅਰ ਪ੍ਰੋਗਰਾਮ ਬਾਰੇ ਜਾਂ ਹੋਮ ਸਪੋਰਟ ਵਰਕਰ ਬਾਰੇ ਕੋਈ ਆਪਣੀ ਐਪਲੀਕੇਸ਼ਨ ਲਾਉਣਾ ਚਾਹੁੰਦਾ, ਉਹਦੇ ਵਿੱਚ ਜਿਹੜੀਆਂ ਰਿਕੁਆਇਰਮੈਂਟ ਨੇ ਬੜੀਆਂ ਸਿੰਪਲ ਨੇ। ਉਹਦੇ ਵਿੱਚ ਜੇ ਕੋਈ ਐਪਲੀਕੈਂਟ ਇੰਡੀਆ ਤੋਂ ਆਉਣਾ ਚਾਹੁੰਦਾ, ਐਜ਼ ਲੌਂਗ ਐਜ਼ ਉਹਨਾਂ ਨੇ 1 ਈਅਰ ਪੋਸਟ ਸੈਕੰਡਰੀ ਐਜੂਕੇਸ਼ਨ ਕੀਤੀ ਹੋਈ ਹੈ, ਮਤਲਬ +2 ਤੋਂ ਬਾਅਦ ਕੋਈ 1 ਸਾਲ ਦਾ ਡਿਪਲੋਮਾ ਕੀਤਾ ਹੋਵੇ, ਬਟ ਉਹ ਰਿਕੋਗਨਾਈਜ਼ ਹੋਣਾ ਚਾਹੀਦਾ। ਜਾਂ ਤੁਸੀਂ GNM ਕੀਤੀ ਹੋਈ ਹੈ ਜਾਂ ANM ਕੀਤੀ ਹੋਈ ਹੈ ਜਾਂ BA ਕਰਕੇ ਤੁਹਾਡੇ ਕੋਲ 1 ਜਾਂ 2 ਸਾਲ ਦਾ ਕੋਈ ਟੀਚਿੰਗ ਦਾ ਐਕਸਪੀਰੀਅੰਸ ਹੈਗਾ ਗਾ, ਜਾਂ ਤੁਸੀਂ ਨੈਨੀ ਦਾ ਡਿਪਲੋਮਾ ਕੀਤਾ ਹੋਇਆ, ਤਾਂ ਤੁਸੀਂ ਕੁਆਲੀਫਾਈ ਕਰ ਦਿੰਦੇ ਹੋ ਐਜ਼ ਲੌਂਗ ਐਜ਼ ਤੁਹਾਡੇ ਕੋਲ CLB 5 ਹੋਵੇ। CLB 5 ਦਾ ਮਤਲਬ ਆਈਲੈਟਸ ਦੇ ਵਿੱਚੋਂ 5 ਜੀ, ਲਿਸਨਿੰਗ ਦੇ ਵਿੱਚੋਂ 5, ਲਿਸਨਿੰਗ ਚੋਂ 5, ਰੀਡਿੰਗ ਦੇ ਵਿੱਚੋਂ 4, ਰਾਈਟਿੰਗ ਐਂਡ ਸਪੀਕਿੰਗ ਦੇ ਵਿੱਚੋਂ 5 ਬੈਂਡ। ਠੀਕ ਹੈ ਜੀ। ਅਗਰ ਇੰਨੇ ਸਕੋਰ ਹੁੰਦੇ ਨੇ, ਫਿਰ ਜਿਹੜਾ ਇੱਧਰ ਤੁਹਾਡਾ ਜਿਹੜਾ ਮਤਲਬ ਹੋਸਟ ਫੈਮਿਲੀ ਹੈ ਜਿਨ੍ਹਾਂ ਨੇ ਜੌਬ ਆਫਰ ਦੇਣੀ ਹੈਗੀ ਆ, ਐਜ਼ ਲੌਂਗ ਐਜ਼ ਉਹ ਸ਼ੋਅ ਕਰਨ ਆਪਣੀ ਨੋਟਿਸ ਆਫ ਅਸੈਸਮੈਂਟ ਤੇ ਕਿ ਵੀ they can afford to pay the salary to that individual, right? ਜੇ ਇੱਥੇ ਲੈਟਸ ਸੇ ਹਸਬੈਂਡ ਵਾਈਫ ਨੇ ਤੇ ਉਹਨਾਂ ਦੇ 2 ਬੱਚੇ ਨੇ ਤੇ ਉਹਨਾਂ ਦੀ ਇਨਕਮ ਅਰਾਊਂਡ 65 to 70 ਦੇ ਕਰੀਬ ਹੈਗੀ ਆ, then there is very good chances ਕਿ ਉਹ ਐਪਲੀਕੇਸ਼ਨ ਸਕਸੈਸਫੁਲੀ ਹੋ ਸਕਦੀ ਆ। ਬਾਕੀ ਜ਼ਿਆਦਾ ਜਾਣਕਾਰੀ ਲਈ ਤੁਸੀਂ ਸਾਡੇ ਆਫਿਸ ਨੂੰ ਕੰਟੈਕਟ ਕਰ ਸਕਦੇ ਹੋ ਜੀ। ਸੋ ਇੰਡੀਆ ਬਹੁਤ ਸਾਰੇ ਲੋਕ ਇਹੋ ਜਿਹੇ ਆਪਣਾ ਪ੍ਰੋਗਰਾਮ ਦੇਖ ਰਹੇ ਹੋਣਗੇ ਜਿਹੜੀਆਂ ਲੈਂਗੁਏਜ ਰਿਕੁਆਇਰਮੈਂਟਸ ਉਹ ਪੂਰੀਆਂ ਨਹੀਂ ਕਰ ਸਕਦੇ ਹੋਣਗੇ। ਕੋਈ ਇਹੋ ਜਿਹਾ ਪ੍ਰੋਗਰਾਮ ਹੈਗਾ ਜਿੱਥੇ ਜਿਹੜੇ IELTS ਬੈਂਡ ਦੀ ਜ਼ਿਆਦਾ ਰਿਕੁਆਇਰਮੈਂਟ ਨਾ ਹੋਵੇ? ਆਇਲਸ ਦੀ ਡਿਪੈਂਡ ਕਰਦਾ ਮਨਿੰਦਰ ਜੀ ਤੁਸੀਂ ਕਿਹੜੇ ਕੰਟੈਕਟਸ ਦੇ ਵਿੱਚ ਕਰ ਰਹੇ ਹੋ, ਬਟ ਜੇ ਨੈਨੀ ਵਾਲਾ ਉਹਦੇ ਵਿੱਚ ਉਹਨਾਂ ਨੇ ਕਲੀਅਰਲੀ ਲਿਖਿਆ CLB 5 ਦੀ। ਜੀ ਜੇ ਆਪਾਂ ਗੱਲ ਕਰੀਏ ਫਾਰਮਿੰਗ ਦੇ ਵਿੱਚ ਇਸ ਤਰ੍ਹਾਂ ਮਨਿੰਦਰ ਜੀ ਕਿ ਫਾਰਮਿੰਗ ਦੇ ਵਿੱਚ ਜੇ ਤੁਸੀਂ ਵਰਕ ਪਰਮਿਟ ਤੇ ਆਉਣਾ ਚਾਹੁੰਦੇ ਹੋ ਤੁਹਾਨੂੰ ਆਇਲਸ ਦੀ ਰਿਕੁਆਇਰਮੈਂਟ ਨਹੀਂ ਹੈਗੀ। ਠੀਕ ਹੈ ਜੀ। ਅਪਾਰਟ ਫਰੋਮ ਜਿਹੜੇ ਨਵਾਂ ਐਗਰੀ ਪ੍ਰੋਗਰਾਮ ਆਇਆ, ਜੇ ਤੁਸੀਂ ਆਪਾਂ ਉਹਨੂੰ ਇਗਨੋਰ ਕਰ ਦਈਏ ਤਾਂ ਕੈਨੇਡਾ ਦੇ ਵਿੱਚ ਐਜ਼ ਏ ਫਾਰਮ ਵਰਕਰ ਆ ਕੇ ਤੁਸੀਂ ਪੱਕੇ ਹੋਣ ਦੇ ਤੁਹਾਡੇ ਚਾਂਸ ਬਹੁਤ ਘੱਟ ਨੇ। ਠੀਕ ਹੈ ਜੀ। ਉੱਥੇ ਹੋ ਸਕਦਾ ਤੁਹਾਨੂੰ ਕੋਈ ਮਿਸਗਾਈਡ ਕਰਦਾ ਹੋਵੇ ਕਿ ਤੁਸੀਂ ਫਾਰਮ ਤੇ ਚਲੇ ਜਾਓ ਜੀ, ਤੁਹਾਡੇ ਪੱਕੇ ਹੋਣ ਦੇ ਚਾਂਸ ਨੇ। ਲੈਟ ਮੀ ਟੈਲ ਯੂ ਵੈਰੀ ਓਨੈਸਟਲੀ ਐਂਡ ਸਟ੍ਰੇਟ ਫਾਰਵਰਡ ਕਿ ਵੀ ਜੇ ਤੁਸੀਂ ਐਜ਼ ਏ ਫਾਰਮ ਵਰਕਰ ਆ ਰਹੇ ਹੋ ਇੰਡੀਆ ਤੋਂ ਬਹੁਤ ਜ਼ਿਆਦਾ ਪੈਸੇ ਦੇ ਕੇ, ਯੂ ਨੋ ਵਟ, ਤੁਸੀਂ ਡਬਲ ਸੋਚ ਲਓ, ਕਿਸੇ ਦਾ ਸੈਕੰਡ ਓਪੀਨੀਅਨ ਲੈ ਲਓ। ਦੇਰ ਮਾਈਟ ਬੀ ਅ ਸੈਕੰਡ ਆਪਸ਼ਨ ਫॉर ਯੂ, ਰਾਈਟ? ਤੇ ਬਿਕਾਜ਼ ਇਟਸ ਵੈਰੀ ਕਲੀਅਰ ਕਿ ਵੀ ਐਗਰੀ ਜਿਹੜਾ ਪ੍ਰੋਗਰਾਮ ਹੈਗਾ, ਜੇ ਤੁਸੀਂ ਉਹਦੇ ਵਿੱਚ ਨਹੀਂ ਆਉਂਦੇ, ਉਹਦੇ ਵਿੱਚ ਵੀ ਸਰਟਨ ਕੈਟਾਗਰੀਜ਼ ਨੇ, ਜੇ ਤੁਸੀਂ ਉਹਦੇ ਵਿੱਚ ਨਹੀਂ ਆਉਂਦੇ ਤਾਂ ਤੁਹਾਡੇ PR ਹੋਣ ਦੇ ਬਹੁਤ ਚਾਂਸਸ ਘੱਟ ਨੇ। ਸੋ ਕੋਈ ਵੀ ਸਰੋਤਾ ਪ੍ਰੋਗਰਾਮ ਨੂੰ ਸੁਣ ਰਿਹਾ ਤੇ ਇਹਦੇ ਬਾਰੇ ਇਦਾਂ ਦੀ ਐਪਲੀਕੇਸ਼ਨ ਲਾਉਣ ਬਾਰੇ ਸੋਚ ਰਿਹਾ, ਮੈਂ ਉਹਨੂੰ ਸਟਰੋਂਗਲੀ ਰਿਕਮੈਂਡ ਕਰਦਾ ਕਿ ਪਲੀਜ਼ ਕਿਸੇ ਨੂੰ ਵੀ ICCRC ਮੈਂਬਰ ਨੂੰ, ਪ੍ਰੋਪਰ ਕਿਸੇ ਸਰਟੀਫਾਈਡ ਕੰਸਲਟੈਂਟ ਨੂੰ ਜਾਂ ਸਾਡੇ ਆਫਿਸ ਨੂੰ ਤੁਸੀਂ ਵਿਨਿਪੈਗ ਆਫਿਸ ਜਾਂ ਟੋਰਾਂਟੋ
ਆਫਿਸ ਨੂੰ ਸਾਨੂੰ ਕੰਟੈਕਟ ਕਰ ਲਓ ਐਂਡ ਅਸੀਂ ਤੁਹਾਨੂੰ ਗਾਈਡ ਕਰ ਸਕਦੇ ਹਾਂ। ਜੀ ਬਿਲਕੁਲ, ਮੈਂ ਇਹ ਕੁਐਸਚਨ ਤਾਂ ਰੱਖਿਆ ਬਿਕਾਜ਼ ਬਹੁਤ ਸਾਰੀਆਂ ਮੈਂ ਚੀਜ਼ਾਂ ਸੁਣੀਆਂ ਨੇ ਕਿ ਹਾਂਜੀ ਫਾਰਮਿੰਗ ਦੇ ਉਸ 'ਚ ਪੂਰੀ ਫੈਮਿਲੀ ਦਾ ਵੀਜ਼ਾ ਲੱਗ ਜਾਏਗਾ, ਉਹ ਬਹੁਤ ਸਾਰੀਆਂ ਅਫਵਾਹਾਂ ਜਿਹੜੀਆਂ ਉੱਥੇ ਦੇਖਣ ਨੂੰ ਮਿਲਦੀਆਂ ਨੇ। ਸੋ ਹੁਣ ਵੇਲਾ ਹੋ ਗਿਆ ਛੋਟੀ ਜਿਹੀ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਐਕਸਪਰਟਸ ਫਲੀਟ ਸਰਵਿਸ ਸੈਂਟਰ ਮੈਨੀਟੋਬਾ ਦਾ ਨੰਬਰ 1 ਪਬਲਿਕ ਇੰਸ਼ੋਰੈਂਸ ਸਰਟੀਫਾਈਡ ਇਨਸਪੈਕਸ਼ਨ ਸੈਂਟਰ, ਜਿੱਥੇ ਤੁਹਾਡੇ ਸੈਮੀ ਟਰੱਕ ਤੇ ਟ੍ਰੇਲਰ ਨੂੰ ਮਿਲੇਗੀ ਖਾਸ ਸਰਵਿਸਿਜ਼, ਉਹ ਵੀ ਸਭ ਤੋਂ ਘੱਟ ਸਮੇਂ ਵਿੱਚ, ਤਾਂ ਕਿ ਤੁਸੀਂ ਆਪਣਾ ਜ਼ਿਆਦਾ ਟਾਈਮ ਸੜਕ ਤੇ ਬਿਤਾਓ, ਗੈਰਾਜ ਵਿੱਚ ਨਹੀਂ। ਨਾਲ ਦੇ ਨਾਲ ਤੁਹਾਨੂੰ ਇੱਥੇ ਮਿਲੇਗੀ ਐਸਿਡ ਵਾਸ਼ ਤੇ HACCP ਸਰਟੀਫਾਈਡ ਵਾਸ਼ ਤੁਹਾਡੇ ਟ੍ਰੇਲਰ ਦੀ ਸੈਨੀਟਾਈਜੇਸ਼ਨ ਦੇ ਲਈ। ਵਧੇਰੀ ਜਾਣਕਾਰੀ ਲਈ ਕਾਲ ਕਰੋ 204 499 6363। ਕੀ ਤੁਸੀਂ ਵੀ ਆਪਣੇ ਮਹਿਮਾਨ ਨੂੰ ਕਹਿਣਾ ਚਾਹੁੰਦੇ ਹੋ ਸਾਡੇ ਘਰ ਵਿੱਚ ਤੁਹਾਡਾ ਸਵਾਗਤ ਹੈ, ਲੇਕਿਨ ਖਰੀਦਣ ਜਾਂ ਬਣਵਾਉਣ ਦੀ ਟੈਨਸ਼ਨ ਤੁਹਾਨੂੰ ਰੋਕ ਦਿੰਦੀ ਹੈ? ਜਦ ਗਰਗ ਟੀਮ ਰੀਅਲਟਰਸ ਤੁਹਾਨੂੰ ਬਣਾ ਕੇ ਦੇਗੀ ਤੁਹਾਡੇ ਆਪਣੇ ਘਰ, ਤੇ ਫਿਰ ਬਾਕੀ ਚੀਜ਼ਾਂ ਦਾ ਕੀ ਡਰ? ਗਰਗ ਟੀਮ ਰੀਅਲਟਰਸ ਕੋਲ ਹੈ ਤੁਹਾਡੀ ਹਰ ਪਰੇਸ਼ਾਨੀ ਦਾ ਹੱਲ। ਵਿਨੀਪੈਗ ਤੇ ਮੈਨੀਟੋਬਾ ਵਿੱਚ ਘਰ ਖਰੀਦਣ, ਵੇਚਣ ਜਾਂ ਨਵਾਂ ਘਰ ਬਣਾਉਣ ਲਈ ਗਰਗ ਟੀਮ ਰੀਅਲਟਰਸ ਨੂੰ ਕਾਲ ਕਰੋ। ਇਹ ਗੱਲ ਹੈ ਜੀ 1981 ਦੀ, ਜਦੋਂ ਰੇਡੀਓ ਭਾਜੀ ਤੇ ਟੀਵੀ ਭਾਬੀ ਦਾ ਵਿਆਹ ਹੋਇਆ। ਤੇ ਫਿਰ ਇੱਕ ਉਹ ਦਿਨ ਆਇਆ ਜਦੋਂ ਇਹਨਾਂ ਦੇ ਘਰ ਇੱਕ ਨੰਨੇ ਮੁੰਨੇ ਜਿਹੇ ਟੈਲੀਫੋਨ ਨੇ ਜਨਮ ਲਿਆ। ਤੇ ਇਸ ਪਰਿਵਾਰ ਦਾ ਕਲਾਕਾਰਾਂ ਨਾਲ ਪਿਆਰ ਇਸ ਕਦਰ ਹੈ ਕਿ ਕਲਾਕਾਰਾਂ ਦੀ ਜ਼ਿੰਦਗੀ ਦੀ ਹਰ ਛੋਟੀ ਵੱਡੀ ਗੱਲ ਇਹਨਾਂ ਨੂੰ ਬਖੂਬੀ ਪਤਾ ਹੈ। ਉਹੀ ਸਭ ਰਾਜ਼ ਦੀਆਂ ਗੱਲਾਂ ਜਾਣਨ ਜਾਇਆ ਕਰਾਂਗੇ ਆਪਾਂ ਇਹਨਾਂ ਦੇ ਘਰ। ਇਹ ਖਾਸ ਚੁਗਲੀਆਂ ਵਿਜ਼ਨ ਪੰਜਾਬ ਟੀਵੀ ਤੇ ਤੁਸੀਂ ਆਪੋ ਆਪਣੇ ਘਰੇ ਵੀ ਦੇਖ ਸਕਦੇ ਹੋ। ਹਾਂ, ਇੱਕ ਖੁਸ਼ਖਬਰੀ ਹੋਰ, ਹੁਣ ਉਹ ਨਿੱਕਾ ਜਿਹਾ ਟੈਲੀਫੋਨ ਵੱਡਾ ਹੋ ਚੁੱਕਿਆ ਤੇ ਉਹਦੀ ਡਿਊਟੀ ਲੱਗੀ ਹੈ ਤੁਹਾਡੀ ਮੇਰੇ ਨਾਲ ਗੱਲ ਕਰਾਉਣ 'ਚ। ਹੁਣ ਤੁਸੀਂ ਵੇਖਣਾ ਨਾ ਭੁੱਲਿਓ ਦ ਸਟਾਰਸ ਵਿਦ ਰੋਸ਼ਨ ਪ੍ਰਿੰਸ, ਸਿਰਫ ਵਿਜ਼ਨ ਪੰਜਾਬ ਟੀਵੀ ਤੇ। इंडियन कज़ीन ਦਾ ਸਵਾਦ ਹੁਣ ਕੈਨੇਡਾ 'ਚ? ਜੀ ਹਾਂ, ਇੰਡੀਅਨ ਕਜ਼ੀਨ ਦਾ ਸਵਾਦ ਮਿਲੇਗਾ ਵਿਨੀਪੈਗ ਮੈਨੀਟੋਬਾ ਦੇ ਸਿਰਫ ਤੇ ਸਿਰਫ ਕਲੇ ਓਵਨ ਈਸਟ ਇੰਡੀਅਨ ਰੈਸਟੋਰੈਂਟ ਦੇ ਵਿੱਚ। ਉਹ ਵੀ ਕਿਸੇ ਇੱਕ ਜਗ੍ਹਾ ਨਹੀਂ, ਬਲਕਿ ਕਲੇ ਓਵਨ ਈਸਟ ਇੰਡੀਅਨ ਰੈਸਟੋਰੈਂਟ ਸਰਵਸ ਯੂ ਔਨ 3 ਲੋਕੇਸ਼ਨਸ। For memorable food and exceptional value, you can contact us at, you can also mail us at For the beautiful you, Jao Renu, Hair Salon and Spa. ਜਿੱਥੇ ਮਿਲੇਗਾ ਤੁਹਾਨੂੰ ਲੇਜ਼ਰ ਹੈਅਰ ਰਿਮੂਵਲ ਐਂਡ IPL ਫੋਟੋ ਫੇਸ਼ੀਅਲ, ਜਿਸ ਦੇ ਨਾਲ ਰਿਮੂਵ ਹੋ ਸਕਦੇ ਨੇ ਪਰਮਨੈਂਟ ਸਕਿਨ ਟੈਗਸ ਐਂਡ ਪਿਗਮੈਂਟੇਸ਼ਨ। For more information, contact 204-233-3146. ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ। ਗੱਲਬਾਤ ਕਰ ਰਹੇ ਹਾਂ ਜੀ ਵਰਲਡ ਗੇਟਵੇ ਇਮੀਗ੍ਰੇਸ਼ਨ ਤੋਂ ਜ਼ੋਰਾ ਸਿੰਘ ਕੈਂਚੀ ਨਾਲ। ਅਗਰ ਤੁਹਾਡੇ ਵੀ ਮਨ 'ਚ ਕੋਈ ਸਵਾਲ ਹੈ ਤਾਂ ਤੁਸੀਂ ਸਾਨੂੰ ਕਾਲ ਕਰਕੇ ਪੁੱਛ ਸਕਦੇ ਆ। ਸੋ ਅਗਰ ਹੁਣ ਇਹ ਤਾਂ ਗੱਲ ਹੋ ਰਹੀ ਸੀ ਜਦੋਂ ਇੰਡੀਆ ਤੋਂ ਲੋਕ ਕਿਤੇ ਹੋਰ, ਚਾਹੇ ਫਿਰ ਉਹ ਸਟੂਡੈਂਟ ਵੀਜ਼ਾ ਤੇ ਜਾਂ ਕਿਸੇ ਵੀ ਵੇ ਨਾਲ ਦੂਜੀ ਕੰਟਰੀ ਮੂਵ ਹੋਣਾ ਚਾਹੁੰਦੇ ਆ। ਜੇ ਹੁਣ ਗੱਲ ਕਰੀਏ ਹੋਰ ਕੰਟਰੀਜ਼ ਦੀ, ਕਿਉਂਕਿ ਕੈਨੇਡਾ ਹਰੇਕ ਕੈਨੇਡਾ ਹੀ ਆਉਣਾ ਚਾਹੁੰਦਾ, ਚਾਹੇ ਪਹਿਲਾਂ ਉਹ ਸਟੂਡੈਂਟ ਵੀਜ਼ਾ ਤੇ ਆਸਟ੍ਰੇਲੀਆ ਗਏ ਹੋਣ ਜਾਂ ਫਿਰ ਹੋਰ ਕਿਸੇ ਕੰਟਰੀ ਗਏ ਹੋਣ, ਦੁਬਈ ਗਏ ਹੋਣ ਜਾਂ ਤੇ ਸਿੰਗਾਪੁਰ ਤੋਂ ਬਹੁਤ ਸਾਰੀਆਂ ਇਨਕੁਆਇਰੀ ਆਉਂਦੀਆਂ ਨੇ ਕਿ ਅਗਰ ਅਸੀਂ ਕੈਨੇਡਾ ਉੱਥੋਂ ਆਉਣਾ ਤਾਂ ਉਹਦੇ ਲਈ ਰਿਕੁਆਇਰਮੈਂਟਸ ਡਿਫਰੈਂਟ ਹੈ। ਮਨਿੰਦਰ ਜੀ, ਜਿਹੜੀਆਂ ਰਿਕੁਆਇਰਮੈਂਟਸ ਡਿਫਰੈਂਟ ਦੀ ਗੱਲ ਕਰ ਰਹੇ ਹੋ, ਉਹਦੇ ਵਿੱਚ ਜਿਹੜੀਆਂ ਵੀਜ਼ਾ ਰਿਕੁਆਇਰਡ ਤੇ ਵੀਜ਼ਾ ਐਗਜ਼ੈਂਪਟ ਜਿਹੜੀ ਕੰਟਰੀਜ਼ ਨੇ
ਉਹਨਾਂ ਲਈ ਰੂਲਸ ਡਿਫਰੈਂਟ ਹੈਗੇ ਨੇ ਜੀ ਠੀਕ ਹੈ ਜੀ। ਜਿਹੜੀਆਂ ਵੀਜ਼ਾ ਰਿਕੁਆਇਰਡ ਨੇ, ਜਿੱਦਾਂ ਤੁਸੀਂ ਗੱਲ ਕਰਕੇ ਆਪਾਂ ਇੰਡੀਆ ਪਾਕਿਸਤਾਨ ਦੀ ਗੱਲ ਕਰੀ ਹੈ ਜਾਂ ਸਿੰਗਾਪੁਰ ਦੀ ਗੱਲ ਕਰੀ ਹੈ, ਉਹ ਵੀਜ਼ਾ ਰਿਕੁਆਇਰਡ ਨੇ। ਜਿਹੜੀ ਵੀਜ਼ਾ ਐਗਜ਼ੈਂਪਟ ਕੰਟਰੀਜ਼ ਹੈਗੀਆਂ ਨੇ, ਜਿਵੇਂ ਆਸਟ੍ਰੇਲੀਆ ਹੈਗੀ ਆ, ਨਿਊਜ਼ੀਲੈਂਡ ਹੈਗੀ ਆ, ਇਟਲੀ ਹੈਗੀ ਆ। ਜੇ ਅਗਰ ਤੁਸੀਂ ਉਸ 35 ਕੰਟਰੀਆਂ ਦੀ ਇੱਕ ਲਿਸਟ ਹੈਗੀ ਆ ਜੀ, ਜੇ ਅਗਰ ਉਹ ਤੁਸੀਂ 35 ਕੰਟਰੀਆਂ ਦੇ ਵਿੱਚੋਂ ਬਿਲੋਂਗ ਕਰਦੇ ਹੋ ਤੇ ਤੁਸੀਂ ਉੱਥੋਂ ਦੇ ਸਿਟੀਜ਼ਨ ਹੋ ਉਸ ਕੰਟਰੀ ਦੇ, ਤੇ ਤੁਹਾਡੀ ਜਿਹੜੀ ਏਜ ਆ 18 ਤੋਂ ਲੈ ਕੇ 35 ਦੇ ਵਿਚਕਾਰ ਹੈ, ਤੇ ਤੁਸੀਂ ਜਿਹੜਾ ਬੇਸਿਕ ਆਪਦੇ ਖਰਚੇ ਨੇ ਵਿਚ ਇਜ਼ ਅਰਾਊਂਡ $3000 ਜੇ ਤੁਸੀਂ ਸ਼ੋਅ ਕਰ ਸਕਦੇ ਹੋ ਕੈਨੇਡੀਅਨ, ਤੇ ਤੁਸੀਂ IEC ਇੱਕ ਕੈਟਾਗਰੀ ਆ, ਇੰਟਰਨੈਸ਼ਨਲ ਐਕਸਪੀਰੀਅੰਸ ਕੈਨੇਡਾ, ਜੀ ਉਹਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ। ਤੇ ਉਹਦੇ ਵਿੱਚ ਜਿਹੜਾ ਪਹਿਲਾ ਸਟੈਪ ਹੈ ਜੀ ਉਹ ਕਿ ਤੁਹਾਨੂੰ ਓਪਨ ਵਰਕ ਪਰਮਿਟ ਮਿਲ ਜਾਂਦਾ। ਔਰ ਕਈ ਕੰਟਰੀਜ਼ ਇਦਾਂ ਦੀਆਂ ਨੇ ਜਿਹੜੀਆਂ ਵਰਕਿੰਗ ਹੌਲੀਡੇ ਜਿਹੜਾ ਪ੍ਰੋਗਰਾਮ ਹੈਗਾ ਉਹਦੇ ਵਿੱਚ ਪਾਰਟਿਸਿਪੇਟ ਕਰਦੀਆਂ ਨੇ ਕੰਟਰੀਜ਼, ਤੇ ਉਹਦੇ ਵਿੱਚ ਵੀ ਓਪਨ ਵਰਕ ਪਰਮਿਟ ਮਿਲ ਜਾਂਦਾ। ਸੋ ਉੱਦਾਂ ਦੀਆਂ ਜਿਹੜੀਆਂ ਕੰਟਰੀਜ਼ ਨੇ ਉਹ ਸਾਨੂੰ ਕੰਟੈਕਟ ਕਰ ਲੈਣਾ, ਅਸੀਂ IEC ਕੈਟਾਗਰੀ ਦੇ ਵਿੱਚ ਅਪਲਾਈ ਕਰਕੇ ਉਹਨਾਂ ਨੂੰ ਇੱਕ ਪਾਥ ਦੇ ਸਕਦੇ ਹਾਂ ਕਿ ਵੀ ਤੁਹਾਡੀ ਪਰਮਾਨੈਂਟ ਰੈਜ਼ੀਡੈਂਸੀ, ਐਜ਼ ਲੌਂਗ ਐਜ਼ ਤੁਸੀਂ ਆ ਸਾਰੇ ਫੈਕਟਰਸ ਕਰੋ ਤਾਂ ਤੁਹਾਡੀ ਪਰਮਾਨੈਂਟ ਰੈਜ਼ੀਡੈਂਸੀ ਹੋ ਸਕਦੀ ਹੈ ਜੀ। ਕਾਲ ਲੈ ਲਈਏ ਪ੍ਰੋਗਰਾਮ 'ਚ। ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਹਾਂਜੀ, ਸਤਿ ਸ੍ਰੀ ਅਕਾਲ ਜੀ। ਜੀ ਇਹ ਮੈਂ ਥੋੜੀ ਜਾਣਕਾਰੀ ਲੈਣਾ ਚਾਹੁੰਦਾ ਜਰਾ ਜੀ ਤੋਂ। ਇੱਕ ਨਾ ਮੈਂ ਪਿੱਛੇ ਜੇ ਸੁਣਿਆ ਸੀਗਾ ਵੀ ਜਿਹੜਾ ਹਾਂਗਕਾਂਗ ਸਪੈਸ਼ਲ ਕੈਨੇਡਾ ਨੇ ਹਾਂਗਕਾਂਗ ਤੇ ਵੀ ਜਿਹੜੇ ਕੋਈ ਇਮੀਗ੍ਰੈਂਟ ਆਉਣਾ ਚਾਹੁੰਦੇ ਉਹਨਾਂ ਵਾਸਤੇ ਸਪੈਸ਼ਲ ਕੋਈ ਮਤਲਬ ਕਿ ਰਿਲੈਕਸੇਸ਼ਨ ਸੀਗੀ, ਕੀ ਤੁਸੀਂ ਦੱਸ ਸਕਦੇ ਹੋ ਕਿ ਇਸ ਤਰ੍ਹਾਂ ਦਾ ਹੈ ਕੋਈ ਪ੍ਰੋਵੀਜ਼ਨ ਉਹਨਾਂ ਬਾਰੇ? ਜੀ ਹੁਣ ਘੱਟ ਮੈਂ ਦੱਸ ਸਕਦਾ। ਥੈਂਕ ਯੂ ਜੀ, ਤੁਸੀਂ ਟੀਵੀ ਦੇਖਦੇ ਰਹੋ, ਤੁਹਾਡੇ ਸਵਾਲ ਦਾ ਜਵਾਬ ਜ਼ਰੂਰ ਦੇਣਗੇ। ਧੰਨਵਾਦ ਪ੍ਰੋਗਰਾਮ 'ਚ ਕਾਲ ਕਰਨ ਲਈ। ਥੈਂਕ ਯੂ। ਜੀ, ਇਹਨਾਂ ਨੇ ਹਾਂਗਕਾਂਗ ਬਾਰੇ ਪੁੱਛਿਆ। ਹਾਂਗਕਾਂਗ ਦੇ ਵਿੱਚ ਰੀਸੈਂਟਲੀ ਪ੍ਰੋਵੀਜ਼ਨ ਆਈ ਹੈ ਕਿ ਵੀ ਤੁਸੀਂ ਉੱਥੇ ਅਪਲਾਈ ਕਰ ਸਕਦੇ ਹੋ, ਕੈਨੇਡੀਅਨ ਇਮੀਗ੍ਰੇਸ਼ਨ ਵਾਸਤੇ ਅਪਲਾਈ ਕਰ ਸਕਦੇ ਹੋ। ਦੇਰ ਆਰ ਸਰਟਨ ਰਿਲੈਕਸੇਸ਼ਨਸ ਇਮੀਗ੍ਰੇਸ਼ਨ ਨੇ ਦਿੱਤੀਆਂ ਨੇ, ਬਟ ਦੇਰ ਇਜ਼ ਅ ਕ੍ਰਾਈਟੇਰੀਆ ਦੈਟ ਟੂ ਫੋਲੋ ਠੀਕ ਹੈ ਜੀ। ਜੇ ਸਾਡੇ ਆਫਿਸ ਨੂੰ ਕੰਟੈਕਟ ਕਰ ਲੈਣ, ਐਜ਼ ਲੌਂਗ ਐਜ਼ ਉਹਨਾਂ ਕੋਲੇ ਹਾਂਗਕਾਂਗ ਦਾ ਪਾਸਪੋਰਟ ਹੈਗਾ ਗਾ, ਠੀਕ ਹੈ ਜੀ, ਦੇਰ ਇਜ਼ ਫਿਰ ਅਸੀਂ ਉਹਨਾਂ ਦੀ ਹੈਲਪ ਕਰ ਸਕਦੇ ਹਾਂ। ਬਾਕੀ ਉਹ ਜ਼ਿਆਦਾ ਜਾਣਕਾਰੀ ਲਈ ਸਾਡੇ ਆਫਿਸ ਨੂੰ ਕੰਟੈਕਟ ਕਰ ਲੈਣ। ਜੀ, ਸੋ ਬਿਲਕੁਲ ਅਸੀਂ ਪ੍ਰੋਗਰਾਮ ਦੇ ਆਖਿਰ 'ਚ ਕੰਟੈਕਟ ਨੰਬਰ ਜ਼ਰੂਰ ਦੇਵਾਂਗੇ, ਤੁਸੀਂ ਕਾਲ ਕਰਕੇ ਇਹਨਾਂ ਦੇ ਆਫਿਸ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ। ਸੀ ਜੇ ਹੁਣ ਗੱਲ ਕਰੀਏ, ਬੰਦਾ ਇੱਥੇ ਆ ਗਿਆ, ਸਟੂਡੈਂਟ ਦੀ ਸਪੈਸ਼ਲੀ ਮੈਂ ਗੱਲ ਕਰੂੰਗੀ, ਇੱਥੇ ਆ ਗਿਆ ਕਿਸੇ ਕਾਰਨ, ਸਟੱਡੀ 'ਚ ਗੈਪ ਪੈ ਗਿਆ ਜਾਂ ਫਿਰ ਪੜ੍ਹਾਈ ਅੱਧ ਵਿਚਾਲੇ ਛੱਡਤੀ, ਕਾਲਜ ਚੇਂਜ ਕਰ ਲਿਆ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ, ਤੇ ਉਸ ਤੋਂ ਬਾਅਦ ਵਰਕ ਪਰਮਿਟ 'ਚ ਮੁਸ਼ਕਿਲਾਂ ਬਹੁਤ ਸਾਰੀਆਂ ਆਉਂਦੀਆਂ, ਵਰਕ ਪਰਮਿਟ ਰਿਜੈਕਟ ਹੋ ਗਿਆ, ਮੈਂ ਉਹਦੇ ਬਾਰੇ ਜ਼ਰੂਰ ਜਾਣਕਾਰੀ ਲੈਣਾ ਚਾਹੂੰਗੀ। ਪਹਿਲਾਂ ਇੱਕ ਕਾਲ ਲੈ ਲਈ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਨਾ ਪੁੱਛਣਾ ਸੀਗਾ, ਮੈਂ ਨਾ ਆਪਣੇ ਮਮ ਡੈਡ ਦੀ ਐਕਸਟੈਂਸ਼ਨ ਲਾਈ ਹੋਈ ਹੈ ਜੀ, ਉਹਨਾਂ ਨੂੰ 5 ਮਹੀਨੇ ਹੋ ਗਏ ਐਕਸਟੈਂਸ਼ਨ ਲਾਈ ਨੂੰ, ਆਲਰੇਡੀ ਉਹ ਇਨਸਾਈਡ ਕੈਨੇਡਾ ਆ ਜੀ, ਤੇ ਉਹਦਾ ਪੁੱਛਣਾ ਸੀਗਾ ਜਦੋਂ ਰਿਜ਼ਲਟ ਆਉਂਦਾ ਆ ਤੇ ਉਹ ਕਿੰਨੇ ਕੁ ਟਾਈਮ ਦੀ ਹੋਰ ਐਕਸਟੈਂਸ਼ਨ ਮਿਲ ਸਕਦੀ ਹੈ? ਜੀ ਉਹਦੀ ਇਸ ਤਰ੍ਹਾਂ ਜੀ ਐਕਸਟੈਂਸ਼ਨ ਜਦੋਂ ਨੰਬਰ 1 ਤਾਂ 5 ਮਹੀਨੇ ਥੋੜਾ ਜਿਹਾ ਪ੍ਰੋਸੈਸਿੰਗ ਟਾਈਮ ਕਾਫੀ ਜ਼ਿਆਦਾ ਹੋ ਗਿਆ। ਇਹਨਾਂ ਨੂੰ ਇਨਕੁਆਇਰੀ ਜ਼ਰੂਰ ਪਾ ਲੈਣੀ ਚਾਹੀਦੀ ਹੈ, ਥਰੂ ਵੈਬ ਫਾਰਮ ਪਾ ਲੈਣੀ ਚਾਹੀਦੀ ਹੈ ਜਾਂ ਲੋਕਲ MP ਦੇ ਪਾ ਲੈਣੀ ਚਾਹੀਦੀ ਹੈ। ਬਟ ਉਹਨਾਂ ਦਾ ਕੁਐਸਚਨ ਇਹ ਹੈਗਾ ਕਿ ਵੀ ਕਿੰਨੇ ਚਿਰ ਦੀ ਐਕਸਟੈਂਸ਼ਨ ਮਿਲੂਗੀ। ਐਕਸਟੈਂਸ਼ਨ ਆਮ ਤੌਰ ਤੇ ਜੀ 6 ਮਹੀਨੇ ਦੀ ਮਿਲਦੀ ਹੈਗੀ ਆ, ਤੇ 6 ਮਹੀਨੇ ਉਦੋਂ ਤੋਂ ਕਲੌਕ ਸਟਾਰਟ ਹੁੰਦਾ ਜਦੋਂ ਆਫਿਸਰ ਡਿਸੀਜਨ ਦਿੰਦਾ ਐਪਲੀਕੇਸ਼ਨ ਦੇ ਉੱਪਰ। ਲੈਟਸ ਸੇ ਉਹ ਜਨਵਰੀ ਦੇ ਵਿੱਚ ਡਿਸੀਜਨ ਆਉਂਦਾ, ਸੋ ਜਨਵਰੀ ਤੋਂ ਆਮ ਤੌਰ ਤੇ ਜਿਹੜੇ 6 ਮਹੀਨੇ ਉਹਨਾਂ ਨੂੰ ਮਿਲ ਜਾਣਗੇ ਜੁਲਾਈ ਤੱਕ ਦੇ, ਅਨਲੈਸ ਐਂਡ ਅੰਟਿਲ ਇਹਨਾਂ ਨੇ ਕੋਈ ਡਿਫਰੈਂਟ ਰਿਕੁਐਸਟ ਨਾ ਪਾਈ ਹੋਵੇ। ਬਟ ਅਗੇਨ ਜਿੱਦਾਂ ਇਹਨਾਂ ਨੇ ਕਿਹਾ ਕਿ 5 ਮਹੀਨੇ ਦਾ ਪ੍ਰੋਸੈਸਿੰਗ ਹੋ ਗਈ ਹੈ, ਪਰ 5 ਮਹੀਨੇ ਕੁਝ ਜ਼ਿਆਦਾ ਟਾਈਮ ਹੋ ਗਿਆ ਤਾਂ ਇਹਨਾਂ ਨੂੰ ਜ਼ਰੂਰ ਇਨਕੁਆਇਰੀ ਕਰ ਲੈਣੀ ਚਾਹੀਦੀ ਹੈ। ਪਰ ਇਹਨਾਂ ਦੇ ਜਿਹੜੇ ਕੁਐਸਚਨ ਦਾ ਆਨਸਰ ਹੈ ਉਹ ਕਿ 6 ਮਹੀਨੇ ਦੀ ਆਮ ਤੌਰ ਤੇ ਜਿਹੜੀ ਐਕਸਟੈਂਸ਼ਨ ਮਿਲਦੀ ਹੈ। ਜੀ, ਥੈਂਕ ਯੂ ਸੋ ਮਚ ਸਰ ਪ੍ਰੋਗਰਾਮ 'ਚ ਕਾਲ ਕਰਨ ਲਈ। ਸੋ ਹੁਣ ਗੱਲ ਆਪਾਂ ਕਰ ਰਹੇ ਸੀ ਵਰਕ ਪਰਮਿਟ ਜਿਹੜੇ ਰਿਜੈਕਟ ਹੁੰਦੇ ਆ, ਉਹਦੇ ਕੀ ਕਾਰਨ ਰਹਿੰਦੇ ਆ ਤੇ ਉਸ ਚੀਜ਼ ਚੋਂ ਕਿੱਦਾਂ ਨਿਕਲਿਆ ਜਾ ਸਕਦਾ? ਮਨਿੰਦਰ ਜੀ, ਸਪੈਸ਼ਲੀ ਨਾਊਅਡੇਜ਼, ਸਪੈਸ਼ਲੀ ਇਹ ਦਸੰਬਰ ਦੇ ਵਿੱਚ ਜਿਹੜੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੀਆਂ ਰਿਫਿਊਜ਼ਲਸ ਬਹੁਤ ਆਈਆਂ ਨੇ, ਠੀਕ ਹੈ ਜੀ। ਸਾਡੇ ਕੋਲੇ ਐਵਰੀ ਸਿੰਗਲ ਡੇ ਸਾਡੇ ਟੋਰਾਂਟੋ ਤੇ ਵਿਨਿਪੈਗ ਆਫਿਸ ਦੇ ਵਿੱਚ ਕਲੋਜ਼ ਟੂ 7-8 ਇਨਕੁਆਇਰੀਜ਼ ਹੁੰਦੀਆਂ ਨੇ ਜਿਨ੍ਹਾਂ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਰਿਫਿਊਜ਼ ਹੋਇਆ। ਉਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਡਿਫਿਕਲਟੀ ਬੱਚਿਆਂ ਨੂੰ ਸਮਝ ਨਹੀਂ ਆਉਂਦੀ, ਜਾਂ ਕਿਤੇ ਨਾ ਕਿਤੇ ਉਹ ਇਮੀਗ੍ਰੇਸ਼ਨ ਨੇ ਪ੍ਰੋਪਰ ਕਲੀਅਰ ਨਹੀਂ ਕੀਤੀ ਹੋਈ, ਜਾਂ ਬੱਚੇ ਕਿਤੇ ਨਾ ਕਿਤੇ ਉਹ ਇਨਫੋਰਮੇਸ਼ਨ ਨਹੀਂ ਲੈ ਸਕੇ। ਉਹ ਇਹ ਹੈ ਜੀ ਕਿ ਵੀ ਤੁਸੀਂ 20 ਆਵਰਸ ਤੁਸੀਂ ਕੰਮ ਕਰ ਸਕਦੇ ਹੋ ਜੀ ਡਿਊਰਿੰਗ ਜਦੋਂ ਤੁਸੀਂ ਸਟੂਡੈਂਟ ਹੁੰਦੇ ਹੋ, ਇਨਰੋਲ ਹੁੰਦੇ ਹੋ। ਪਰ ਜਦੋਂ ਤੁਹਾਡੇ ਕੋਲੇ ਅਫੀਸ਼ੀਅਲ ਬ੍ਰੇਕ ਹੈਗਾ, ਅਫੀਸ਼ੀਅਲ ਬ੍ਰੇਕ ਮੀਨਸ ਕਾਲਜ ਨੇ ਪ੍ਰੋਪਰ ਅਫੀਸ਼ੀਅਲ ਬ੍ਰੇਕ ਦਿੱਤਾ, ਦੈਨ ਇਟਸ ਗੁੱਡ। ਪਰ ਜੇ ਤੁਸੀਂ ਅਫੀਸ਼ੀਅਲ ਬ੍ਰੇਕ ਤੋਂ ਬਿਨਾਂ ਆਪ ਬ੍ਰੇਕ ਲੈਂਦੇ ਹੋ, ਰਾਈਟ, ਤੁਸੀਂ 5 ਮਹੀਨੇ ਸਕੂਲ ਨਹੀਂ ਗਏ, 6 ਮਹੀਨੇ ਸਕੂਲ ਨਹੀਂ ਗਏ, ਤਾਂ ਫਿਰ ਦੇਰ ਇਜ਼ ਅ ਪੋਟੈਂਸ਼ੀਅਲ ਕਿ ਤੁਹਾਨੂੰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੇ ਵਿੱਚ ਡਿਫਿਕਲਟੀ ਆਵੇ, ਬਿਕਾਜ਼ ਇਮੀਗ੍ਰੇਸ਼ਨ ਕਲੀਅਰਲੀ ਮੈਂਸ਼ਨ ਕਰ ਰਹੀ ਹੈ ਕਿ ਵੀ ਤੁਹਾਡੀ ਜਿਹੜੀ ਸਟੱਡੀ ਆ ਉਹ ਐਕਟਿਵ ਹੋਣੀ ਚਾਹੀਦੀ ਹੈ। ਯੂ ਮਸਟ ਬੀ ਫੁੱਲੀ ਇਨਰੋਲਡ ਐਂਡ ਯੂ ਮਸਟ ਬੀ ਐਕਟਿਵ ਇਨ ਯੂਰ ਸਟੱਡੀਜ਼, ਰਾਈਟ। ਜੇ ਕਿਤੇ ਕਿਸੇ ਵੀ ਕਾਰਨ ਕਰਕੇ ਉੱਥੇ ਉਹਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਆ, ਅਨਲੈਸ ਐਂਡ ਅੰਟਿਲ ਤੁਹਾਡੇ ਕੋਲ ਕੋਈ ਜਸਟੀਫਿਕੇਸ਼ਨ ਹੋਵੇ, ਦੈਨ ਦੈਟਸ ਫਾਈਨ ਵਿਦ ਆਲ ਦ ਐਵੀਡੈਂਸ। ਅਗਰ ਤੁਹਾਡੇ ਕੋਲ ਉਹਦੀ ਕੋਈ ਜਸਟੀਫਿਕੇਸ਼ਨ ਨਹੀਂ ਹੈਗੀ,
ਤਾਂ ਕਈ ਚਾਂਸ ਹੁੰਦੇ ਨੇ ਕਿ ਤੁਹਾਨੂੰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਰਿਫਿਊਜ਼ ਹੋ ਜਾਏ। ਜੀ। ਇਸੇ ਵਿੱਚ ਹੀ ਮਨਿੰਦਰ ਜੀ ਮੈਂ ਇੱਕ ਗੱਲ ਹੋਰ ਐਡ ਕਰਨੀ ਚਾਹੁੰਦਾ, ਉਹਦੇ ਵਿੱਚ ਇਹ ਹੈ ਕਿ ਵੀ ਕਈ ਸਟੂਡੈਂਟਸ ਇਦਾਂ ਦੇ ਹੁੰਦੇ ਨੇ ਕਿ ਵੀ ਉਹਨਾਂ ਨੇ ਡਿਊਰਿੰਗ ਸਟੱਡੀਜ਼ ਉਹਨਾਂ ਦੀ ਫੈਮਿਲੀ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਮਿਸ ਹੈਪਨਿੰਗ ਹੋ ਜਾਂਦੀ ਆ, ਜਾਂ ਜਿਹੜਾ ਉਹਨਾਂ ਦੀ ਟਿਊਸ਼ਨ ਫੀਸ ਨੂੰ ਪੇ ਕਰ ਰਿਹਾ ਸੀ ਉਸ ਬੰਦੇ ਦੀ ਜੌਬ ਚਲੀ ਜਾਂਦੀ ਹੈ, ਜਾਂ ਉਹਦੇ ਵਿੱਚ ਬਿਜ਼ਨਸ ਦਾ ਵਿੱਚ ਕੋਈ ਘਾਟਾ ਪੈ ਜਾਂਦਾ, ਜਾਂ ਕਿਸੇ ਰੱਬ ਨਾ ਕਰੇ ਕਿਸੇ ਕਾਰਨ ਕਰਕੇ ਕਿਸੇ ਦੀ ਡੈਥ ਹੋ ਜਾਂਦੀ ਹੈ ਫੈਮਿਲੀ ਦੇ ਵਿੱਚ, ਐਜ਼ ਲੌਂਗ ਐਜ਼ ਉਹ ਬ੍ਰੈਡ ਵਾਟਰ ਬਿਨਰ ਸੀਗਾ, ਤਾਂ ਤੁਸੀਂ ਇਮੀਗ੍ਰੇਸ਼ਨ ਕੋਲੋਂ ਐਕਸੈਪਸ਼ਨ ਮੰਗ ਸਕਦੇ ਹੋ ਕਿ ਮੇਰੇ ਐਕਸੈਪਸ਼ਨਲ ਸਰਕਮਸਟੈਂਸਸ ਕਰਕੇ ਉਸ ਸਟੂਡੈਂਟ ਦੇ ਐਕਸੈਪਸ਼ਨਲ ਸਰਕਮਸਟੈਂਸਸ ਕਰਕੇ ਉਹ ਵਰਕ ਪਰਮਿਟ ਅਪਲਾਈ ਕਰ ਸਕਦਾ ਅੰਡਰ ਸੈਕਸ਼ਨ 200 ਆਫ ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਐਕਟ, ਬਟ ਉਹ ਐਕਸੈਪਸ਼ਨਲ ਕੇਸ ਨੇ, ਰਾਈਟ, ਨਾਟ ਐਵਰੀਬਾਡੀ ਕੈਨ ਅਪਲਾਈ, ਬਟ ਜੇ ਕਿਸੇ ਦੀ ਇਦਾਂ ਦੀ ਕੋਈ ਪ੍ਰੋਬਲਮ ਹੈ ਸਟੱਡੀ ਚੱਲਦੇ ਹੋਏ ਡੂਰਿੰਗ ਦ ਸਟੱਡੀਜ਼, ਰਾਈਟ, ਹੁਣ ਫਿਰ ਉਹ ਸਟੱਡੀ ਕਰਨ ਦੀ ਬਜਾਏ ਉਹ ਆਪਾਂ ਅਸੀਂ ਵਰਕ ਪਰਮਿਟ ਅਪਲਾਈ ਕਰ ਸਕਦੇ ਹਾਂ, ਐਜ਼ ਲੌਂਗ ਐਜ਼ ਅਸੀਂ ਆਫਿਸਰ ਨੂੰ ਕਨਵਿੰਸ ਕਰੀਏ ਵਿਦ ਆਲ ਦ ਐਵੀਡੈਂਸ, then there is a good chances ਕਿ ਉਸ particular student ਨੂੰ open work permit ਮਿਲ ਜਾਂਦਾ ਹੈ। ਬਟ ਅਗੇਨ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੀਆਂ ਜਿਹੜੀਆਂ ਰਿਕੁਆਇਰਮੈਂਟਸ ਨੇ ਇਸ ਵੈਰੀ ਕਲੀਅਰ ਕਿ ਵੀ ਜਦੋਂ ਤੁਸੀਂ ਸਟੱਡੀ ਕਰ ਲਈ ਉਦੋਂ 20 ਆਵਰਸ ਕੰਮ ਕਰ ਸਕਦੇ ਹੋ। ਜਦੋਂ ਤੁਸੀਂ ਬੱਚੇ ਨੂੰ ਸਪੈਸ਼ਲੀ ਮਨਿੰਦਰ ਜੀ ਦਿੱਕਤ ਇੱਥੇ ਆਉਂਦੀ ਹੈ ਜਦੋਂ ਬੱਚੇ ਸਟੱਡੀ ਖਤਮ ਕਰ ਲੈਂਦੇ ਨੇ ਪਰ ਕਾਲਜ ਤੋਂ ਹਜੇ ਕੰਪਲੀਸ਼ਨ ਲੈਟਰ ਨਹੀਂ ਮਿਲਿਆ ਹੁੰਦਾ, ਠੀਕ ਹੈ ਜੀ, ਤੇ ਉਹ ਬੱਚੇ ਸਮਝਦੇ ਨੇ ਕਿ ਲਓ ਜੀ ਮੈਂ ਸਟੱਡੀ ਕਰ ਲਈ ਆ ਤੇ ਮੈਂ ਫੁੱਲ ਟਾਈਮ ਕੰਮ ਕਰ ਸਕਦਾ, ਵਿਚ ਇਜ਼ ਨਾਟ ਰਾਈਟ, ਵਿਚ ਇਜ਼ ਨਾਟ ਟਰੂ ਇਨਫੋਰਮੇਸ਼ਨ। ਟਰੂ ਇਨਫੋਰਮੇਸ਼ਨ ਇਹ ਹੈ ਵੀ ਜਦੋਂ ਤੱਕ ਤੁਸੀਂ ਕਾਲਜ ਦੇ ਵਿੱਚੋਂ ਤੁਹਾਨੂੰ ਕੰਪਲੀਸ਼ਨ ਲੈਟਰ ਨਹੀਂ ਮਿਲਿਆ ਉਦੋਂ ਤੱਕ ਤੁਸੀਂ ਸਟੂਡੈਂਟ ਹੀ ਹੋ ਐਂਡ ਯੂ ਕੈਨ ਓਨਲੀ ਵਰਕ 20 ਆਵਰਸ। ਜੀ ਬਿਲਕੁਲ, ਇਹ ਬਹੁਤ ਛੋਟੀਆਂ ਚੀਜ਼ਾਂ ਨੇ ਜਿਹੜੀਆਂ ਪਰ ਬਹੁਤ ਜ਼ਰੂਰੀ ਹੈ, ਧਿਆਨ 'ਚ ਰੱਖਣੀਆਂ ਬਹੁਤ ਜ਼ਰੂਰੀ ਹੈ। ਸੋ ਇੱਕ ਦੂਜੀ ਮੈਂ ਤੁਹਾਡੇ ਨਾਲ ਕੇਸ ਡਿਸਕਸ ਕਰਨਾ ਚਾਹੂੰਗੀ। ਸਪੋਜ਼ ਇੱਕ ਜਿਵੇਂ 1 ਸਾਲ ਦਾ ਡਿਪਲੋਮਾ ਹੁੰਦਾ ਹੈ ਤੇ 2 ਸਾਲ ਦੀ ਸਟੱਡੀ ਕਰਨੀ ਜ਼ਰੂਰੀ ਹੁੰਦੀ ਹੈ। ਸਪੋਜ਼ ਕਿਸੇ ਬੱਚੇ ਦੀ ਸਟੱਡੀ ਖਤਮ ਹੋ ਰਹੀ ਹੈ ਮਈ 'ਚ, ਤੇ ਮਈ 'ਚ ਜਿਹੜਾ ਉਹਦਾ ਰਿਲੇਟਡ ਜਿਹੜਾ ਕੋਰਸ ਹੈ ਉਹ ਉਹਨੂੰ ਮਿਲ ਹੀ ਨਹੀਂ ਰਿਹਾ ਉਸ ਕਾਲਜ ਤੋਂ, ਅਗਰ ਫਿਰ ਉਹ 4 ਮਹੀਨੇ ਦਾ ਗੈਪ ਪਾ ਕੇ ਸੈਪਟੈਂਬਰ ਸਟੱਡੀ ਸ਼ੁਰੂ ਕਰ ਰਿਹਾ ਤਾਂ ਜਿਹੜਾ ਉਹ 4 ਮਹੀਨੇ ਦਾ ਗੈਪ ਹੈ ਉਹਨੂੰ ਜਸਟੀਫਾਈ ਕੀਤਾ ਜਾ ਸਕਦਾ? 4 ਮਹੀਨੇ ਦਾ ਦੇਖੋ ਜੀ ਮਨਿੰਦਰ ਜੀ, ਐਜ਼ ਲੌਂਗ ਐਜ਼ 5 ਮਹੀਨੇ ਦਾ ਗੈਪ ਹੈਗਾ, 150 ਦਿਨ ਇਮੀਗ੍ਰੇਸ਼ਨ ਕਹਿੰਦੀ ਹੈ, ਅਗਰ 150 ਦਿਨ ਦੇ ਵਿੱਚ ਉਹ ਆਉਂਦਾ ਦੈਟਸ ਫਾਈਨ, ਬਟ ਕਿਸੇ ਕੇਸਿਸ ਦੇ ਵਿੱਚ ਮੈਂ ਰੀਸੈਂਟਲੀ ਹੁਣ ਅਸੀਂ ਕੋਈ ਐਪਲੀਕੇਸ਼ਨ ਨੂੰ ਇਮੀਗ੍ਰੇਸ਼ਨ ਕੋਲ ਰੀਕਨਸੀਡਰੇਸ਼ਨ ਲਈ ਭੇਜ ਰਹੇ ਹਾਂ, ਉਹਦੇ ਵਿੱਚ ਮੈਡੀਕਲ ਰੀਜ਼ਨ ਸੀ, ਉਹ ਪਰਟੀਕੁਲਰ ਸਟੂਡੈਂਟ ਬਿਮਾਰ ਹੋ ਗਿਆ ਸੀ, ਈਵਨ ਕਾਲਜ ਦੇ ਦੌਰਾਨ ਹੀ ਉਹਨਾਂ ਨੂੰ ਐਮਰਜੈਂਸੀ ਕਾਲ ਕਰਨੀ ਪਈ, ਉਹਨੂੰ ਹਸਪੀਟਲਾਈਜ਼ ਹੋਣਾ ਪਿਆ। ਸੋ ਇਹੋ ਜਿਹੇ ਅਗਰ ਕੋਈ ਰੀਜ਼ਨਸ ਹੈਗੇ ਨੇ ਤਾਂ ਤੁਹਾਡੇ ਕੋਲ ਮੈਡੀਕਲ ਜਿਹੜੇ ਰੈਕਡ ਨੇ ਉਹਨੂੰ ਸਪੋਰਟ ਕਰਦੇ ਨੇ, then there is still very good chances because end of the day ਜਿਹੜੇ ਆਫੀਸਰਸ ਨੇ they are not the machines, you know, end of the day they are a human being and they do understand ਕਿ ਵੀ ਪੜ੍ਹਦੇ ਜਾਂ ਲਾਈਫ ਦੇ ਵਿੱਚ ਕੁਝ ਕਰਦੇ ਕਿਤੇ ਨਾ ਕਿਤੇ ਕੋਈ ਨਾ ਕੋਈ ਦਿੱਕਤ ਆ ਸਕਦੀ ਆ, ਬਟ ਯੂ ਨੋ ਇਮੀਗ੍ਰੇਸ਼ਨ ਕੁਝ ਤੁਹਾਨੂੰ ਅਨਲੈਸ ਐਂਡ ਅੰਟਿਲ ਤੁਸੀਂ ਉਹ ਚੀਜ਼ ਨੂੰ ਪੁੱਟ ਫਾਰਵਰਡ ਨਹੀਂ ਕਰਦੇ, ਤੁਸੀਂ ਆਪਣੀ ਐਕਸਪਲੇਨੇਸ਼ਨ ਨਹੀਂ ਦਿੰਦੇ, ਤਾਂ ਇਮੀਗ੍ਰੇਸ਼ਨ ਕੋਲੇ ਕੋਈ ਇਦਾਂ ਦਾ ਟੂਲ ਨਹੀਂ ਹੈਗਾ ਕਿ ਉਹਨੂੰ ਅੰਡਰਸਟੈਂਡ ਕਰ ਲੈਣ ਕਿ ਜੇ ਤੁਹਾਨੂੰ ਤੁਹਾਡੀ ਸਟੱਡੀ ਦੇ ਵਿੱਚ ਗੈਪ ਆਇਆਗਾ ਇਸ ਕਾਰਨ ਕਰਕੇ ਆਇਆ, ਅਨਲੈਸ ਐਂਡ ਅੰਟਿਲ ਤੁਸੀਂ ਕੋਈ ਐਕਸਪਲੇਨੇਸ਼ਨ ਨਹੀਂ ਦਿੰਦੇ। ਜੀ, ਤੇ ਦੂਜਾ ਗੱਲ ਜਿਹੜੇ ਵਿਜ਼ਿਟਰ ਵੀਜ਼ਾ ਤੇ ਇੱਥੇ ਆਲਰੇਡੀ ਕੈਨੇਡਾ 'ਚ ਹੈਗੇ ਆ ਤੇ ਉਹ ਕਿੰਨਾ ਕੁ ਈਜ਼ੀਲੀ ਜਿਹੜਾ ਆਪਣਾ ਵਿਜ਼ਿਟਰ ਵੀਜ਼ਾ ਵਰਕ ਪਰਮਿਟ 'ਚ ਕਨਵਰਟ ਕਰ ਸਕਦੇ ਆ? ਪਿੱਛੇ ਜੇ ਬਹੁਤ ਸਾਰੀਆਂ ਐਪਲੀਕੇਸ਼ਨ ਸਰਕਾਰ ਨੇ ਲਈਆਂ ਤੇ ਬਹੁਤ ਸਾਰੇ ਲੋਕਾਂ ਨੇ ਉਸ ਚੀਜ਼ ਤੇ ਸਵਾਲ ਵੀ ਚੁੱਕਿਆ ਗਿਆ ਕਿ ਜਿਹੜੇ ਬੱਚੇ ਇੱਥੇ ਫੀ ਪੇ ਕਰ ਰਹੇ ਆ ਉਹਨਾਂ ਨੂੰ ਜ਼ਿਆਦਾ ਮੌਕਾ ਦਿੱਤਾ ਜਾਵੇ। ਉਹਦੇ ਲਈ ਮੈਂ ਜ਼ਰੂਰ ਜਾਣਨਾ ਚਾਹੂੰਗੀ ਕੀ ਰਿਕੁਆਇਰਮੈਂਟਸ ਹੈ? ਦੇਖੋ ਮਨਿੰਦਰ ਜੀ, ਵਿਜ਼ਿਟਰ ਵੀਜ਼ਾ ਟੂ ਵਰਕ ਪਰਮਿਟ ਕਨਵਰਟ ਕੀਤਾ ਜਾ ਸਕਦਾ, ਬਟ ਉਹਦੇ ਲਈ ਜੈਨੂਨ ਇੱਕ ਜੌਬ ਆਫਰ ਹੋਣੀ ਚਾਹੀਦੀ ਹੈ, ਠੀਕ ਹੈ ਜੀ, ਜੈਨੂਨ ਜੌਬ ਆਫਰ ਹੋਣੀ ਚਾਹੀਦੀ ਹੈ, ਤੇ ਜਿਹੜਾ ਉਹ ਪਰਟੀਕੂਲਰ ਇੰਡੀਵਿਜੂਅਲ ਹੈਗਾ ਜਿਹੜਾ ਵਿਜ਼ਿਟਰ ਵੀਜ਼ੇ ਤੇ ਇੱਥੇ ਆਇਆ ਹੋਇਆ ਉਹਦੀ ਕੋਲੇ ਜੋ ਉਹਦੀ ਐਜੂਕੇਸ਼ਨ ਹੈਗੀ ਆ ਜਾਂ ਉਹਦੀ ਪਾਸ ਦੇ ਵਿੱਚ ਜੋ ਵਰਕ ਹਿਸਟਰੀ ਹੈਗੀ ਆ, ਅਗਰ ਉਹਦੇ ਰਿਲੇਟਡ ਉਹਨੂੰ ਜੌਬ ਆਫਰ ਮਿਲਦੀ ਹੈਗੀ ਆ ਤਾਂ ਉਹ ਅਗੇਨ ਬਾਰਡਰ ਤੇ ਵੀ ਅਪਲਾਈ ਕਰ ਸਕਦਾ, ਬਟ ਅਸੀਂ ਸਟਰੋਂਗਲੀ ਰਿਕਮੈਂਡ ਕਰਦੇ ਹਾਂ ਕਿ ਨਾ ਜਾਓ, ਤੁਸੀਂ ਆਨਲਾਈਨ ਐਪਲੀਕੇਸ਼ਨ ਲਗਾਓ, ਕਿਉਂਕਿ ਰੀਸੈਂਟਲੀ ਇਮੀਗ੍ਰੇਸ਼ਨ ਨੇ ਇਹ ਕਲੌਜ਼ ਰਿਮੂਵ ਕੀਤੀ ਹੈ ਕਿ ਪਹਿਲਾਂ ਵਿਜ਼ਿਟਰ ਸੀ ਉਹ ਵਿਦਨ ਕੈਨੇਡਾ ਤੋਂ ਨਹੀਂ ਅਪਲਾਈ ਕਰ ਸਕਦੇ ਸੀ, ਬਟ ਹੁਣ ਅਪਲਾਈ ਕਰ ਸਕਦੇ ਨੇ ਆਨਲਾਈਨ ਐਪਲੀਕੇਸ਼ਨ ਕਰਦੇ। ਜਦੋਂ ਤੁਸੀਂ ਆਨਲਾਈਨ ਐਪਲੀਕੇਸ਼ਨ ਕਰਦੇ ਹੋ ਦੇਰ ਆਰ ਮੈਨੀ ਫੈਕਟਰਸ ਜਿਹੜੇ ਤੁਸੀਂ ਉਹਦੇ ਵਿੱਚ ਇਨਕਲੂਡ ਕਰਦੇ ਨੇ, ਬਟ ਜਦੋਂ ਤੁਸੀਂ ਕਿਤੇ ਬਾਰਡਰ ਤੇ ਜਾਂਦੇ ਹੋ ਉੱਥੇ ਡਿਪੈਂਡ ਕਰਦਾ ਵੀ ਤੁਹਾਡੇ ਨਾਲ ਕਿੱਦਾਂ ਦਾ ਅੱਗੇ ਆਫੀਸਰ ਮਿਲਦਾ। ਕਈ ਵਾਰ ਕੀ ਹੁੰਦਾ ਕਿ ਬਈ ਆਪਣੇ ਲੋਕ ਘਬਰਾ ਜਾਂਦੇ ਨੇ, ਲੈਂਗੁਏਜ ਬੈਰੀਅਰ ਹੁੰਦਾ ਜਾਂ ਕਿਸੇ ਹੋਰ ਕਾਰਨ ਕਰਕੇ, ਸੋ ਆਈ ਰਿਕਮੈਂਡ ਕਿ ਵੀ ਤੁਸੀਂ ਆਨਲਾਈਨ ਅਪਲਾਈ ਕਰੋ। ਅਗੇਨ ਤੁਸੀਂ ਜਿਹੜੀ ਵੀ LMIA ਲੈ ਰਹੇ ਹੋ, ਅਗਰ LMIA ਦੇ ਥਰੂ ਜਾ ਰਹੇ ਹੋ ਤਾਂ ਮੇਕ ਸ਼ੋਰ ਕਰੋ ਕਿ ਜਿਹੜੀ LMIA ਦੇ ਰਿਕੁਆਇਰਮੈਂਟਸ ਹੈਗੀਆਂ ਨੇ, ਜੇ ਉੱਥੇ ਹਾਈ ਸਕੂਲ ਲਿਖਿਆ ਤਾਂ ਤੁਹਾਡੇ ਕੋਲ ਹਾਈ ਸਕੂਲ ਹੈਗੀ ਹੈ, ਜੇ ਉੱਥੇ 2 ਸਾਲ ਦਾ ਉਹਨਾਂ ਨੇ ਲਿਖਿਆ ਹੋਇਆ ਤਾਂ ਤੁਹਾਨੂੰ ਵਰਕ ਐਕਸਪੀਰੀਅੰਸ ਚਾਹੀਦਾ ਕਿ ਤੁਹਾਡੇ ਕੋਲ ਵਰਕ ਐਕਸਪੀਰੀਅੰਸ ਹੈਗਾ। ਜੇ ਤੁਹਾਡੇ ਕੋਲ 2 ਸਾਲ ਦਾ ਵਰਕ ਐਕਸਪੀਰੀਅੰਸ ਨਹੀਂ ਹੈਗਾ ਜਾਂ ਤੁਹਾਡੇ ਕੋਲ ਹਾਈ ਸਕੂਲ ਨਹੀਂ ਹੈਗੀ ਐਂਡ ਤੁਸੀਂ ਬਾਰਡਰ ਤੇ ਜਾ ਰਹੇ ਹੋ, ਵਰਕ ਪਰਮਿਟ ਲੈਣ ਜਾ ਰਹੇ ਹੋ, ਇਹਨੂੰ ਬੇਸਿਕਲੀ ਤੁਸੀਂ ਆਪਣੇ ਆਪ ਨੂੰ ਟਰਬਲ 'ਚ ਪਾ ਰਹੇ ਹੋ, ਠੀਕ ਹੈ ਜੀ। ਸੋ ਜਸਟ ਮੇਕ ਸ਼ੋਰ ਕਰੋ ਵੀ ਜਿਹੜੀਆਂ ਉਹਦੀਆਂ ਰਿਕੁਆਇਰਮੈਂਟ ਨੇ ਕੀ ਤੁਸੀਂ ਉਹਦੀ ਫੁੱਲਫਿਲ ਕਰ ਰਹੇ ਹੋ, ਜੇ ਕੋਈ ਇੰਗਲਿਸ਼ ਦੀ ਰਿਕੁਆਇਰਮੈਂਟ ਹੈ ਕੀ ਉਹ ਫੁੱਲਫਿਲ ਕਰ ਰਹੇ ਹੋ। ਅਗਰ ਉਹ ਸਾਰੀਆਂ ਚੀਜ਼ਾਂ ਇਨ ਲਾਈਨ ਹੈਗੀਆਂ ਨੇ ਦੇਰ ਇਜ਼ ਵੈਰੀ ਗੁੱਡ ਚਾਂਸਿਸ। ਐਂਡ LMIA ਤੋਂ ਬਿਨਾਂ ਮਨਿੰਦਰ ਜੀ LMA ਐਗਜ਼ੈਂਪਟ ਕੈਟਾਗਰੀਜ਼ ਵੀ ਹੁੰਦੀਆਂ ਨੇ ਜਿਹਦੇ ਵਿੱਚ ਕਈ ਪ੍ਰੋਵਿੰਸ
ਇੰਡਸਟਰੀ ਦੇ ਜਿਵੇਂ ਟਰੱਕਿੰਗ ਇੰਡਸਟਰੀ ਦੇ ਨਾਲ ਜਾਂ ਕਿਸੇ ਹੋਰ ਇੰਡਸਟਰੀਆਂ ਦੇ ਨਾਲ ਕੋਲੈਬੋਰੇਸ਼ਨ ਕਰਕੇ ਉਸ ਪਾਰਟਿਕੂਲਰ ਪਰਸਨ ਨੂੰ ਨੋਮੀਨੇਸ਼ਨ ਦੇ ਦਿੰਦਾ ਤੇ ਨੋਮੀਨੇਸ਼ਨ ਦੇ ਬੇਸ ਤੇ ਇੱਕ ਵਰਕ ਪਰਮਿਟ ਸਪੋਰਟ ਲੈਟਰ ਇਸ਼ੂ ਹੁੰਦਾ। ਵਰਕ ਪਰਮਿਟ ਸਪੋਰਟ ਲੈਟਰ ਦੇ ਬੇਸਿਸ ਦੇ ਉੱਪਰ ਜਿਹੜਾ ਵਰਕ ਪਰਮਿਟ ਆ ਇਸ਼ੂ ਹੋ ਜਾਂਦਾ। ਉਸ ਕੇਸ ਦੇ ਵਿੱਚ LMIA ਦੀ ਜ਼ਰੂਰਤ ਵੀ ਨਹੀਂ ਪੈਂਦੀ ਜੀ। ਸੋ ਜੇ ਹੁਣ ਗੱਲ ਕਰੀਏ ਆਪਾਂ ਜੇ ਗੱਲ ਕੀਤੀ ਜਾਵੇ ਕਿ ਜਿਹੜੇ ਬੱਚੇ ਇੱਥੇ ਹੈਗੇ ਆ ਉਹਨਾਂ ਨੇ ਆਪਣਾ ਵਿਜ਼ਿਟਰ ਵੀਜ਼ਾ ਮਾਫ ਕਰਨਾ, ਜਦੋਂ ਵਿਜ਼ਿਟਰ ਵੀਜ਼ਾ ਤੇ ਇੱਥੇ ਲੋਕ ਆਉਂਦੇ ਆ ਤਾਂ ਇੱਕ ਹੋਰ ਇੰਡੀਆ 'ਚ ਮੈਨੂੰ ਨਹੀਂ ਪਤਾ ਇਸ ਚੀਜ਼ 'ਚ ਕਿੰਨੀ ਕੁ ਸੱਚਾਈ ਹੈ, ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗੀ ਕਿ ਉਹ ਕਹਿੰਦੇ ਆ ਕਿ ਅਗਰ MP ਜਾਂ MLA ਦੀ ਜਿਹੜੀ ਚਿੱਠੀ ਇੱਕ ਲੈਟਰ ਨਾਲ ਲਗਾ ਦਿੱਤਾ ਜਾਵੇ ਤਾਂ ਜਿਹੜੇ ਵੀਜ਼ਾ ਚਾਂਸਿਸ ਆ ਉਹ ਵੱਧ ਜਾਂਦੇ ਆ। ਮਨਿੰਦਰ ਜੀ, ਜਿਹੜਾ ਮੈਂਬਰ ਆਫ ਪਾਰਲੀਮੈਂਟ ਨੇ, ਬਿਕਾਜ਼ ਕੈਨੇਡਾ ਇਜ਼ ਦ ਲੈਂਡ ਆਫ ਦ ਲਾਅ ਦੇ ਮੁਤਾਬਕ ਹੀ ਚੱਲਣਾ ਸਾਰਾ ਕੁਝ ਆਪਣਾ। ਮਤਲਬ ਆਪਾਂ ਇੰਡੀਆ ਦੀ ਗੱਲ ਕਰ ਲਈਏ ਕਿ ਵੀ ਆਪਣੀ ਭਾਰਤੀ ਜਨਤਾ ਪਾਰਟੀ ਨਾਲ ਆ ਜਾਂ ਕਿਸੇ ਹੋਰ ਨਾਲ ਆ ਉਹ ਪ੍ਰੈਸ਼ਰ ਪੈ ਜਾਊਗਾ, ਉਹ ਚੀਜ਼ਾਂ ਇੱਥੇ ਨਹੀਂ ਹੈਗੀਆਂ। ਠੀਕ ਹੈ ਜੀ, ਇੱਥੇ ਲਾਅ ਹੈਗਾ। ਮੈਂਬਰ ਆਫ ਪਾਰਲੀਮੈਂਟ ਇੱਕ ਸਿਰਫ ਰਿਕਮੈਂਡੇਸ਼ਨ ਚਿੱਠੀ ਦੇ ਸਕਦਾ। ਮੈਂਬਰ ਆਫ ਪਾਰਲੀਮੈਂਟ ਇੱਕ ਤੁਹਾਡਾ ਕੇਸ ਨੂੰ ਪ੍ਰੈਜ਼ੈਂਟ ਕਰ ਸਕਦਾ ਕਿ ਇਹ ਰੀਜ਼ਨਸ ਨੇ, ਤੁਹਾਨੂੰ ਕੰਸੀਡਰ ਕਰਨੇ ਚਾਹੀਦੇ ਨੇ। ਬਟ ਅਗੇਨ ਕੋਈ ਉਹਦਾ ਪਰਸਨਲ ਇਨਫਲੂਐਂਸ ਹੁੰਦਾ ਨਹੀਂ ਹੁੰਦਾ। ਬਟ ਜੇ ਇੱਕ ਮੈਂਬਰ ਆਫ ਪਾਰਲੀਮੈਂਟ ਇੱਕ ਚੁਣਿਆ ਹੋਇਆ ਨੁਮਾਇੰਦਾ ਤੁਹਾਨੂੰ ਕਿਤੇ ਨਾ ਕਿਤੇ ਤੁਹਾਨੂੰ ਰਿਕਮੈਂਡੇਸ਼ਨ ਦਿੰਦਾ, ਉਹਦਾ ਕਿਤੇ ਨਾ ਕਿਤੇ ਬੈਨੀਫਿਟ ਜ਼ਰੂਰ ਹੁੰਦਾ, ਬਟ ਉਹਦਾ ਕੋਈ ਪੋਲੀਟੀਕਲੀ ਕੋਈ ਇਨਫਲੂਐਂਸ ਕਰਕੇ ਨਹੀਂ ਹੁੰਦਾ। ਇਟਸ ਜਸਟ ਕਿ ਵੀ ਉਹ ਤੁਹਾਡਾ ਜਿਹੜਾ ਕੇਸ ਹੈ ਇੱਕ ਪ੍ਰੈਜ਼ੈਂਟ ਕਰਦਾ ਹੈ। ਜੀ ਜੀ। ਸੋ ਇੱਕ ਕਾਲ ਲਈ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਹੈਲੋ, ਸਤਿ ਸ਼੍ਰੀ ਅਕਾਲ ਜੀ ਜੀ। ਮੈਂ ਚਾਹੁੰਦੀ ਹਾਂ ਕਿ ਤੁਸੀਂ ਸਾਡੇ ਪੰਜਾਬ ਦੇ ਕਿਸਾਨਾਂ ਲਈ ਅਵੇਅਰਨੈਸ ਸਪਰੈਡ ਕਰੋ। ਜੀ ਬਿਲਕੁਲ ਮੈਮ ਜੀ। ਜਿੰਦਾਬਾਦ ਜੀ। ਸਾਡੀ ਥੈਂਕ ਯੂ ਸੋ ਮਚ ਆਪਣੇ ਵਿਚਾਰ ਰੱਖਣ ਲਈ। ਸੋ ਮੈਂ ਦੱਸਣਾ ਚਾਹੂੰਗੀ ਦਰਸ਼ਕਾਂ ਨੂੰ ਕਿ ਲਗਾਤਾਰ ਜਿਹੜੀ ਸਾਡੀ ਇੰਡੀਆ ਦੀ ਟੀਮ ਹੈ ਉਹ ਦਿੱਲੀ ਬਾਰਡਰ ਤੋਂ ਪਲ ਪਲ ਦੀਆਂ ਜਿਹੜੀਆਂ ਖਬਰਾਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੀ ਹੈ। ਸਾਡੇ ਸਟੂਡੀਓ 'ਚ ਵੀ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਉਸ ਮੁੱਦੇ ਨੂੰ ਲੈ ਕੇ ਆਈਏ ਅੱਗੇ। ਜੀ ਜੀ ਮਨਿੰਦਰ ਜੀ, ਬਹੁਤ ਸੋਹਣੀ ਗੱਲ ਕਰੀ ਇਹਨਾਂ ਨੇ ਕਿਸਾਨਾਂ ਦੀ, ਕਿਉਂਕਿ ਜੇ ਕਿਸਾਨ ਨਹੀਂ ਹੈਗੇ ਤਾਂ ਫੂਡ ਨਹੀਂ ਹੈਗਾ। ਜੀ ਬਿਲਕੁਲ। ਤੇ ਸਾਰੀ ਤਰ੍ਹਾਂ ਦੀ ਸਪੋਰਟ ਅਵੇਲੇਬਲ ਆ ਜੀ। ਸਾਡੀ ਵਿਨਿਪੈਗ ਕਮਿਊਨਿਟੀ ਤੇ ਪੰਜਾਬੀ ਕਮਿਊਨਿਟੀ ਤੇ ਬੜਾ ਮਾਣ ਆ ਕਿ ਚਾਹੇ ਸਾਡੇ ਅਸੀਂ ਚਾਹੇ ਰੋਡ ਸ਼ੋਅ ਕੀਤਾ ਜਾਂ ਇੱਥੇ ਸਾਡੇ ਪ੍ਰਾਈਮ ਮਿਨਿਸਟਰ ਨੇ ਸਟੇਟਮੈਂਟ ਦਿੱਤੀ ਆ, UK ਤੋਂ ਸਟੇਟਮੈਂਟਸ ਆ ਰਹੀਆਂ ਨੇ ਮੈਂਬਰ ਆਫ ਪਾਰਲੀਮੈਂਟ ਦੀਆਂ, UN ਤੱਕ ਗੱਲ ਪਹੁੰਚੀ ਗਈ ਆ। ਸੋ ਪੰਜਾਬੀ ਜਿਹੜੇ ਕਿਸਾਨ ਨੇ ਜੋ ਉਹ ਰੀੜ੍ਹ ਦੀ ਹੱਡੀ ਨੇ, ਚਾਹੇ ਇਕੱਲੇ ਪੰਜਾਬ ਦੀ ਨਹੀਂ ਗੱਲ ਕਰੀਏ, ਆਪਾਂ ਪੂਰੇ ਇੰਡੀਆ ਦੀ ਗੱਲ ਕਰ ਲਈਏ। ਆਪਸੀ ਵੀ ਉਸ ਫੈਮਲੀਆਂ ਦੇ ਵਿੱਚੋਂ ਆਉਂਦੇ ਆ ਤੇ ਅਸੀਂ ਪੂਰੀ ਉਮੀਦ ਰੱਖਦੇ ਹਾਂ, ਵਾਹਿਗੁਰੂ ਕੋਲ ਅਰਦਾਸ ਕਰਦੇ ਹਾਂ ਵੀ ਕਿਸਾਨਾਂ ਦਾ ਜਿਹੜਾ ਸੰਘਰਸ਼ ਆ ਉਹ ਛੇਤੀ ਨਿਬੇੜੇ ਚੜ ਜਾਵੇ। ਉਹ ਜਿਹੜੇ ਕਾਲੇ ਕਾਨੂੰਨ ਨੇ ਉਹ ਮੋਦੀ ਸਰਕਾਰ ਉਹਨੂੰ ਵਾਪਸ ਲੈ ਲਵੇ ਤੇ ਤਾਂ ਕਿ ਜਿਹੜੀ ਆਪਣਾ ਪੰਜਾਬ ਇੱਕ ਨਾਰਮਲ ਲਾਈਫ ਹੋ ਜਾਵੇ। ਜਿਹੜੇ ਹੋਰ ਸਾਰੇ ਅਦਾਰੇ ਆ ਉਹ ਕਿਸਾਨੀ ਜਿਹੜੀ ਨੀਂਹ ਹੈ ਉਹਦੇ ਤੇ ਹੀ ਟਿਕੇ ਹੋਏ ਆ। ਬਿਲਕੁਲ। ਸੋ ਪ੍ਰੋਗਰਾਮ 'ਚ ਵੇਲਾ ਹੋ ਗਿਆ ਛੋਟੀ ਜਿਹੀ ਬ੍ਰੇਕ ਦਾ। ਤੁਸੀਂ ਦੇਖਦੇ ਰਹੋ ਵਿਜ਼ਨ ਪੰਜਾਬ TV। ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਐਕਸਪਰਟਸ ਫਲੀਟ ਸਰਵਿਸ ਸੈਂਟਰ ਮੈਨੀਟੋਬਾ ਦਾ ਨੰਬਰ 1 ਪਬਲਿਕ ਇੰਸ਼ੋਰੈਂਸ ਸਰਟੀਫਾਈਡ ਇਨਸਪੈਕਸ਼ਨ ਸੈਂਟਰ, ਜਿੱਥੇ ਤੁਹਾਡੇ ਸੈਮੀ ਟਰੱਕ ਤੇ ਟ੍ਰੇਲਰ ਨੂੰ ਮਿਲੇਗੀ ਖਾਸ ਸਰਵਿਸਿਜ਼, ਉਹ ਵੀ ਸਭ ਤੋਂ ਘੱਟ ਸਮੇਂ ਵਿੱਚ, ਤਾਂ ਕਿ ਤੁਸੀਂ ਆਪਣਾ ਜ਼ਿਆਦਾ ਟਾਈਮ ਸੜਕ ਤੇ ਬਿਤਾਓ, ਗੈਰਾਜ ਵਿੱਚ ਨਹੀਂ। ਨਾਲ ਦੇ ਨਾਲ ਤੁਹਾਨੂੰ ਇੱਥੇ ਮਿਲੇਗੀ ਐਸਿਡ ਵਾਸ਼ ਤੇ HACCP ਸਰਟੀਫਾਈਡ ਵਾਸ਼ ਤੁਹਾਡੇ ਟ੍ਰੇਲਰ ਦੀ ਸੈਨੀਟਾਈਜੇਸ਼ਨ ਦੇ ਲਈ। ਵਧੇਰੀ ਜਾਣਕਾਰੀ ਲਈ ਕਾਲ ਕਰੋ 204 499 6363। ਕੀ ਤੁਸੀਂ ਵੀ ਆਪਣੇ ਮਹਿਮਾਨ ਨੂੰ ਕਹਿਣਾ ਚਾਹੁੰਦੇ ਹੋ ਸਾਡੇ ਘਰ ਵਿੱਚ ਤੁਹਾਡਾ ਸਵਾਗਤ ਹੈ, ਲੇਕਿਨ ਖਰੀਦਣ ਜਾਂ ਬਣਵਾਉਣ ਦੀ ਟੈਨਸ਼ਨ ਤੁਹਾਨੂੰ ਰੋਕ ਦਿੰਦੀ ਹੈ? ਜਦ ਗਰਗ ਟੀਮ ਰੀਅਲਟਰਸ ਤੁਹਾਨੂੰ ਬਣਾ ਕੇ ਦੇਗੀ ਤੁਹਾਡੇ ਆਪਣੇ ਘਰ, ਤੇ ਫਿਰ ਬਾਕੀ ਚੀਜ਼ਾਂ ਦਾ ਕੀ ਡਰ? ਗਰਗ ਟੀਮ ਰੀਅਲਟਰਸ ਕੋਲ ਹੈ ਤੁਹਾਡੀ ਹਰ ਪਰੇਸ਼ਾਨੀ ਦਾ ਹੱਲ। ਵਿਨੀਪੈਗ ਤੇ ਮੈਨੀਟੋਬਾ ਵਿੱਚ ਘਰ ਖਰੀਦਣ, ਵੇਚਣ ਜਾਂ ਨਵਾਂ ਘਰ ਬਣਾਉਣ ਲਈ ਗਰਗ ਟੀਮ ਰੀਅਲਟਰਸ ਨੂੰ ਕਾਲ ਕਰੋ। ਇਹ ਗੱਲ ਹੈ ਜੀ 1981 ਦੀ, ਜਦੋਂ ਰੇਡੀਓ ਭਾਜੀ ਤੇ TV ਭਾਬੀ ਦਾ ਵਿਆਹ ਹੋਇਆ। ਤੇ ਫਿਰ ਇੱਕ ਉਹ ਦਿਨ ਆਇਆ ਜਦੋਂ ਇਹਨਾਂ ਦੇ ਘਰ ਇੱਕ ਨੰਨੇ ਮੁੰਨੇ ਜਿਹੇ ਟੈਲੀਫੋਨ ਨੇ ਜਨਮ ਲਿਆ। ਤੇ ਇਸ ਪਰਿਵਾਰ ਦਾ ਕਲਾਕਾਰਾਂ ਨਾਲ ਪਿਆਰ ਇਸ ਕਦਰ ਹੈ ਕਿ ਕਲਾਕਾਰਾਂ ਦੀ ਜ਼ਿੰਦਗੀ ਦੀ ਹਰ ਛੋਟੀ ਵੱਡੀ ਗੱਲ ਇਹਨਾਂ ਨੂੰ ਬਖੂਬੀ ਪਤਾ ਹੈ। ਉਹੀ ਸਭ ਰਾਜ਼ ਦੀਆਂ ਗੱਲਾਂ ਜਾਣਨ ਜਾਇਆ ਕਰਾਂਗੇ ਆਪਾਂ ਜਿਨ੍ਹਾਂ ਦੇ ਘਰ। ਤੇ ਇਹ ਖਾਸ ਚੁਗਲੀਆਂ ਵਿਜ਼ਨ ਪੰਜਾਬ TV ਤੇ ਤੁਸੀਂ ਆਪੋ ਆਪਣੇ ਘਰੇ ਵੀ ਦੇਖ ਸਕਦੇ ਹੋ। ਹਾਂ,
ਇੱਕ ਖੁਸ਼ਖਬਰੀ ਹੋਰ, ਹੁਣ ਉਹ ਨਿੱਕਾ ਜਿਹਾ ਟੈਲੀਫੋਨ ਨਾ ਵੱਡਾ ਹੋ ਚੁੱਕਿਆ ਤੇ ਉਹਦੀ ਡਿਊਟੀ ਲੱਗੀ ਹੈ ਤੁਹਾਡੀ ਮੇਰੇ ਨਾਲ ਗੱਲ ਕਰਾਉਣ 'ਚ। ਹੁਣ ਤੁਸੀਂ ਵੇਖਣਾ ਨਾ ਭੁੱਲਿਓ ਦ ਸਟਾਰਸ ਵਿਦ ਰੋਸ਼ਨ ਪ੍ਰਿੰਸ, ਸਿਰਫ ਵਿਜ਼ਨ ਪੰਜਾਬ ਟੀਵੀ ਤੇ। ਕਿਸਾਨ ਅਤੇ ਕਿਸਾਨੀ ਨਾਲ ਜੁੜੀ ਹਰ ਇੱਕ ਬਾਤ, ਕਿਵੇਂ ਕਰੀਏ ਕਿਸਾਨੀ ਨੂੰ ਕਾਮਯਾਬ। ਘੱਟ ਖਰਚ ਤੇ ਵੱਧ ਮੁਨਾਫਾ ਕੀ ਹੈ ਰਾਜ। ਜ਼ਹਿਰ ਅਤੇ ਚਿੰਤਾ ਮੁਕਤ ਖੇਤੀ ਦੀ ਕੀ ਹੈ ਜੁਗਤ। ਧਰਤੀ ਦੇ ਪੁੱਤਾਂ ਦੇ ਕੀ ਨੇ ਤਜਰਬੇ। ਪਾਵਾਂਗੇ ਸਾਂਝ ਅੰਨਦਾਤਾ ਦੇ ਨਾਲ ਪ੍ਰੋਗਰਾਮ ਅੰਨਦਾਤਾ ਵਿੱਚ। ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ 'ਚ ਅੱਜ ਸਾਡਾ ਸਾਥ ਦੇ ਰਹੇ ਹਾਂ ਵਰਲਡ ਗੇਟਵੇ ਇਮੀਗ੍ਰੇਸ਼ਨ ਤੋਂ ਜ਼ੋਰਾ ਸਿੰਘ ਕੈਂਚੀ। ਸੋ ਜੇ ਹੁਣ ਗੱਲ ਕੀਤੀ ਜਾਵੇ ਕਿ ਆਪਾਂ ਮੈਨੀਟੋਬਾ ਦੀ ਗੱਲ ਕਰ ਲਈਏ, PNP ਦੀ ਗੱਲ ਕਰ ਲਈਏ, ਬਹੁਤ ਸਾਰੇ ਬੱਚੇ ਜਦੋਂ ਕੋਵਿਡ ਦਾ ਦੌਰ ਸ਼ੁਰੂ ਹੋਇਆ ਕਿ ਬਹੁਤ ਸਾਰਿਆਂ ਦੀਆਂ ਜੌਬਸ ਚਲੀਆਂ ਗਈਆਂ, ਬਹੁਤ ਸਾਰੇ ਬਿਜ਼ਨਸ ਜਿਹੜੇ ਸ਼ਟ ਡਾਊਨ ਹੋਏ ਹੈ, ਉਸ ਤੋਂ ਬਾਅਦ ਇੱਕ ਜਿਹੜਾ ਹੋੜ ਲੱਗੀ ਬੱਚਿਆਂ 'ਚ ਕਿ BC ਦੀ ਗੱਲ ਕਰ ਲਈਏ, ਓਨਟਾਰੀਓ ਦੀ ਗੱਲ ਕਰ ਲਈਏ, ਬਹੁਤ ਸਾਰੇ ਬੱਚੇ ਹਜ਼ਾਰਾਂ ਦੀ ਗਿਣਤੀ 'ਚ ਮੂਵ ਹੋ ਕੇ ਮੈਨੀਟੋਬਾ ਆਏ ਹੈ ਕਿ PR ਸੌਖੀ ਹੋ ਜਾਂਦੀ ਹੈ, PNP ਜਿਹੜਾ ਰਿਕੁਆਇਰਮੈਂਟਸ ਥੋੜ੍ਹੀਆਂ ਸੌਖੀਆਂ ਤੇ ਇੱਕ ਉਸ ਤੋਂ ਬਾਅਦ ਕੁਐਸਚਨ ਹੁੰਦਾ ਬੱਚਿਆਂ ਦੇ ਮਨ 'ਚ ਕਿ ਰੂਲਸ ਹੈ ਜਿਹੜੇ ਉਹ ਚੇਂਜ ਹੋ ਗਏ ਹੈ। ਕੀ ਉਹਦੇ ਲਈ ਮੈਂ ਜ਼ਰੂਰ ਜਾਣਨਾ ਚਾਹੂੰਗੀ ਕਿ ਉਹਦੇ ਤੇ ਜ਼ਰੂਰ ਤੁਸੀਂ ਚਾਨਣਾ ਪਾਓ। ਜੀ ਮਨਿੰਦਰ ਜੀ, ਜਿਹੜੇ ਬੱਚੇ ਨੇ ਨੋ ਡਾਊਟ ਅੰਟਾਰੀਓ ਤੋਂ ਤੇ BC ਤੋਂ ਜਾਂ ਕਿਸੇ ਹੋਰ ਪ੍ਰੋਵਿੰਸ ਤੋਂ ਬਹੁਤ ਜ਼ਿਆਦਾ ਮੂਵ ਹੋਏ ਨੇ ਜੀ। ਓਬਵੀਅਸਲੀ ਉਸ ਹੋਪ ਦੇ ਨਾਲ ਕਿ ਵੀ ਮੈਨੀਟੋਬਾ ਦੇ ਵਿੱਚ ਨੋਮੀਨੇਸ਼ਨ ਹੋ ਜਾਵੇ, ਨੋਮੀਨੇਸ਼ਨ ਤੋਂ ਬਾਅਦ ਉਹ ਆਪਣਾ ਜਿਹੜਾ PR ਦਾ ਜਿਹੜਾ ਉਹਨਾਂ ਦਾ ਡ੍ਰੀਮ ਆ ਉਹ ਪੂਰਾ ਹੋ ਜਾਵੇ ਜੀ। ਬਟ ਬੱਚਿਆਂ ਨੂੰ ਮੈਂ ਇਹ ਦੱਸਣਾ ਚਾਹੁੰਦਾ ਜੀ ਗੱਲ ਕਿ ਵੀ ਜਦੋਂ ਤੁਸੀਂ ਮੈਨੀਟੋਬਾ ਤੋਂ ਬਾਹਰੋਂ ਗ੍ਰੈਜੂਏਟ ਹੁੰਦੇ ਹੋ, ਠੀਕ ਹੈ ਜੀ, ਦੇयर इज नो ਲਾਅ ਫॉर ਯੂ ਕਿ ਵੀ ਤੁਸੀਂ 6 ਮਹੀਨਿਆਂ ਬਾਅਦ ਅਪਲਾਈ ਕਰ ਸਕਦੇ ਹੋ। ਤੁਹਾਨੂੰ 1 ਸਾਲ ਕੰਮ ਕਰਨਾ ਹੀ ਪੈਣਾ, ਠੀਕ ਹੈ ਜੀ। 6 ਮਹੀਨੇ ਕੰਮ ਕੀਤਾ ਜਾ ਸਕਦਾ ਜੇ ਤੁਹਾਡੇ ਸਪਾਊਸ ਨੇ ਜਿਹੜੇ ਸਪਾਊਸ ਓਪਨ ਵਰਕ ਹੋਣ ਤੇ ਆਏ ਨੇ, ਉਹ ਸਿਰਫ 6 ਮਹੀਨੇ ਕੰਮ ਕਰਕੇ ਅਪਲਾਈ ਕਰ ਸਕਦੇ ਨੇ ਕਿਉਂਕਿ ਉਸ ਪਰਸਨ ਨੇ ਕਦੇ ਕੈਨੇਡਾ ਦੇ ਵਿੱਚ ਸਟੱਡੀ ਨਹੀਂ ਕੀਤੀ ਹੁੰਦੀ, ਠੀਕ ਹੈ ਜੀ। ਜੇ ਤੁਸੀਂ ਖੁਦ ਅਪਲਾਈ ਕਰ ਰਹੇ ਹੋ, ਜਿਵੇਂ ਤੁਸੀਂ ਅੰਟਾਰੀਓ ਤੋਂ ਗ੍ਰੈਜੂਏਟ ਹੋ, ਲੈਟਸ ਸੇ ਫਲੈਮਿੰਗ ਕਾਲਜ ਤੋਂ ਤੁਸੀਂ ਗ੍ਰੈਜੂਏਟ ਹੋ, 2 ਇਅਰਸ ਕੋ ਪ੍ਰੋਗਰਾਮ ਕੀਤਾ ਸੀ ਤੇ ਤੁਸੀਂ ਆਪਣੇ ਸਪਾਊਸ ਦੇ ਨਾਲ ਮੂਵ ਹੋ ਗਏ, ਤੁਹਾਡਾ ਸਪਾਊਸ +2 ਕੀਤੀ ਹੋਈ ਔਰ 5 ਬੈਂਡ ਲੈਣ ਦੀ ਸਮਰੱਥਾ ਰੱਖਦਾ, ਤੇ ਉਹ ਜੇ ਤਾਂ ਤੁਹਾਡੇ ਸਪਾਊਸ ਅਪਲਾਈ ਕਰਨਗੇ ਉਹ 6 ਮਹੀਨਿਆਂ ਬਾਅਦ ਅਪਲਾਈ ਕਰ ਸਕਦੇ ਨੇ। ਪਰ ਜੇ ਤੁਸੀਂ ਖੁਦ ਅਪਲਾਈ ਕਰ ਰਹੇ ਹੋ ਤਾਂ ਤੁਹਾਨੂੰ 1 ਸਾਲ ਕੰਮ ਕਰਕੇ ਅਪਲਾਈ ਕਰਨਾ ਪੈਣਾ। ਜਿਹੜੀ 1 ਸਾਲ ਦੀ ਡੈਫੀਨੇਸ਼ਨ ਹੈ ਮੈਨੀਟੋਬਾ ਪ੍ਰੋਵਿੰਸ਼ੀਅਲ ਨੋਮਨੀ ਦੇ ਵਿੱਚ, ਉਹਦਾ ਮਤਲਬ 12 ਮਹੀਨੇ ਹੈਗਾ। ਉਹਦਾ ਮਤਲਬ ਕੁਝ ਘੰਟੇ ਨਹੀਂ ਹੈਗਾ ਜਿੱਦਾਂ ਐਕਸਪ੍ਰੈਸ ਐਂਟਰੀ ਦੇ ਵਿੱਚ ਘੰਟਿਆਂ ਦੀ ਰਿਕੁਆਇਰਮੈਂਟ ਹੈਗੀ ਆ। ਤੇ ਮੈਨੀਟੋਬਾ PNP ਜਿਹੜੀ ਫੁੱਲ ਟਾਈਮ ਦੀ ਡੈਫੀਨੇਸ਼ਨ ਦਿੰਦੀ ਹੈ ਉਹ 30 ਆਵਰਸ ਪਰ ਵੀਕ ਨੂੰ ਦਿੰਦੀ ਹੈ ਕਿ ਤੁਸੀਂ 30 ਘੰਟੇ ਕੰਮ ਕਰਨਾ ਹੈਗਾ ਤੇ ਉਸ ਤੋਂ ਬਾਅਦ ਤੁਸੀਂ ਅਪਲਾਈ ਕਰ ਸਕਦੇ ਹੋ, ਠੀਕ ਹੈ ਜੀ। ਹੁਣ ਜਿਹੜੇ ਰੂਲਸ ਦੀ ਗੱਲ ਕਰ ਰਹੇ ਹੋ ਮਨਿੰਦਰ ਜੀ, ਉਹ ਇਹ ਹੈਗਾ ਕਿ ਵੀ ਮੈਨੀਟੋਬਾ PNP ਨੇ ਆਪਣੀ ਇਨ ਡਿਮਾਂਡ ਲਿਸਟ ਵੈਬਸਾਈਟ ਤੇ ਪਾਈ ਹੋਈ ਹੈ ਜਿਹੜੀ ਕਿ immigrantmanitoba.com ਤੇ ਜਾ ਕੇ ਦੇਖੀ ਜਾ ਸਕਦੀ ਹੈ। ਹੁਣ ਬੱਚਿਆਂ ਨੂੰ ਆਮ ਤੌਰ ਤੇ ਪਹਿਲਾ ਡਾਊਟ ਇਹ ਹੀ ਹੁੰਦਾ ਕਿ ਵੀ ਜੀ ਮੈਂ ਡਿਮਾਂਡ ਲਿਸਟ ਦੇ ਵਿੱਚ ਕੰਮ ਕਰਾਂ ਜਾਂ ਡਿਮਾਂਡ ਲਿਸਟ ਤੋਂ ਬਾਹਰ ਕਰਾਂ। ਇਹ ਡਿਮਾਂਡ ਲਿਸਟ ਤਾਂ 3-4 ਸਾਲਾਂ ਤੋਂ ਇੱਥੇ ਪਈ ਆ, ਉਦੋਂ ਤਾਂ ਲਾਗੂ ਨਹੀਂ ਹੋਈ, ਹੁਣ ਕਿਉਂ ਲਾਗੂ ਹੋਊਗੀ? ਇੱਦਾਂ ਦੇ ਸਵਾਲ ਸਾਨੂੰ ਅਕਸਰ ਪੁੱਛੇ ਜਾਂਦੇ। ਮੇਰਾ ਉਹਨਾਂ ਨੂੰ ਸਟ੍ਰੇਟ ਫਾਰਵਰਡ ਇਹੀ ਆਨਸਰ ਹੁੰਦਾ ਜੀ ਕਿ ਵੀ ਜਦੋਂ ਤੁਸੀਂ ਇੰਡੀਆ ਤੋਂ ਆਏ ਹੋ, ਇੰਡੀਆ ਤੋਂ ਆ ਕੇ ਅੰਟਾਰੀਓ ਦੇ ਵਿੱਚ ਸਟੱਡੀ ਕਰੀ ਆ, BC 'ਚ ਸਟੱਡੀ ਕਰਕੇ ਮੈਨੀਟੋਬਾ ਆਏ ਹੋ, ਅਲਟੀਮੇਟਲੀ ਗੋਲ ਇਹ ਆ PR ਲਈ ਜਾਵੇ, ਤੇ ਅਗਰ ਉੱਥੇ ਥੋੜ੍ਹਾ ਜਿਹਾ ਵੀ ਰਿਸਕ ਹੈਗਾ ਤਾਂ ਵਾਈ ਨਾਟ ਆਪਾਂ ਰਿਸਕ ਕਿਉਂ ਲੈਂਦੇ ਆ? ਤੁਹਾਨੂੰ ਰਿਸਕ ਨਹੀਂ ਲੈਣਾ ਚਾਹੀਦਾ, ਪਹਿਲੀ ਗੱਲ ਜੀ, ਠੀਕ ਹੈ ਜੀ। ਦੂਸਰੀ ਗੱਲ, ਕੋਰੋਨਾ ਵਾਇਰਸ ਕਰਕੇ, ਕੋਵਿਡ ਕਰਕੇ, ਜਦੋਂ ਤੁਸੀਂ ਦੱਸ ਕੇ ਹਟੇ ਹੋ ਕਿ ਬਿਜ਼ਨਸ ਸ਼ਟ ਡਾਊਨ ਹੋ ਗਏ ਨੇ, ਸਟੂਡੈਂਟ ਸਪੈਸ਼ਲੀ ਬਹੁਤ ਬੈਡਲੀ ਹਿੱਟ ਹੋਏ ਨੇ ਕਿਉਂਕਿ ਜਿੱਥੇ ਉਹਨਾਂ ਦੀਆਂ ਜੌਬਸ ਚੱਲਦੀਆਂ ਪਈਆਂ ਸੀਆਂ, ਕੰਪਨੀ ਬੰਦ ਹੋ ਗਈ ਜਾਂ ਲੇਡ ਆਫ ਹੋ ਗਏ। ਇਹ ਲੇਡ ਆਫ ਹੋਣ ਕਰਕੇ ਤੇ ਕੋਵਿਡ ਕਰਕੇ ਜਿਨ੍ਹਾਂ ਦੀ ਇੰਪਲਾਇਮੈਂਟ ਚਲੀ ਗਈ, ਚਾਹੇ ਉਹ ਬੱਚਾ ਮੈਨੀਟੋਬਾ ਤੋਂ ਗ੍ਰੈਜੂਏਟ ਸੀ ਜਾਂ ਬਾਹਰੋਂ ਗ੍ਰੈਜੂਏਟ ਸੀ, ਮੈਨੀਟੋਬਾ PNP ਉਹਨੂੰ ਕੰਸੀਡਰੇਸ਼ਨ ਦੇ ਰਹੀ ਹੈ। ਉਹਨਾਂ ਨੇ ਵੈਬਸਾਈਟ ਤੇ ਕਲੀਅਰਲੀ ਪਾਇਆ ਹੋਇਆ ਕਿ ਜੇ ਤੁਸੀਂ 6 ਮਹੀਨੇ ਕੰਮ ਕਰਕੇ ਤੁਹਾਡੀ ਲੇਡ ਆਫ ਹੋ ਗਏ, ਐਜ਼ ਲੌਂਗ ਐਜ਼ ਰੀਜ਼ਨ ਇਜ਼ ਕੋਵਿਡ, ਤੁਸੀਂ ਅੱਗੇ ਦੂਸਰੇ ਇੰਪਲਾਇਰ ਕੋਲੇ 6 ਮਹੀਨੇ ਕੰਮ ਕਰਕੇ ਅਪਲਾਈ ਕਰ ਸਕਦੇ ਹੋ। ਯੂਜ਼ ਟੂ ਇਹ ਹੁੰਦਾ ਸੀ ਰੂਲ ਕਿ ਤੁਸੀਂ ਇੱਕੋ ਇੰਪਲਾਇਰ ਕੋਲੇ ਕੰਮ ਕਰਨਾ ਹੈਗਾ, ਉਸੇ ਇੰਪਲਾਇਰ ਤੋਂ ਆਨ ਗੋਇੰਗ ਫੁੱਲ ਟਾਈਮ ਜੌਬ ਆਫਰ ਲੈਣੀ ਹੈ ਤਾਂ ਤੁਸੀਂ ਤਾਂ ਅਪਲਾਈ ਕਰ ਸਕਦੇ ਹੋ। ਸੋ ਵਿਦ ਰਿਗਾਰਡ ਟੂ ਸੋ ਕੋਵਿਡ ਕਰਕੇ ਕਿਤੇ ਨਾ ਕਿਤੇ ਫਲੈਕਸੀਬਿਲਿਟੀ ਦਿਖ ਰਹੀ ਹੈ ਮੈਨੀਟੋਬਾ PNP ਦੇ ਵਿੱਚ। ਹੋ ਸਕਦਾ ਦੇਰ ਇਜ਼ ਅ ਚਾਂਸਸ ਕਿ ਵੀ ਹੋ ਸਕਦਾ ਡਿਮਾਂਡ ਲਿਸਟ ਲਾਗੂ ਨਾ ਹੋਵੇ, ਬਟ ਅਸੀਂ ਜਦੋਂ ਸਾਡੇ ਆਫਿਸ ਨੇ ਇਮੀਗ੍ਰੇਸ਼ਨ ਨੂੰ ਕੰਟੈਕਟ ਕੀਤਾ ਸੀ, ਮੈਨੀਟੋਬਾ PNP ਨੂੰ ਕਲੀਅਰਲੀ ਇਹ ਜਿਹੜਾ ਕੁਐਸਚਨ ਤੁਸੀਂ ਮੈਨੂੰ ਪੁੱਛ ਰਹੇ ਹੋ ਮੈਂ ਪੁੱਛਿਆ ਸੀ, ਉਹਨਾਂ ਦਾ ਸਟ੍ਰੇਟ ਫਾਰਵਰਡ ਸਾਡੇ ਕੋਲ ਆਨਸਰ ਇਹ ਆਇਆ ਸੀ ਕਿ ਅਸੀਂ ਜਦੋਂ ਵੀ ਕੋਈ ਇਦਾਂ ਦੀ ਚੇਂਜਸ ਕਰਨੇ ਨੇ ਜਿਹਨੂੰ MPNP ਰਿਨਿਊਅਲ ਪ੍ਰੋਗਰਾਮ ਕਹਿੰਦੇ ਆ, ਉਹ ਕਹਿੰਦੇ ਨੇ ਅਸੀਂ 1 ਮਹੀਨਾ ਪਹਿਲਾਂ ਤੁਹਾਨੂੰ ਦੱਸ ਦੇਣਾ।
ਜੀ। ਠੀਕ ਹੈ ਜੀ, ਮਤਲਬ ਜਦੋਂ ਵੀ ਲੈਟਸ ਸੇ ਉਹਨਾਂ ਨੇ ਚੇਂਜਸ ਕਰਨੇ ਨੇ ਮਾਰਚ 2021 ਦੇ ਵਿੱਚ, ਉਹ ਫਰਵਰੀ 2020 ਦੇ ਵਿੱਚ ਦੱਸ ਦੇਣਗੇ। ਠੀਕ ਹੈ ਜੀ, ਪਰ ਮੈਂ ਜਿਹੜੇ ਵੀ ਬੱਚੇ ਮੈਨੂੰ ਸੁਣ ਰਹੇ ਨੇ, ਮੈਂ ਉਹਨਾਂ ਨੂੰ ਇਹ ਕਲੀਅਰਲੀ ਦੱਸ ਰਿਹਾ ਕਿ ਵੀ ਪਹਿਲੀ ਪ੍ਰੈਫਰੈਂਸ ਤੁਸੀਂ ਇਹ ਰੱਖੋ ਕਿ ਵੀ ਤੁਹਾਡੀ ਜਿਹੜੀ ਜੌਬ ਹੈ ਇਨ ਡਿਮਾਂਡ 'ਚ ਹੋਵੇ ਜੀ। ਐਟਲੀਸਟ ਜੇ ਨਹੀਂ ਵੀ ਹੈਗੀ ਤਾਂ ਐਟਲੀਸਟ ਆਪਣਾ ਜਿਹੜੇ EMPLOYER ਨੇ ਉਹਨਾਂ ਨਾਲ ਗੁੱਡ ਟਰਮ ਤੇ ਰਿਲੇਸ਼ਨ ਰੱਖੋ, ਤਾਂ ਕਿ ਜੇ ਕੱਲ ਨੂੰ ਕੋਈ ਪ੍ਰਮੋਸ਼ਨ ਦੀ ਕੋਈ ਜ਼ਰੂਰਤ ਰਹਿੰਦੀ ਹੈ ਤਾਂ ਤੁਸੀਂ ਪ੍ਰਮੋਟ ਹੋ ਸਕੋ। ਠੀਕ ਹੈ ਜੀ। ਤੇ ਤੀਸਰਾ ਕੇਸ, ਜੇ ਔਨ ਦੀ ਅਦਰ ਹੈਂਡ ਸਾਈਡ ਫਾਈਨੈਂਸ਼ੀਅਲ ਰੀਜ਼ਨ ਕਰਕੇ ਤੁਹਾਨੂੰ ਸਰਵਾਈਵਲ ਟਫ ਹੋ ਰਹੀ ਹੈ ਤੇ ਤੁਹਾਨੂੰ ਵਾਲਮਾਰਟ ਦੀ ਜੌਬ ਮਿਲ ਰਹੀ ਹੈ, ਦੈਨ ਯੂ ਨੋ ਟੇਕ ਦੈਟ ਜੌਬ as a first step and look forward another ones, right? ਤੇ opportunities especially job opportunities corona virus ਕਰਕੇ ਮੈਨੀਟੋਬਾ ਦੇ ਵਿੱਚ ਬਹੁਤ ਘਟੀਆਂ ਨੇ। ਬਟ ਮੈਂ ਮਨਿੰਦਰ ਜੀ ਤੁਹਾਡੇ ਪ੍ਰੋਗਰਾਮ ਦੇ ਰਾਹੀਂ ਬੱਚਿਆਂ ਨੂੰ ਇਹ ਜ਼ਰੂਰ ਦੱਸਣਾ ਚਾਹੁੰਦਾ ਕਿ ਵੀ ਉਹ ਜਿਹੜੇ ਟਾਰਗੇਟ ਕਰਦੇ ਨੇ ਆਲਵੇਜ਼ ਵਿਨਿਪੈਗ ਨੂੰ ਟਾਰਗੇਟ ਕਰਦੇ ਨੇ। ਉਹ ਅੰਡਰਸਟੈਂਡ ਆ ਕਿ ਸਕਿਪ ਕਰਨਾ ਚਾਹੁੰਦੇ ਨੇ ਜਾਂ ਕੋਈ ਡੋਰ ਡੈਸ਼ ਕਰਨਾ ਚਾਹੁੰਦਾ ਜਾਂ ਕੁਝ ਕਰਨਾ ਚਾਹੁੰਦਾ। ਮੈਂ ਆਲਵੇਜ਼ ਬੱਚਿਆਂ ਨੂੰ ਇਹ ਕਹਿੰਦਾ ਕਿ ਵੀ ਤੁਸੀਂ ਜਿਹੜਾ ਆਪਦਾ ਫਾਈਨੈਂਸ਼ੀਅਲ ਇੰਟਰਸਟ ਹੈਗਾ ਉਹਨੂੰ ਟੈਂਪਰੇਰੀ ਸਾਈਡ ਤੇ ਕਰ ਲਓ। ਠੀਕ ਹੈ ਜੀ। ਆਈ ਨੋ ਤੁਹਾਨੂੰ ਬਹੁਤ ਇੱਕ ਵੱਡਾ ਡਿਸੀਜਨ ਹੈ ਔਰ ਮੈਂ ਇੱਥੇ ਬਹਿ ਕੇ ਸਲਾਹ ਦੇ ਰਿਹਾ, ਸ਼ਾਇਦ ਉਹਨਾਂ ਨੂੰ ਵਧੀਆ ਨਾ ਲੱਗੇ, ਪਰ ਔਨ ਦੀ ਅਦਰ ਹੈਂਡ ਸਾਈਡ ਜਿਹੜਾ ਇੱਕ ਤੁਹਾਡਾ ਫਿਊਚਰ ਪਲਾਨ ਆ, ਜਿਹੜਾ ਤੁਸੀਂ ਪਰਮਾਨੈਂਟ ਰੈਜ਼ੀਡੈਂਸੀ ਲੈ ਕੇ ਇੱਕ ਗੋਲ ਤੁਹਾਡੇ ਮਾਪਿਆਂ ਨੇ ਤੁਹਾਨੂੰ ਭੇਜਿਆ ਸੀ ਕਿ ਵੀ ਤੁਸੀਂ ਉੱਥੇ PR ਹੋਵੋਗੇ, ਆਪਣੀ ਸਿਸਟਰ ਦਾ ਕੁਝ ਕਰੋਗੇ, ਆਪਣੇ ਬ੍ਰਦਰ ਦਾ ਕੁਝ ਕਰੋਗੇ, ਤੇ ਉਹ ਇੱਕ ਵੱਡਾ ਗੋਲ ਆ, ਉਹ ਇੱਕ ਵੱਡੀ ਟਾਰਗੇਟ ਹੈ। ਜੇ ਤੁਸੀਂ ਉਹ ਅਚੀਵ ਕਰ ਲਿਆ, ਉਹ ਅਚੀਵ ਕਰਨ ਦੇ ਦੌਰਾਨ ਅਗਰ ਤੁਹਾਨੂੰ ਕਿਸੇ ਜੌਬ ਘੱਟ ਕਰਨ ਕਰਕੇ ਤੁਹਾਨੂੰ ਪੈਸੇ ਘੱਟ ਬਣੇ ਨੇ, ਤੁਸੀਂ ਇੰਡੀਆ ਤੋਂ ਥੋੜੀ ਜਿਹੀ ਸਪੋਰਟ ਵੀ ਮੰਗਵਾਉਣੀ ਪੈਗੀ, ਉਹ ਚੀਜ਼ਾਂ ਟੈਂਪਰੇਰੀ ਨੇ, ਉਹ ਚੀਜ਼ਾਂ ਦਾ ਸੋਲੂਸ਼ਨ ਹੈਗਾਗਾ। ਬਟ ਜੇ ਤੁਹਾਡੀ ਕੋਈ ਕੱਲ੍ਹ ਨੂੰ ਪਰਮਾਨੈਂਟ ਰੈਜ਼ੀਡੈਂਸੀ ਦੀ ਦਿੱਕਤ ਹੈਗੀ ਆ, ਉਹਦਾ ਸੋਲੂਸ਼ਨ ਲੈਣਾ ਬਹੁਤ ਜ਼ਿਆਦਾ ਟਫ ਹੋ ਜਾਂਦਾ। ਸੋ ਮੈਂ ਬੱਚਿਆਂ ਨੂੰ ਆਲਵੇਜ਼ ਇਹ ਕਹਿਣਾ ਕਿ PR ਵੱਲ ਫੋਕਸ ਕਰੋ। ਮੈਨੀਟੋਬਾ ਇਜ਼ ਦ ਬੈਸਟ ਪਲੇਸ ਟੂ ਮੂਵ ਇਨ ਐਜ਼ ਲੌਂਗ ਐਜ਼ ਤੁਹਾਡੀ ਇੱਥੇ ਟੈਨਸ਼ਨਸ ਹੋਣ ਕਿ ਤੁਸੀਂ ਇੱਥੇ ਰਹਿਣਾ ਹੈਗਾ। ਮੈਨੀਟੋਬਾ PNP ਨੂੰ ਤੁਸੀਂ ਸਿਰਫ ਯੂਜ਼ ਕਰਨ ਵਾਸਤੇ ਨਹੀਂ ਆਏ ਹੈਗੇ। ਠੀਕ ਹੈ ਜੀ। ਕਿ ਜਦੋਂ ਮੈਨੀਟੋਬਾ PNP ਨੋਮੀਨੇਸ਼ਨ ਦੇ ਦਿੰਦਾ ਹੈਗਾ ਜਾਂ ਕੋਈ ਵੀ ਪ੍ਰੋਵਿੰਸ ਨੋਮੀਨੇਸ਼ਨ ਦੇ ਦਿੰਦਾ ਹੈਗਾ, ਉਸ ਤੋਂ ਬਾਅਦ PR ਹੋ ਜਾਂਦੇ ਨੇ, ਤਾਂ ਉਸ ਪਰਟੀਕੂਲਰ ਪ੍ਰੋਵਿੰਸ ਕੋਲ ਲੀਗਲ ਪਾਵਰਸ ਕੋਈ ਨਹੀਂ ਰਹਿੰਦੀ ਆ ਕਿ ਉਹ ਤੁਹਾਨੂੰ ਇੱਥੇ ਰੋਕ ਸਕੇ ਅੰਡਰ ਕੈਨੇਡੀਅਨ ਚਾਰਟਰ ਰਾਈਟਸ ਐਂਡ ਫਰੀडम ਜੀ। ਠੀਕ ਹੈ ਜੀ। ਬਟ ਔਨ ਦੀ ਅਦਰ ਹੈਂਡ ਸਾਈਡ ਨੋਮੀਨੇਸ਼ਨ ਦੇਣ ਤੋਂ ਤੱਕ ਤੁਹਾਨੂੰ ਤੰਗ ਕਰ ਸਕਦਾ, ਜਾਂ ਨੋਮੀਨੇਸ਼ਨ ਦੇਣ ਤੋਂ ਬਾਅਦ ਨੋਮੀਨੇਸ਼ਨ ਦੇ ਵਿੱਚ ਨੀਚੇ ਲਿਖਿਆ ਹੁੰਦਾ ਕਿ ਉਹਨਾਂ ਕੋਲ ਫਾਈਨਲ ਪਾਵਰ ਹੈ, ਜਦ ਤੱਕ ਤੁਹਾਡੀ ਪਰਮਨੈਂਟ ਰੈਜ਼ੀਡੈਂਸੀ ਨਹੀਂ ਹੁੰਦੀ ਤਾਂ ਉਹ ਨੋਮੀਨੇਸ਼ਨ ਵਿਡਰਾ ਕਰ ਸਕਦੇ, ਕੰਡੀਸ਼ਨ ਹੁੰਦੀ ਹੈ, ਨੋਮੀਨੇਸ਼ਨ ਵਿਡਰਾ ਕਰ ਸਕਦੇ ਨੇ ਜੇ ਤੁਹਾਡੀ ਉਹਨਾਂ ਨੂੰ ਕਿਤੇ ਵੀ ਇਹ ਲੱਗੇ ਕਿ ਤੁਹਾਡੀ ਅਟੈਂਸ਼ਨ ਇੱਥੇ ਰਹਿਣ ਦੀ ਨਹੀਂ ਹੈਗੀ। ਕਈ ਬੱਚੇ ਕੀ ਕਰਦੇ ਨੇ ਕਿ ਵੀ ਬੱਚੇ ਕਿ ਜੇ ਮੈਂ ਟਰੱਕਿੰਗ ਇੰਟੋਰੀਅਜ ਕਰ ਲੂੰਗਾ ਜਾਂ ਮੈਂ ਇੱਦਾਂ ਕਰ ਲੂੰਗਾ, ਮੈਂ ਕਹਿੰਦਾ ਕਿ ਵੀ ਤੁਹਾਨੂੰ ਉਹ ਚੀਜ਼ਾਂ ਵੱਲ ਨਹੀਂ ਜਾਣ ਦੀ ਲੋੜ ਹੈਗੀ। ਤੁਸੀਂ ਸਟ੍ਰੇਟ ਫਾਰਵਰਡ ਕੰਮ ਕਰੋ, ਮੈਨੀਟੋਬਾ ਨੂੰ ਆਪਣੀ ਅਟੈਂਸ਼ਨ ਦਿਖਾਓ। ਦੇਰ ਆਰ ਸਰਟਨ ਵੇਜ਼, ਸਾਡੇ ਆਫਿਸ ਨੂੰ ਤੁਸੀਂ ਕੰਟੈਕਟ ਕਰ ਲਓ, ਤੁਹਾਨੂੰ ਲਿਸਟ ਦੇ ਦਾਂਗੇ ਜਿਹੜੀਆਂ ਉਹ ਚੀਜ਼ਾਂ ਤੁਸੀਂ ਕਰਦੇ ਹੋ ਮੈਨੀਟੋਬਾ 'ਚ ਆਪਣੀ ਕਨੈਕਸ਼ਨ ਦਿਖਾਉਂਦੇ ਹੋ, ਮੈਨੀਟੋਬਾ 'ਚ ਆਪਣੀ ਐਸਟੈਬਲਿਸ਼ਮੈਂਟ ਦਿਖਾਉਂਦੇ ਹੋ, ਉਹ ਇੱਕ ਇੰਪੋਰਟੈਂਟ ਫੈਕਟਰ ਹੈਗਾ। ਕਿਉਂਕਿ ਮੈਨੀਟੋਬਾ PNP ਕੋਲ ਮਨਿੰਦਰ ਜੀ ਜਿਹੜੀਆਂ ਐਪਲੀਕੇਸ਼ਨ ਅਪਰੂਵ ਕਰਨ ਦਾ ਕੋਟਾ ਹੈਗਾ 5000 ਐਪਲੀਕੇਸ਼ਨ ਰੈਗੂਲਰ ਕਰਨ ਦਾ ਹੈਗਾ। ਸੋ 500 ਐਪਲੀਕੇਸ਼ਨ ਜਿਹੜੀ ਐਕਸਪ੍ਰੈਸ ਐਂਟਰੀ ਦਾ, ਸੋ 5500 ਐਪਲੀਕੇਸ਼ਨ ਹੈ। ਜੇ 5500 ਐਪਲੀਕੇਸ਼ਨ ਦੇ ਅਗੇਂਸਟ ਜ਼ਿਆਦਾ ਐਪਲੀਕੇਸ਼ਨ ਲੱਗਦੀਆਂ ਨੇ, ਲੈਟਸ ਸੇ 10000 ਪਲੱਸ ਐਪਲੀਕੇਸ਼ਨਸ ਲੱਗਦੀਆਂ ਨੇ, ਤਾਂ ਮੈਨੀਟੋਬਾ ਨੇ ਸਿਰਫ 5500 ਦੀ ਐਪਲੀਕੇਸ਼ਨ ਨੋਮੀਨੇਟ ਕਰ ਸਕਣੀ ਆ ਔਰ ਉਹਨਾਂ ਕੋਲ ਫਲੈਕਸੀਬਿਲਿਟੀ 200 ਐਪਲੀਕੇਸ਼ਨ ਦੀ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਵਾਲੀਆਂ ਐਪਲੀਕੇਸ਼ਨਸ ਉਹਨਾਂ ਨੇ ਕਿਸੇ ਕਾਰਨ ਕਰਕੇ ਡਿਨਾਈ ਕਰਨੀਆਂ ਪੈਣਗੀਆਂ ਕਿਉਂਕਿ ਉਹਨਾਂ ਕੋਲ ਚੋਇਸ ਨਹੀਂ ਹੈਗੀ। ਤੇ ਡਿਨਾਈ ਜਿਹੜੀ ਐਪਲੀਕੇਸ਼ਨਸ ਹੋਣਗੀਆਂ ਉਹ ਹੋਣਗੀਆਂ ਜਿਨ੍ਹਾਂ ਦੀ ਅਟੈਂਸ਼ਨਸ ਕਲੀਅਰ ਨਹੀਂ ਹੈਗੀ ਕਿ ਉਹਨਾਂ ਨੇ ਮੈਨੀਟੋਬਾ 'ਚ ਸੈਟਲ ਹੋਣਾ। ਠੀਕ ਹੈ ਜੀ। ਸੋ ਮੈਨੀਟੋਬਾ ਦੇ ਵਿੱਚ ਕਨੈਕਸ਼ਨਸ, ਮੈਨੀਟੋਬਾ ਦੇ ਵਿੱਚ ਆਫ ਕੋਰਸ ਜੌਬ, ਤੇ ਮੈਨੀਟੋਬਾ ਦੇ ਵਿੱਚ ਜਿਹੜੇ ਕਨੈਕਸ਼ਨਸ ਤੁਸੀਂ ਇਨ ਟਰਮਸ ਆਫ ਤੁਹਾਡੇ ਸੋਸ਼ਲ ਹੋ ਗਏ, ਤੁਹਾਡੇ ਫਾਈਨੈਂਸ਼ੀਅਲਸ ਹੋ ਗਏ, ਜਾਂ ਤੁਸੀਂ ਕੋਈ ਵੋਲੰਟੀਅਰਸ ਕਰਦੇ ਹੋ, ਉਹ ਸਾਰੀਆਂ ਚੀਜ਼ਾਂ ਇੱਕ ਇੰਪੋਰਟੈਂਟ ਫੈਕਟਰਸ ਹੈਗੇ ਨੇ ਜਦੋਂ ਤੁਸੀਂ ਆਪਣੀ ਐਪਲੀਕੇਸ਼ਨ ਲਗਾਉਂਦੇ ਹੋ। ਜੀ। ਇੱਕ PNP ਨੂੰ ਲੈ ਕੇ ਹੋਰ ਬਹੁਤ ਵੱਡਾ ਸਵਾਲ ਹੈ, ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਕਿ PNP ਲਈ ਸੇਮ EMPLOYER ਕੋਲੇ 1 ਸਾਲ ਕੰਮ ਕਰਨਾ ਜ਼ਰੂਰੀ ਹੈ, ਤੁਸੀਂ EMPLOYER ਨਹੀਂ ਚੇਂਜ ਕਰ ਸਕਦੇ। ਬਟ ਇਸੇ ਦੇ ਚਲਦੇ ਆਪਾਂ ਪਹਿਲਾਂ ਮੈਂ ਜ਼ਰੂਰ ਦੱਸਣਾ ਚਾਹੂੰਗੀ, ਸਾਰੇ EMPLOYERS ਦੀ ਗੱਲ ਨਹੀਂ ਕਰ ਰਹੇ, ਬਹੁਤ ਸਾਰੇ ਕੇਸਿਸ ਹੋ ਜਾਂਦੇ ਆ, ਦੇਖਣ ਚਾਹੁੰਦੇ ਆ ਕਿ ਉਸ ਦੇ ਚਲਦੇ ਕਿ ਹਾਂਜੀ ਬੱਚਾ ਹੈ ਜਿਹੜਾ ਜਿਹਨੇ ਫਾਈਲ ਲਗਾਉਣੀ ਹੈ ਉਹ EMPLOYER ਨਹੀਂ ਚੇਂਜ ਕਰ ਸਕਦਾ, ਉਸ ਚੱਕਰ 'ਚ ਬੱਚਿਆਂ ਨੂੰ ਐਕਸਪਲੋਇਟ ਕੀਤਾ ਜਾਂਦਾ ਹੈ। ਇਹੋ ਜਿਹੀ ਕੰਡੀਸ਼ਨਸ ਕਿਤੇ ਕੁਝ ਇਹੋ ਜਿਹੀਆਂ ਹੈ ਕੰਡੀਸ਼ਨਸ ਕਿ ਬੱਚਾ ਜਿਹੜੇ ਇੱਕ ਜੌਬ ਛੱਡ ਕੇ ਦੂਜੀ ਜੌਬ ਤੇ ਜਾ ਕੇ ਫਿਰ ਵੀ ਆਪਣੀ PNP ਲਗਾ ਸਕਦਾ। ਜੀ ਮਨਿੰਦਰ ਜੀ, ਡਿਪੈਂਡ ਕਰਦਾ ਤੁਸੀਂ ਕਿਹੜੇ ਸਿਚੁਏਸ਼ਨ ਦੇ ਵਿੱਚ ਗੱਲ ਕਰਦੇ ਹੋ। ਲੈਟਸ ਸੇ ਕਿਸੇ ਦੀ ਨੇ 12 ਮਹੀਨੇ ਕੰਮ ਕਰਕੇ PNP ਲਗਾਤੀ, ਉਸ ਤੋਂ ਬਾਅਦ PNP ਤੋਂ ਬਾਅਦ ਉਹਨੂੰ EMPLOYER ਤੰਗ ਕਰਦਾ ਪਿਆ ਜੀ। ਐਂਡ ਆਫ ਦਾ ਡੇ ਮੈਂ ਜਿੱਦਾਂ ਪਹਿਲਾਂ ਗੱਲ ਕਰਦਾ, ਕੈਨੇਡਾ ਇਜ਼ ਦ ਲੈਂਡ ਆਫ ਦ ਲਾਅ। ਜੇ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਤੁਸੀਂ ਲੇਬਰ ਕੋਰਟ ਦੇ ਵਿੱਚ ਜਾ ਸਕਦੇ ਹੋ, ਉਹਦੀਆਂ ਸਾਰੇ ਜਿਹੜੀਆਂ ਹੈਗੀਆਂ ਨੇ ਤੁਹਾਡੀ ਕੰਪਲੇਂਟ ਦੀ ਕਾਪੀ ਤੁਸੀਂ PNP ਨੂੰ ਭੇਜ ਸਕਦੇ ਹੋ। ਐਂਡ ਆਫ ਦਾ ਡੇ ਮੈਨੀਟੋਬਾ PNP ਨੂੰ ਵੀ ਇੱਦਾਂ ਦੇ ਜਿਹੜੀਆਂ ਚੀਜ਼ਾਂ ਨੇ ਬੜੀਆਂ ਧਿਆਨ ਨਾਲ ਦੇਖਣੀਆਂ ਪੈਂਦੀਆਂ ਨੇ ਕਿਉਂਕਿ ਉਹਨਾਂ ਨੂੰ ਲੇਬਰ ਲਾਅ ਦੇ ਅਗੇਂਸਟ ਉਹ ਵੀ ਨਹੀਂ ਜਾ ਸਕਦੇ। ਠੀਕ ਹੈ ਜੀ। ਜੇ ਕੋਈ ਇੱਦਾਂ ਦੀ ਕੋਈ ਐਕਸੈਪਸ਼ਨ, ਕੋਈ ਇੱਦਾਂ ਦੀ ਚੀਜ਼ ਹੋਈ ਹੈ ਕਿਸੇ ਪਰਟੀਕੂਲਰ ਸਟੂਡੈਂਟਸ ਦੇ ਨਾਲ ਜਿਹੜੇ ਵਰਕ ਪਰਮਿਟ ਹੋਲਡਰਸ ਨੇ, ਉਹ ਜ਼ਰੂਰ ਸਾਡੇ ਆਫਿਸ ਨੂੰ ਕੰਟੈਕਟ ਕਰ ਲੈਣਗੇ, ਅਸੀਂ ਉਹਨਾਂ ਨੂੰ ਗਾਈਡ ਕਰ ਸਕਦੇ ਹਾਂ ਕਿ ਵੀ ਮੂਵਿੰਗ ਫਾਰਵਰਡ ਕੀ ਆ। ਇਸ ਤੋਂ ਬਿਨਾਂ ਮਨਿੰਦਰ ਜੀ ਹੋਰ ਵੀ ਪ੍ਰੋਬਲਮ ਆਉਂਦੀ ਹੈ ਬੱਚਿਆਂ ਨੂੰ ਕਿ ਬੱਚੇ ਕੰਮ ਕਰ ਲੈਂਦੇ ਨੇ ਫਿਰ ਕਹਿੰਦੇ ਇਹਨਾਂ ਨੂੰ ਜੌਬ ਲੈਟਰ ਨਹੀਂ ਮਿਲ ਰਿਹਾ ਜਾਂ ਕੁਛ ਇੱਦਾਂ ਦਾ। ਤਾਂ
ਉਹਦੇ ਵਿੱਚ ਵੀ ਕਈ ਵੇ ਅਰਾਊਂਡਸ ਹੈਗੇ ਨੇ। ਜੇ ਤੁਹਾਨੂੰ ਜੌਬ ਲੈਟਰ ਨਹੀਂ ਵੀ ਮਿਲ ਰਿਹਾ, ਤੁਹਾਡੇ ਕੋਲ ਪੇ ਸਟੱਬਸ ਹੈਗੇ ਨੇ, ਤੁਸੀਂ ਤੁਹਾਡੇ ਕੋਲ T4 ਹੈਗੀ ਆ, ਤੁਸੀਂ ਨੋਟਿਸ ਤੁਹਾਡੇ ਕੋਲ ਟੈਕਸ ਫਾਈਲ ਕੀਤਾ, ਤੁਹਾਡੇ ਕੋਲ ਨੋਟਿਸ ਆਫ ਅਸੈਸਮੈਂਟ ਹੈਗੀ ਆ, ਤੇ ਬੈਂਕ ਸਟੇਟਮੈਂਟ ਦੇ ਵਿੱਚ ਤੁਹਾਡੀਆਂ ਸਾਰੀਆਂ ਐਂਟਰੀਜ਼, ਤੁਹਾਡੇ ਸਾਰੇ ਡਿਪੋਜ਼ਿਟਸ ਆਏ ਹੋਏ ਨੇ, ਦੈਨ ਦੇयर ਇਜ਼ ਅ ਸਰਟਨ ਵੇਜ਼ ਕਿ ਜਿਹਦੇ ਨਾਲ ਤੁਸੀਂ ਬਿਨਾਂ ਜੌਬ ਲੈਟਰ ਤੋਂ ਵੀ ਐਪਲੀਕੇਸ਼ਨ ਲਗਾਈ ਜਾ ਸਕਦੀ ਹੈ। ਸੋ ਇੱਦਾਂ ਘਬਰਾਉਣ ਦੀ ਗੱਲ ਨਹੀਂ ਹੈਗੀ, ਐਜ਼ ਲੌਂਗ ਐਜ਼ ਤੁਹਾਡੀ ਅਟੈਂਸ਼ਨ ਮੈਨੀਟੋਬਾ ਰਹਿਣ ਦੀ ਆ, ਮੈਨੀਟੋਬਾ ਵੈਲਕਮ ਕਰਦੀ ਹੈ ਇਮੀਗ੍ਰੈਂਟ ਜੀ। ਇਹ ਤਾਂ ਗੱਲ ਹੋ ਗਈ 12 ਮਹੀਨੇ ਜਿਹੜਾ ਐਕਸਪੀਰੀਅੰਸ ਖਤਮ ਹੋਏ ਤੋਂ ਬਾਅਦ। ਜੇ ਮੈਂ ਗੱਲ ਕਰ ਰਹੀ ਹਾਂ ਕਿ ਜੇ ਉਹਦੇ ਉਸ ਪੀਰੀਅਡ ਦੇ ਵਿੱਚ ਕੋਈ ਇਦਾਂ ਦਾ ਚਾਂਸ ਹੁੰਦਾ? ਡਿਪੈਂਡ ਕਰਦਾ, ਜਿੱਦਾਂ ਮੈਂ ਕੋਵਿਡ ਵਾਲੀ ਐਕਸੈਪਸ਼ਨ ਮੈਨੀਟੋਬਾ ਨੇ ਕਲੀਅਰ ਕਰਤੀ ਦਿੱਤੀ ਹੈ, ਪਰ ਜੇ ਕੋਵਿਡ ਤੋਂ ਬਿਨਾਂ ਕਿਸੇ ਹੋਰ ਕਾਰਨ ਕਰਕੇ ਆ ਤਾਂ ਕੇਸ ਟੂ ਕੇਸ ਸਟੱਡੀ ਕੀਤਾ ਜਾ ਸਕਦਾ। ਤੁਸੀਂ ਇਮੀਗ੍ਰੇਸ਼ਨ ਨੂੰ ਆਪਾਂ ਕੰਟੈਕਟ ਕੀਤਾ ਜਾ ਸਕਦਾ, ਤੇ ਹੋ ਸਕਦਾ ਵੀ ਦੇਰ ਇਜ਼ ਕੋਈ ਐਕਸੈਪਸ਼ਨ ਮਿਲ ਜਾਵੇ, ਬਟ ਇਹ ਕੇਸ ਟੂ ਕੇਸ ਆ, ਇਟਸ ਨਾਟ ਕਿ ਵੀ ਇੱਕ ਲਾਅ ਬਣਿਆ ਹੋਇਆ ਉਹ ਸਾਰਿਆਂ ਵਾਸਤੇ। ਜੀ। ਸੋ ਜੇ ਹੁਣ ਗੱਲ ਕਰੀਏ LMI ਦੀ, ਮੈਂ ਜ਼ਰੂਰ ਗੱਲ ਇੱਥੇ ਕਰਨਾ ਚਾਹੂੰਗੀ ਕਿ ਉਹਦੇ 'ਚ ਬਹੁਤ ਸਾਰੇ ਕੇਸਿਸ ਦੇਖਣ ਨੂੰ ਆਉਂਦੇ, ਆਪਾਂ ਇਸ ਚੀਜ਼ ਨੂੰ ਡਿਨਾਈ ਨਹੀਂ ਕਰ ਸਕਦੇ। ਫੇਕ LMIs, ਉਹਨਾਂ ਸਾਰੀਆਂ ਚੀਜ਼ਾਂ ਤੋਂ ਜਿਹੜੇ ਆਪਣੇ ਦਰਸ਼ਕ ਹੈ ਬਹੁਤ ਸਾਰੇ ਉਸ ਚੀਜ਼ ਨਾਲ ਜੂਝ ਰਹੇ ਹੋਣਗੇ, ਉਹਨਾਂ ਸਾਰੀਆਂ ਚੀਜ਼ਾਂ ਤੋਂ ਕਿੱਦਾਂ ਬਚਿਆ ਜਾ ਸਕਦਾ? ਜੀ ਮਨਿੰਦਰ ਜੀ, ਨੰਬਰ 1 ਤਾਂ ਬਹੁਤੇ ਸਰੋਤਿਆਂ ਨੂੰ ਜਾਂ ਬਹੁਤੇ ਸਾਡੇ ਜਿਹੜੇ ਕਲਾਇੰਟ ਸਾਨੂੰ ਕੰਟੈਕਟ ਕਰਦੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ LMI ਕੀ ਹੈ, ਕੀ ਹੈ, ਡਾਕੂਮੈਂਟ ਕੀ ਆ, ਇਹਦਾ ਪਰਪਸ ਕੀ ਆ, ਇਹ ਮੈਨੂੰ ਚਾਹੀਦਾ ਕਿ ਮੇਰੇ EMPLOYER ਨੂੰ ਚਾਹੀਦਾ, ਇਹਦੀ ਕੀ ਰਿਕੁਆਇਰਮੈਂਟ ਆ ਜਾਂ ਕਿੱਦਾਂ। ਜਿਹੜਾ LMI ਹੈ ਜੀ, ਇਟ ਹੈਜ਼ ਨਥਿੰਗ ਟੂ ਡੂ ਵਿਦ ਐਪਲੀਕੈਂਟ। ਜਿਹੜੀ LMI ਹੈ, ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਹੈਗੀ ਹੈ, ਜਿਹੜੀ EMPLOYER ਨੂੰ ਕਰਨੀ ਪੈਂਦੀ ਆ ਅਪਲਾਈ ਕਰਨ ਵੇਲੇ। ਉਹਨੂੰ EMPLOYER ਨੂੰ ਪ੍ਰੂਵ ਕਰਨਾ ਪੈਂਦਾ ਸਰਵਿਸ ਕੈਨੇਡਾ ਨੂੰ ਕਿ ਵੀ ਉਹਨੂੰ ਕੋਈ ਪਰਮਾਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨ ਨਹੀਂ ਮਿਲਿਆ ਇਸ ਪਰਟੀਕੂਲਰ ਜੌਬ ਦੇ ਲਈ, ਇਸ ਕਰਕੇ ਉਹ ਫੋਰਨ ਨੈਸ਼ਨਲ ਰੱਖਣਾ ਚਾਹ ਰਿਹਾ ਉਸ ਪਰਟੀਕੂਲਰ ਜੌਬ ਤੇ। ਲੈਟਸ ਸੇ ਕਿਸੇ ਕੁੱਕ ਦੀ ਆਪਾਂ ਗੱਲ ਕਰ ਲਈਏ ਵੀ ਕੁੱਕ ਇੰਡੀਅਨ ਸਟਾਈਲ ਕੁੱਕ ਆ ਜੀ, ਇੱਥੇ ਉਹ ਮਤਲਬ EMPLOYER ਨੂੰ ਨਹੀਂ ਮਿਲ ਰਿਹਾ ਇੱਥੇ ਦੇ ਰੈਸਟੋਰੈਂਟ ਵਾਲੇ ਨੂੰ, ਉਹ ਬਾਹਰੋਂ ਲੈਣ ਦੀ ਟਰਾਈ ਕਰ ਰਿਹਾ, ਤਾਂ ਉਹ ਜਦੋਂ LMI ਦੀ ਐਪਲੀਕੇਸ਼ਨ ਕਰਦਾ, ਉਹਦੀ ਐਡਵਰਟਾਈਜ਼ਮੈਂਟ ਦੀ ਰਿਕੁਆਇਰਮੈਂਟ ਹੈਗੀ ਆ, ਤੇ $1000 ਇੱਕ ਫੀਸ ਹੈਗੀ ਆ ਸਰਵਿਸ ਕੈਨੇਡਾ ਦੀ, ਤੁਸੀਂ ਉਹ ਪੇ ਕਰਦਾ EMPLOYER। ਜਦੋਂ ਉਹ ਪੋਜ਼ੀਟਿਵ LMI ਆ ਜਾਂਦੀ ਆ, ਸਮ ਟਾਈਮ ਵਿਦ ਜਦੋਂ ਤੁਸੀਂ EMPLOYER ਨਾਮ ਪਾ ਕੇ ਭੇਜਦੇ ਹੋ, ਵਿਦ ਨੇਮ ਆ ਜਾਂਦੀ ਆ ਜਾਂ ਅਨਨੋਨ ਨੇਮ ਤੇ ਆ ਜਾਂਦੀ ਆ। ਤੇ ਉਸ ਤੋਂ ਬਾਅਦ ਉਹ ਜਿਹੜਾ ਡਾਕੂਮੈਂਟਸ ਆ ਉਹ ਫੋਰਨ ਨੈਸ਼ਨਲ ਨੂੰ ਦਿੰਦਾ, ਲੈਟਸ ਸੇ ਕੋਈ ਇੰਡੀਆ ਦੇ ਵਿੱਚ ਬੈਠਾ ਹੈਗਾ। ਜਦੋਂ ਉਹ ਉੱਥੇ ਜਾ ਅਪਲਾਈ ਕਰਦੇ ਨੇ, ਉਹਨੂੰ ਆਪਾਂ ਵਰਕ ਪਰਮਿਟ ਦੀ ਐਪਲੀਕੇਸ਼ਨ ਕਰਨਾ। ਵਰਕ ਪਰਮਿਟ ਦੀ ਐਪਲੀਕੇਸ਼ਨ ਦੇ ਵਿੱਚ EMPLOYER ਵੱਲੋਂ ਜੇ ਤੁਹਾਡੇ ਕੋਲ LMI ਹੈਗੀ ਆ, ਜੌਬ ਕੰਟਰੈਕਟ ਹੈਗਾ ਐਂਡ ਆਲ ਅਦਰ ਡਾਕੂਮੈਂਟਸ ਹੈਗੇ ਨੇ, ਤਾਂ EMPLOYER ਦਾ ਕੋਈ ਰੋਲ ਨਹੀਂ ਰਹਿ ਜਾਂਦਾ, ਫਿਰ ਵਰਕ ਪਰਮਿਟ ਦੀ ਐਪਲੀਕੇਸ਼ਨ ਤੇ ਫਿਰ ਆਫਿਸਰ ਦੀ ਡਿਊਟੀ ਇਹ ਬਣ ਜਾਂਦੀ ਹੈ ਕਿ ਜੋ LMI ਦੇ ਰਿਕੁਆਇਰਮੈਂਟ ਨੇ, ਕਿ ਇਹ ਇੰਡੀਵਿਜੂਅਲ ਜਿਹੜਾ ਫੋਰਨ ਨੈਸ਼ਨਲ ਦਾ ਕੀ ਰਿਕੁਆਇਰਮੈਂਟ ਮੀਟ ਕਰ ਰਿਹਾ, ਜੇ ਰਿਕੁਆਇਰਮੈਂਟ ਮੀਟ ਕਰ ਰਿਹਾ ਤਾਂ ਉਹਨੂੰ ਵਰਕ ਪਰਮਿਟ ਇਸ਼ੂ ਹੋ ਜਾਂਦਾ। ਉਸ ਤੋਂ ਬਾਅਦ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਫੇਕ LMI ਦੀ, ਫੇਕ LMI ਸਾਡੇ ਕੋਲ ਇੱਦਾਂ ਦੇ ਕੇਸਿਸ ਆਉਂਦੇ ਨੇ ਜੀ। ਅਸੀਂ ਕਈ ਫੋਟੋ ਦੇਖਦੇ ਹਾਂ ਜਿਹਦੇ ਵਿੱਚ ਜਾਲੀ ਵੀਜ਼ਾ ਲੱਗਿਆ ਹੁੰਦਾ, LMI ਦਾ ਜਾਲੀ ਕੋਈ ਨੰਬਰ ਲਿਖਿਆ ਹੁੰਦਾ। ਸੋ ਉਹ ਜਿਹੀ ਚੀਜ਼ਾਂ ਤੋਂ ਬਚਣ ਦੀ ਲੋੜ ਆ। ਉਸ ਤੋਂ ਬਚਣ ਦਾ ਜਿਹੜਾ ਸਭ ਤੋਂ ਪਹਿਲਾ ਸਟੈਪ ਆ ਜੀ, ਵੀ ਤੁਸੀਂ ਜਿਹਦੇ ਨਾਲ ਵੀ ਪਰਟੀਕੂਲਰ ਇੰਡੀਵਿਜੂਅਲ ਨਾਲ, ਚਾਹੇ ਕੈਨੇਡਾ 'ਚ ਡੀਲ ਕਰ ਰਹੇ ਹੋ ਚਾਹੇ ਇੰਡੀਆ 'ਚ ਗੱਲ ਕਰ ਰਹੇ ਹੋ, ਤੁਸੀਂ ICCRC ਦੀ ਪ੍ਰੋਫੈਸ਼ਨਲ ਜਿਹੜੇ ਮੈਂਬਰਸ ਨੇ ਉਹਨਾਂ ਦੀ ਲਿਸਟ ਦੇਖ ਲਓ। ਉਹ ਲਿਸਟ ਦੇ ਵਿੱਚੋਂ ਕੌਣ ਮੈਂਬਰ ਐਕਟਿਵ ਆ, ਠੀਕ ਹੈ ਜੀ। ਜੇ ਕੋਈ ਸਸਪੈਂਡਡ ਆ, ਉਹ ਇਮੀਗ੍ਰੇਸ਼ਨ ਦੀ ਐਡਵਾਈਸ ਨਹੀਂ ਦੇ ਸਕਦਾ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਉਹਦੇ ਬਾਰੇ ਜਾਣਕਾਰੀ ਲੈ ਲਓ ਕਿ ਵੀ ਜਿਹੜਾ ਤੁਹਾਨੂੰ ਇਮੀਗ੍ਰੇਸ਼ਨ ਦੀ ਐਡਵਾਈਸ ਦੇ ਰਿਹਾ ਕਿ ਇਜ਼ ਹੀ ਔਰ ਸ਼ੀ ਇਜ਼ ਕੁਆਲੀਫਾਈਡ ਟੂ ਪ੍ਰੋਵਾਈਡ ਦੈਟ ਇਮੀਗ੍ਰੇਸ਼ਨ ਐਡਵਾਈਸ। ਅਦਰਵਾਈਜ਼ ਤਾਂ ਇਮੀਗ੍ਰੇਸ਼ਨ ਦੀ ਜੇ ਐਡਵਾਈਸ ਵਿਦਾਊਟ ਲਾਇਸੈਂਸ ਤੁਸੀਂ ਦਿੰਦੇ ਹੋ, ਉਹ ਲੀਗਲ ਹੈਗੀ ਹੈ ਕੈਨੇਡਾ ਦੇ ਵਿੱਚ, ਤੇ ਉਹਦਾ ਉਹ ਕ੍ਰਾਈਮ ਮੰਨਿਆ ਜਾਂਦਾ ਜੀ। ਇੱਕ ਕਾਲ ਲੈ ਲਈਏ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਜੀ ਕਾਲ ਡ੍ਰੌਪ ਹੋ ਗਿਆ। ਸੋ ਜੇ ਆਪਾਂ ਗੱਲ ਕਰੀਏ ਹੁਣ ਇਨਵੈਸਟਰਸ ਦੀ, ਜ਼ਰੂਰ ਗੱਲ ਕਰਨਾ ਚਾਹਾਂਗੇ ਜਿਹੜੇ ਇੱਥੇ ਇਨਵੈਸਟ ਕਰਨਾ ਚਾਹੁੰਦੇ ਆ ਤੇ PR ਹੋਣਾ ਚਾਹੁੰਦੇ ਆ, ਉਹਨਾਂ ਲਈ ਕੀ ਆਪਸ਼ਨਸ ਹੈ। ਸੋ ਪਹਿਲਾਂ ਮੈਂ ਦਰਸ਼ਕਾਂ ਨੂੰ ਦੱਸ ਦੇਣਾ ਚਾਹੂੰਗੀ ਕਿ ਸਕਰੀਨ ਤੇ ਅਸੀਂ ਨੰਬਰ ਡਿਸਪਲੇ ਕਰਾਂਗੇ ਵਰਲਡ ਗੇਟਵੇ ਇਮੀਗ੍ਰੇਸ਼ਨ ਦਾ। ਅਗਰ ਤੁਹਾਡੇ ਦਿਮਾਗ 'ਚ ਕੋਈ ਵੀ ਇਨਕੁਆਇਰੀ ਹੈ ਕਿਸੇ ਵੀ ਕੇਸ ਨੂੰ ਲੈ ਕੇ, ਚਾਹੇ ਤੁਸੀਂ ਵਰਕ ਪਰਮਿਟ ਅਪਲਾਈ ਕਰਨਾ ਹੈ, ਚਾਹੇ ਤੁਸੀਂ ਇੰਡੀਆ ਬੈਠੇ ਵੀ ਤੁਹਾਨੂੰ ਕੋਈ ਸਲਾਹ ਚਾਹੀਦੀ ਹੈ, ਤਾਂ ਤੁਸੀਂ ਵਰਲਡ ਗੇਟਵੇ ਇਮੀਗ੍ਰੇਸ਼ਨ ਨੂੰ ਕੰਟੈਕਟ ਕਰ ਸਕਦੇ ਹੋ। ਉੱਥੇ ਬੈਠਿਆਂ ਦੀ ਵੀ ਤੁਹਾਡੀ ਪੂਰੀ ਹੈਲਪ ਕੀਤੀ ਜਾਏਗੀ। ਸਕਰੀਨ ਤੇ ਤੁਸੀਂ ਨੰਬਰ ਨੋਟ ਕਰ ਸਕਦੇ ਆ ਤੇ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਰਿਲੇਟਡ ਇਨਕੁਆਇਰੀ ਲਈ ਇਹਨਾਂ ਨੂੰ ਕਾਲ ਕਰ ਸਕਦੇ ਆ ਤੇ ਆਫਿਸ ਕਾਲ ਕਰਕੇ ਜ਼ਿਆਦਾ ਜਾਣਕਾਰੀ ਲੈ ਸਕਦੇ ਆ। ਜੀ ਹੁਣ ਆਪਾਂ ਗੱਲ ਕਰੀਏ ਇਨਵੈਸਟਰਸ ਦੀ, ਜਿਹੜੇ ਕੈਨੇਡਾ 'ਚ ਇਨਵੈਸਟ ਕਰਨਾ ਚਾਹੁੰਦੇ ਆ, ਤੇ ਉਹਨਾਂ ਲਈ PR ਦਾ ਕੀ ਕਿੱਦਾਂ ਦੇ ਪ੍ਰੋਗਰਾਮਸ ਆ ਉਹਨਾਂ ਲਈ? ਦੇਖੋ ਜੀ ਮਨਿੰਦਰ ਜੀ, ਜਿਹੜਾ ਇਨਵੈਸਟਰ ਕੈਟਾਗਰੀਜ਼ ਨੇ ਉਹ ਈਸਟ ਤੋਂ ਲੈ ਕੇ ਵੈਸਟ ਤੱਕ ਸਾਰੇ ਜਿਹੜੇ ਪ੍ਰੋਵਿੰਸ ਨੇ ਉਹਨਾਂ ਦੇ ਆਪਣੇ ਆਪਣੇ ਪ੍ਰੋਗਰਾਮਸ ਨੇ ਜੀ। ਫੈਡਰਲ ਆਪਣਾ ਪ੍ਰੋਗਰਾਮ ਹੈਗਾ, ਸਟਾਰਟਅਪ ਪ੍ਰੋਗਰਾਮ ਹੈਗਾ ਤੇ ਹਰੇਕ ਪ੍ਰੋਗਰਾਮ ਦੀਆਂ ਜਿਹੜੀਆਂ ਰਿਕੁਆਇਰਮੈਂਟਸ ਨੇ ਡਿਫਰੈਂਟ ਨੇ। ਜੇ ਕੋਈ ਵੀ ਪ੍ਰੋਗਰਾਮ ਤੁਹਾਡਾ ਸੁਣ ਰਿਹਾ ਤੇ ਉਹ ਇਨਵੈਸਟਮੈਂਟ ਕਰ ਸਕਦਾ $1 ਲੱਖ ਜਾਂ ਇਸ ਤੋਂ ਉੱਪਰ, ਤੇ ਉਹਦੇ ਕੋਲ ਨੈਟਵਰਥ $3 ਲੱਖ ਜਾਂ $3 ਲੱਖ ਤੋਂ ਉੱਪਰ ਹੈਗੀ ਆ, ਤੇ ਉਹ ਆਲਮੋਸਟ ਹਰੇਕ ਪ੍ਰੋਵਿੰਸ ਦੇ ਵਿੱਚ ਡਿਫਰੈਂਟ ਕੈਟਾਗਰੀਜ਼ ਨੇ, ਉਹਦੇ ਵਿੱਚ ਉਹ ਅਪਲਾਈ ਕਰ ਸਕਦਾ ਇਨਵੈਸਟਰ ਕੈਟਾਗਰੀਜ਼ ਦੇ ਵਿੱਚ। ਤੇ ਕਈ ਕੇਸਾਂ ਦੇ ਵਿੱਚ ਇਸ ਤਰ੍ਹਾਂ ਵੀ ਹੈ ਜੀ, ਕਈ ਸਾਡੇ ਕੋਲ ਇਨਕੁਆਇਰੀਜ਼ ਆਉਂਦੀਆਂ ਨੇ
ਜੀ ਜੀ ਕਈ ਕੇਸਾਂ ਦੇ ਵਿੱਚ ਸਾਡੇ ਕੋਲ ਇਨਕੁਆਰੀ ਆਉਂਦੀਆਂ ਨੇ ਕਿ ਅਸੀਂ ਇਨਵੈਸਟ ਵੀ ਨਹੀਂ ਕਰਨਾ ਚਾਹੁੰਦੇ ਬਟ ਅਸੀਂ ਬਿਜ਼ਨਸ ਕਰਨਾ ਚਾਹੁੰਦੇ ਆ, ਅਸੀਂ ਮਤਲਬ ਇੰਨੇ ਪੈਸੇ ਨਹੀਂ ਦੇ ਸਕਦੇ ਵੀ ਮਤਲਬ ਅਸੀਂ $3.5 ਲੱਖ ਸ਼ੋਅ ਨਹੀਂ ਕਰ ਸਕਦੇ, ਅਸੀਂ $1.5 ਲੱਖ ਇਨਵੈਸਟ ਨਹੀਂ ਕਰਨਾ ਚਾਹੁੰਦੇ, ਕਿ ਅਸੀਂ $50-60 ਹਜ਼ਾਰ ਇਨਵੈਸਟ ਕਰੀਏ, ਕਿ ਸਾਡੀ ਕੋਈ ਇਮੀਗ੍ਰੇਸ਼ਨ ਹੋ ਸਕਦੀ ਹੈ ਕਿਸੇ ਪ੍ਰੋਗਰਾਮ ਦੇ ਵਿੱਚ। ਮੇਰਾ ਉਹਨਾਂ ਨੂੰ ਸਟ੍ਰੇਟ ਫਾਰਵਰਡ ਆਨਸਰ ਹੁੰਦਾ ਕਿ ਜੀ ਹੋ ਸਕਦਾ ਪ੍ਰੋਵਿੰਸ਼ੀਅਲ ਨੋਮਨੀਜ਼ ਤੁਹਾਨੂੰ ਐਪਲੀਕੇਸ਼ਨ ਤੁਹਾਡੀਆਂ ਨਾ ਲੈਣ ਜੀ, ਬਟ ਜੇ ਤੁਹਾਡੇ ਕੋਲ ਵਿਜ਼ਿਟਰ ਵੀਜ਼ਾ ਹੈਗਾ ਕੈਨੇਡਾ ਦਾ, ਜਾਂ ਤੁਹਾਡੇ ਕੋਲ ਕੋਈ ਟਰੈਵਲ ਹਿਸਟਰੀ ਹੈਗੀ ਹੈ US ਦੇ ਵਿੱਚ ਜਾਂ ਕਿਸੇ ਹੋਰ ਕੰਟਰੀਆਂ ਦੇ ਵਿੱਚ ਗਏ ਹੋਏ ਹੋ, ਤਾਂ ਤੁਸੀਂ ਇੱਥੇ ਜਿਹੜਾ ਓਨਰ ਆਪਰੇਟਰ ਇੱਕ LMI ਹੁੰਦੀ ਹੈ, ਓਨਰ ਆਪਰੇਟਰ LMI ਅਪਲਾਈ ਕਰ ਸਕਦੇ ਹੋ। ਉਹਦਾ ਜਿਹੜਾ ਮਕਸਦ ਆ ਉਹ ਇਹ ਆ ਕਿ ਰੈਦਰ ਦੈਨ ਤੁਸੀਂ ਕਿਸੇ ਕੋਲੇ ਕਿਉਂਕਿ ਜਿਹੜਾ ਬਿਜ਼ਨਸ ਪਰਸਨ ਆ, ਚਾਹੇ ਇੰਡੀਆ ਤੋਂ ਆ ਚਾਹੇ ਕਿਸੇ ਹੋਰ ਕੰਟਰੀ ਤੋਂ ਆ, ਉਹਦੀ ਮੈਂਟੈਲਿਟੀ ਵੈਰੀ ਕਲੀਅਰ ਹੁੰਦੀ ਆ, ਉਹਨੇ ਕਦੇ ਕਿਸੇ ਕੋਲ ਕੰਮ ਨਹੀਂ ਕੀਤਾ ਹੁੰਦਾ, ਉਹ ਆਲਵੇਜ਼ ਬਿਜ਼ਨਸ ਮਾਈਂਡ ਸੈਟਅਪ ਰੱਖਦਾ ਤੇ ਉਹਨੇ ਬਿਜ਼ਨਸ ਹੀ ਕਰਿਆ ਤੇ ਬਿਜ਼ਨਸ ਹੀ ਕਰਨਾ, ਠੀਕ ਹੈ ਜੀ, ਪਰ ਉਹ ਕਿਸੇ ਕੋਲ ਨੀਚੇ ਕੰਮ ਨਹੀਂ ਕਰਨਾ ਚਾਹੁੰਦਾ। ਸੋ ਉਹਨਾਂ ਦੇ ਲਈ ਇਹ ਪ੍ਰੋਗਰਾਮ ਹੈਗਾ ਕਿ ਓਨਰ ਆਪਰੇਟਰ LMI ਹੈ, ਉਹ ਆਪਣਾ ਇੱਕ ਬਿਜ਼ਨਸ ਪਲਾਨ ਸਬਮਿਟ ਕਰ ਸਕਦੇ ਨੇ ਇਮੀਗ੍ਰੇਸ਼ਨ ਕੋਲੇ, ਤੇ ਉਹਦੀ $1000 ਫੀਸ ਹੈ, ਤੇ ਉਸ ਤੋਂ ਬਾਅਦ HRDC ਤੋਂ ਕਾਲ ਆਉਂਦੀ ਹੈ। ਜੇ ਉਹ ਆਪਣਾ ਬਿਜ਼ਨਸ ਪਲਾਨ ਨੂੰ ਡਿਫੈਂਡ ਕਰਦੇ ਨੇ ਤਾਂ ਉਹਨਾਂ ਨੂੰ ਜਿਹੜੀ LMI ਹੈ ਉਹਨਾਂ ਦੀ ਆਪਣੀ ਕੰਪਨੀ ਦੇ ਨਾਲ ਬੌਂਡਡ ਮਿਲ ਜਾਂਦੀ ਹੈ, ਰਿਸਟ੍ਰਿਕਟਡ ਮਿਲ ਜਾਂਦੀ ਹੈ, ਤੇ ਉਹਦੇ ਨਾਲ ਉਹਨਾਂ ਦਾ ਵਰਕ ਪਰਮਿਟ ਮਿਲ ਜਾਂਦਾ, ਤੇ ਜੋ ਫੈਮਿਲੀ ਹੈਗੀ ਆ ਉਹਦੇ ਵਿੱਚ ਉਹਨਾਂ ਦੀ ਸਪਾਊਸ ਨੂੰ ਓਪਨ ਵਰਕ ਪਰਮਿਟ ਮਿਲ ਜਾਂਦਾ, ਤੇ ਬੱਚੇ ਉੱਥੇ ਸਕੂਲ ਜਾ ਸਕਦੇ ਨੇ। ਤੇ ਉਸ ਤੋਂ ਬਾਅਦ ਡਿਪੈਂਡ ਕਰਦਾ ਵੀ ਉਹਨਾਂ ਦੀ ਕੀ ਏਜ ਹੈਗੀ ਆ, ਕੀ ਐਜੂਕੇਸ਼ਨ ਆ, ਉਹ ਕਿਸੇ ਪ੍ਰੋਵਿੰਸ ਦੀ PNP ਵਾਸਤੇ ਵੀ ਕੁਆਲੀਫਾਈ ਕਰ ਸਕਦੇ ਨੇ ਜਾਂ ਫੈਡਰਲ ਵਾਸਤੇ ਕੁਆਲੀਫਾਈ ਕਰ ਸਕਦੇ ਨੇ। ਬਟ ਐਂਡ ਆਫ ਦਾ ਡੇ ਜਿਹੜਾ ਉਹਨਾਂ ਦਾ ਗੋਲ ਆ ਕਿ ਇਨਵੈਸਟ ਕਰਕੇ ਮੈਂ ਮਤਲਬ ਇਨਵੈਸਟ ਕਰਕੇ ਬਟ ਨਾਟ ਅੰਡਰ ਜਿਹੜੀ PNP ਦੇ ਰਿਕੁਆਇਰਮੈਂਟ ਨੇ ਜਾਂ ਫੈਡਰਲ ਦੇ ਰਿਕੁਆਇਰਮੈਂਟ ਤੋਂ ਬਿਨਾਂ ਮੈਂ PR ਲੈ ਸਕਦਾ। ਯੈਸ ਆਫ ਕੋਰਸ ਲੈ ਸਕਦੇ ਹੋ, ਬਟ ਦੇयर ਆਰ ਸਰਟਨ ਰੂਲਸ ਟੂ ਫੋਲੋ। ਤੁਸੀਂ ਜ਼ਿਆਦਾ ਡਿਟੇਲ ਲਈ ਸਾਡੇ ਆਫਿਸ ਨੂੰ ਕੰਟੈਕਟ ਕਰ ਲਓ, ਅਸੀਂ ਉਹਦੇ ਵਿੱਚ ਤੁਹਾਨੂੰ ਦੱਸ ਸਕਦੇ ਹਾਂ। ਅਗੇਨ ਇਨਵੈਸਟਰ ਦੇ ਲਈ ਬਹੁਤ ਆਪਸ਼ਨਸ ਨੇ ਕੈਨੇਡਾ 'ਚ। ਸੋ ਹੁਣ ਪ੍ਰੋਗਰਾਮ ਜਿਹੜਾ ਵੇਲਾ ਹੈ ਆਪਣੇ ਕੋਲੇ ਥੋੜਾ ਜਿਹਾ ਰਹਿ ਗਿਆ, ਮੈਂ ਚਾਹੂੰਗੀ ਕਿ ਜਿੰਨੇ ਵੀ ਦਰਸ਼ਕ ਚਾਹੇ ਉਹ ਇੰਡੀਆ ਤੋਂ ਆਪਣਾ ਪ੍ਰੋਗਰਾਮ ਦੇਖ ਰਹੇ ਹਨ, ਉਹਨਾਂ ਨੂੰ ਤੁਸੀਂ ਜ਼ਰੂਰ ਦੱਸੋ ਕਿ ਉਹ ਇੰਡੀਆ ਬੈਠੇ ਤੁਹਾਡੇ ਨਾਲ ਕਿੱਦਾਂ ਕੰਟੈਕਟ ਕਰ ਸਕਦੇ ਆ, ਤੇ ਜਿਹੜੀਆਂ ਤੁਸੀਂ ਸਰਵਿਸਿਜ਼ ਪ੍ਰੋਵਾਈਡ ਕਰਦੇ ਹੋ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਜ਼ਰੂਰ ਦੱਸੋ। ਜੀ ਮਨਿੰਦਰ ਜੀ, ਜਿਹੜੇ ਵੀ ਮੈਨੂੰ ਪ੍ਰੋਗਰਾਮ ਰਾਹੀਂ ਸੁਣ ਰਹੇ ਨੇ ਤੇ ਉਹਨਾਂ ਨੂੰ ਇਹ ਹੈ ਕਿ ਵੀ ਅਸੀਂ ਇਮੀਗ੍ਰੇਸ਼ਨ, ਕੈਨੇਡੀਅਨ ਇਮੀਗ੍ਰੇਸ਼ਨ ਦੀਆਂ ਸਾਰੇ ਤਰ੍ਹਾਂ ਦੀਆਂ ਇਮੀਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਆ। ਚਾਹੇ ਤੁਸੀਂ ਮੈਨੂੰ ਇੰਡੀਆ ਤੋਂ ਬੈਠ ਕੇ ਸੁਣ ਰਹੇ ਹੋ, ਚਾਹੇ ਆਸਟ੍ਰੇਲੀਆ ਤੋਂ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ, ਦੇयर ਆਰ ਮੈਨੀ ਪ੍ਰੋਗਰਾਮਸ ਜਿਹਦੇ ਵਿੱਚ ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ। ਤੇ ਅਸੀਂ ਇਨੀਸ਼ੀਅਲੀ ਜਦੋਂ ਤੁਸੀਂ ਸਾਡੇ ਆਫਿਸ ਨੂੰ ਕੰਟੈਕਟ ਕਰਦੇ ਹੋ, ਅਸੀਂ ਤੁਹਾਨੂੰ ਇੱਕ ਅਸੈਸਮੈਂਟ ਫਾਰਮ ਭੇਜਦੇ ਹਾਂ, ਤੁਸੀਂ ਉਹ ਕੰਪਲੀਟ ਕਰਕੇ ਭੇਜ ਦਿਓ, ਜਿਹਦੀ ਸਾਡੀ ਕੋਈ ਕਾਸਟ ਨਹੀਂ ਹੈਗੀ। ਅਸੀਂ ਤੁਹਾਨੂੰ ਕਲੀਅਰਲੀ ਦੱਸ ਦਾਂਗੇ ਕਿ ਤੁਸੀਂ ਕੁਆਲੀਫਾਈ ਕਰਦੇ ਹੋ ਜਾਂ ਨਹੀਂ ਕਰਦੇ। ਜੇ ਕੁਆਲੀਫਾਈ ਨਹੀਂ ਕਰਦੇ ਤਾਂ ਤੁਹਾਨੂੰ ਹੋਰ ਕੀ ਕਰਨ ਦੀ ਜ਼ਰੂਰਤ ਆ ਜਿਹਦੇ ਨਾਲ ਤੁਸੀਂ ਕੁਆਲੀਫਾਈ ਹੋ ਸਕਦੇ ਹੋ। ਤੇ ਸਾਡੇ ਆਫਿਸ ਦੇ ਜਿਹੜੇ ਫੋਨ ਨੰਬਰ ਨੇ ਜੀ, ਟੋਰਾਂਟੋ ਦਾ ਸਾਡਾ ਫੋਨ ਨੰਬਰ ਹੈਗਾ 4162784449, ਤੇ ਸਾਡਾ ਜਿਹੜਾ ਵਿਨਿਪੈਗ ਦਾ ਆਫਿਸ ਆ, ਸਾਡਾ ਵਿਨਿਪੈਗ ਹੈਡ ਆਫਿਸ ਆ 204-295-44। ਜੀ ਆਖਿਰ ਚ ਕਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ? ਜੀ ਜੀ ਬਹੁਤ ਵਧੀਆ। ਹਾਂਜੀ, ਉਹ ਮੈਂ ਭਾਜੀ ਹੁਣਾਂ ਦਾ ਪ੍ਰੋਗਰਾਮ ਦੇਖਦੀ ਸੀਗੀ ਜੀ, ਤੇ ਇਹ ਇਮੀਗ੍ਰੇਸ਼ਨ ਦਾ ਕੰਮ ਕਰਦੇ ਆਏਗਾ ਜੀ। ਹਾਂਜੀ ਹਾਂ, ਤੇ ਉਹ ਮੈਂ ਕਹਿਣਾ ਸੀ ਇਹ ਹੋਰ ਤਾਂ ਐਡਵਰਟਾਈਜ਼ ਕਰੀ ਜਾਂਦੇ ਨੇ, ਪਰ ਮੈਂ ਆਪਣੀ ਕਿਸੇ ਰਿਸ਼ਤੇਦਾਰ ਦੀ ਫਾਈਲ ਲਾਈ ਸੀ, ਇਹਨਾਂ ਦੇ ਥਰੂ ਇਹਨਾਂ ਨੇ ਕੋਈ ਪੁੱਛ ਨਹੀਂ ਫੜਾਈ। ਜੀ ਤੁਹਾਡੀ ਜਿਹੜੀ ਇਨਕੁਆਇਰੀ ਹੈ ਤੁਸੀਂ ਆਫਿਸ ਕਾਲ ਕਰਕੇ ਇਹਨਾਂ ਨਾਲ ਗੱਲ ਕਰ ਸਕਦੇ ਹੋ। ਸੋ ਇਹਨਾਂ ਦਾ ਜਵਾਬ ਦੇਣਾ ਬਣਦਾ ਜੀ ਜੀ। ਆਈ ਡੋਨਟ ਨੋ, ਮੈਂ ਇਹਨਾਂ ਦਾ ਨਾਮ ਨਹੀਂ ਇਹਨਾਂ ਨੇ ਦੱਸਿਆ ਹੈਗਾ। ਜਿੱਥੇ ਤੱਕ ਦੇਖੋ ਇਮੀਗ੍ਰੇਸ਼ਨ ਦੀ ਐਪਲੀਕੇਸ਼ਨ ਹੈ ਜੀ, ਇਮੀਗ੍ਰੇਸ਼ਨ ਦਾ ਜਿਹੜਾ ਡਿਸੀਜਨਸ ਨੇ ਉਹ ਇਮੀਗ੍ਰੇਸ਼ਨ ਨੇ ਦੇਣੇ ਹੁੰਦੇ ਨੇ, ਤੇ ਇਮੀਗ੍ਰੇਸ਼ਨ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਆ ਜੀ ਉਹ ਵੀ ਇਮੀਗ੍ਰੇਸ਼ਨ ਨੇ ਡਿਸਾਈਡ ਕਰਨਾ ਹੁੰਦਾ। ਬੀਇੰਗ ਅ ਮੈਂਬਰ ਆਫ ICCRC ਅਸੀਂ ਡਿਸਾਈਡ ਨਹੀਂ ਕਰਦੇ, ਤੇ ਪ੍ਰੋਗਰਾਮ ਚੱਲਦੇ ਜੇ ਕੋਈ ਕਿਸੇ ਪ੍ਰੋਵਿੰਸ਼ੀਅਲ ਨੋਮਨੀ ਦੀ ਐਪਲੀਕੇਸ਼ਨ ਲੱਗੀ ਹੈ, ਜੇ ਕੋਈ ਪ੍ਰੋਗਰਾਮ ਦੇ ਵਿੱਚ ਕੋਈ ਚੇਂਜ ਆ ਗਿਆ ਹੈਗਾ ਤਾਂ ਉਹ ਸਾਡੇ ਤੇ ਡਿਪੈਂਡ ਨਹੀਂ ਕਰਦਾ, ਉਹ ਇਮੀਗ੍ਰੇਸ਼ਨ ਤੇ ਡਿਪੈਂਡ ਕਰਦਾ। ਆਈ ਡੋਨਟ ਨੋ, ਉਹ ਸਮਹਾਉ ਸਾਡੇ ਤੋਂ ਖੁਸ਼ ਨਹੀਂ ਸੀ, ਪਰ ਮੈਂ ਉਹਨਾਂ ਨੂੰ ਇਨਕਰੇਜ ਕਰਦਾ ਪਲੀਜ਼ ਸਾਡੇ ਆਫਿਸ ਨੂੰ ਦੁਬਾਰਾ ਕੰਟੈਕਟ ਕਰ ਲਓ। ਅਸੀਂ ਜੋ ਵੀ ਤੁਹਾਡੇ ਲਈ ਬੈਸਟ ਆਪਸ਼ਨ ਹੋਇਆ ਉਹ ਅਸੀਂ ਕਰਨ ਨੂੰ ਤਿਆਰ ਹੈਗੇ ਹਾਂ। ਥੈਂਕ ਯੂ ਸੋ ਮਚ ਪ੍ਰੋਗਰਾਮ ਚਾਹੁਣ ਲਈ। ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਤੇ ਅਗਰ ਤੁਹਾਡੇ ਦਿਮਾਗ 'ਚ ਕੋਈ ਇਮੀਗ੍ਰੇਸ਼ਨ ਰਿਲੇਟਡ ਕੋਈ ਵੀ ਕੁਐਸਚਨਸ ਹੈ, ਤੁਸੀਂ ਵਰਲਡ ਗੇਟਵੇ ਇਮੀਗ੍ਰੇਸ਼ਨ ਨੂੰ ਨੰਬਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ, ਉਹਨਾਂ ਨੂੰ ਕਾਲ ਕਰਕੇ ਆਪਣੇ ਕੁਐਸਚਨਸ ਦੇ ਆਨਸਰ ਲੈ ਸਕਦੇ ਹੋ। ਤੇ ਸਾਡੇ ਵਿਜ਼ਨ ਪੰਜਾਬ TV ਤੁਸੀਂ ਫੇਸਬੁੱਕ ਤੇ ਵੀ ਸਾਡਾ ਪ੍ਰੋਗਰਾਮ ਦੇਖ ਸਕਦੇ ਆ, ਤੇ ਤੁਸੀਂ YouTube ਵੀ ਸਾਡਾ ਪੇਜ ਹੈ ਜਿਹੜਾ YouTube ਚੈਨਲ ਹੈ ਸਾਡਾ, ਉਹ ਸਬਸਕ੍ਰਾਈਬ ਜ਼ਰੂਰ ਕਰ ਲਓ। ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਵਿਜ਼ਨ ਲਾਈਵ। ਤੁਸੀਂ ਦੇਖਦੇ ਰਹੋ ਵਿਜ਼ਨ ਪੰਜਾਬ TV, ਹਰ ਕਦਮ ਤੁਹਾਡੇ ਨਾਲ। ਮੈਨੂੰ ਮਨਿੰਦਰ ਨੂੰ ਦਿਓ ਇਜਾਜ਼ਤ, ਧੰਨਵਾਦ।